ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਡਾਕਟਰ ਕਿਰਪਾਲ ਸਿੰਘ ਤੇ ਸਾਡੇ ਪ੍ਰੋਗਰਾਮ ਦਾ ਨਾਮ ਹੈ ਟਿਪਸ ਫॉर ਗੁੱਡ ਲਾਈਫ, ਸੁਖੇਰੇ ਜੀਵਨ ਦੇ ਰਾਸ। ਤੇ we are thankful to Voice of Manavta TV and Meghraj Singh for this opportunity to discuss about life and legacy of Guru Har Rai Sahib. They welcome to all our participants, and we have some new faces here like Sardar Birsa Singh from Argentina. They ਇਸੇ ਤਰ੍ਹਾਂ ਕੁਝ ਹੋਰ ਵੀ ਬੰਦੇ ਨਵੇਂ ਜੁੜਨਗੇ। Especially thanks for Dr. Inderjeet Singh, ਜਿਹਨੇ ਕਿ even going through his illness, ਉਹਨਾਂ ਨੇ ਸਾਡੇ ਨਾਲ ਜੁੜੇ ਨੇ। ਤੇ ਨਾਲ ਸਾਡੇ ਜਸਵੀਰ ਸਿੰਘ ਸਰਨਾ from ਜੰਮੂ ਏਰੀਆ, and of course ਭਾਈ ਸੁੱਚਾ ਸਿੰਘ ਸਾਡੇ ਬਹੁਤ ਪਾਸਿਓਂ ਸਾਨੂੰ ਗਿਆਨ ਦਿੰਦੇ ਨੇ। ਤੇ ਭਾਈ ਮਨਦੀਪ ਸਿੰਘ ਹੁਣੀ ਵੀ ਜੁੜੇ ਨੇ ਸਾਡੇ ਨਾਲ, ਇਹਨਾਂ ਦੀ ਵੀ ਬੜੀ ਖੋਜ ਆਪਣੇ ਗੁਰਮਤਿ ਦੇ ਪ੍ਰੋਗਰਾਮਾਂ ਦੇ ਵਿੱਚ। So please note that views expressed during this program are strictly speaking individual views. They are not the official views of Voice of Manavta. And then ਸਾਰੇ audience ਨੂੰ ਸਲਾਮ, ਸਤਿ ਸ੍ਰੀ ਅਕਾਲ, ਵਾਹਿ ਖਾਲਸਾ ਵਾਹਿ ਫਤਿਹ, ਨਮਸਤੇ। ਜੋ ਵੀ ਤੁਹਾਡਾ ਪਿਛੋਕੜ ਹੋਵੇ ਪ੍ਰਵਾਨ ਕਰਨਾ। ਜੋ ਕੋਈ ਤੁਹਾਡੇ ਸਵਾਲ ਵਗੈਰਾ ਹੋਣ, please pass it on to Meghraj Singh. We like to discuss them in our subsequent programs. And any kind of positive criticism which can help improve the program or financial help is always welcome. And if you're not subscribing to the program, please do it, and also let your friends know about it so that we can all benefit from these conversations here. This is a Cyber Sangat. Having said that, again, Guru Har Rai Sahib is a really very interesting time during his time. After Guru Har Gobind Singh passing away, his grandson Guru Har Rai becomes the next Guru. And during his time, Guru Maharaj emphasized the prachar and also did a lot of social work in the form of Ayurvedic hospital and planting new medicinal trees and helping the poor, and while at the same time maintaining apni 2200 sabha. So ਉਹਨਾਂ ਦੇ ਜਿਹੜੇ ਸਮਕਾਲੀ ਨਹੀਂ, ਉਹਨਾਂ ਬਾਬਤ ਕੁਝ ਭਾਈ ਨੰਦ ਲਾਲ ਜੀ ਨੇ ਆਪਣੇ ਵਿਚਾਰ ਦੱਸੇ ਨੇ। ਉਹਨਾਂ ਲਈ ਮੈਂ ਅਰਜ਼ ਕਰਦਾ ਗਿਆਨੀ ਸੁੱਚਾ ਸਿੰਘ ਹੁਣਾਂ ਨੂੰ ਸਾਡੇ ਨਾਲ ਸ਼ੇਅਰ ਕਰਨ ਕੁਛ ਭਾਈ ਨੰਦ ਲਾਲ ਜੀ ਦੇ ਵਿਊ। ਗਿਆਨੀ ਜੀ। ਜੀ ਸਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਮੇਰੀ ਜੀ ਦੇਖੋ, ਮੈਂ ਪਹਿਲਾਂ ਇਸ ਚੀਜ਼ ਦੀ ਮੈਂ ਆਪ ਜੀ ਦੇ ਨਾਲ ਸਾਂਝੀ ਕਰ ਲਵਾਂ ਬੇਨਤੀ ਕਿ ਮੈਂ ਅਰਬੀ ਫਾਰਸੀ ਦਾ ਮੈਨੂੰ ਕੋਈ ਗਿਆਨ ਹੈ ਨਹੀਂ, ਤੇ ਲੇਕਿਨ ਮੈਂ ਜਿਹੜੇ ਇਹਦੇ ਅਰਥ ਪੜ੍ਹੇ ਆ ਉਹਦੇ ਹਿਸਾਬ ਦੇ ਨਾਲ ਮੈਂ ਆਪਣੀ ਨਾਲ ਗੱਲ ਕਰਾਂਗਾ। ਤੇ ਥੋੜਾ ਬਹੁਤ ਉਰਦੂ ਜਾਣਦਾ ਆ, ਮਤਲਬ ਥੋੜਾ ਬਹੁਤਾ ਜੋੜ ਜਾੜ ਲਾ ਕੇ ਪੜ੍ਹ ਲੈਣਾ, ਇੰਨਾ ਕੁ ਹੈਗਾ ਪਤਾ ਚੱਲਦਾ। ਤੇ ਖੈਰ, ਸੋ ਜਿੱਥੇ ਤੱਕ ਦੇਖੋ ਭਾਈ ਸਾਹਿਬ ਜੀ, ਭਾਈ ਨੰਦ ਲਾਲ ਜੀ, ਉਹਨਾਂ ਦਾ ਹਿਸਾਬ ਕਿਤਾਬ, ਉਹਨਾਂ ਦੀ ਗੱਲਬਾਤ ਹੈ ਪੰਥ ਦੇ ਵਿੱਚ, ਉਹਨਾਂ ਦਾ ਸਾਡੇ ਇਤਿਹਾਸ ਦੇ ਵਿੱਚ ਉਹਨਾਂ ਦਾ ਬਹੁਤ ਇੱਕ ਪ੍ਰਮੁੱਖ ਸਥਾਨ ਹੈ, ਤੇ ਕਵੀ ਜਨਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਂ ਹੈ, ਤੇ ਉਹਨਾਂ ਦੀ ਬਹੁਤ ਸਾਰੀ ਰਚਨਾ ਜਿਹੜੀ ਹੈ ਉਹ ਸਾਨੂੰ ਪੜ੍ਹਨ ਵਾਸਤੇ ਮਿਲਦੀ ਹੈ। ਤੇ ਪੰਥ ਨੇ ਇਹਨਾਂ ਦੀ ਰਚਨਾ ਨੂੰ ਕੀਰਤਨ ਦਾ ਹਿੱਸਾ ਵੀ ਬਣਾਇਆ ਹੋਇਆ ਹੈ, ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜਿਹੜੀ ਹੈ ਬਾਹਰੋਂ ਬਾਣੀ ਪੜ੍ਹੀ ਜਾ ਸਕਦੀ ਹੈ, ਤੇ ਉਹ ਭਾਈ ਨੰਦ ਲਾਲ ਜੀ ਦੀ ਬਾਣੀ ਵੀ ਇੱਕ ਐਸੀ ਜਿਸਦਾ ਸੰਗਤ ਦੇ ਵਿੱਚ ਕੀਰਤਨ ਕੀਤਾ ਜਾ ਸਕਦਾ। ਤੇ ਇਸ ਵਾਸਤੇ ਭਾਈ ਸਾਹਿਬ ਜੀ ਦਾ ਜਿਹੜਾ ਰੁਤਬਾ ਹੈ, ਜਿਹੜਾ ਸਟੇਟਸ ਹੈ, ਉਹ ਬਹੁਤ ਸਿੱਖ ਧਰਮ ਦੇ ਵਿੱਚ ਉੱਚਾ ਹੋ ਜਾਂਦਾ। ਸੋ ਭਾਈ ਨੰਦ ਲਾਲ ਜੀ ਦੀਆਂ ਦੇਖੋ ਉਹਨਾਂ ਦੀਆਂ ਗਜ਼ਲਾਂ ਹਨ, ਉਹਨਾਂ ਦੇ ਲਿਖੇ ਹੋਏ ਹੋਰ ਜੰਗਨਾਮੇ ਤੇ ਤਾਸੀਫੋ ਸਨਾ, ਇਸ ਤਰ੍ਹਾਂ ਦੇ ਜਿਹੜੇ ਅੱਡ ਅੱਡ ਨਾਂ ਦੀਆਂ ਜਿਹੜੀਆਂ ਕਵਿਤਾਵਾਂ ਉਹਨਾਂ ਨੇ ਲਿਖੀਆਂ, ਉਹਨਾਂ ਦੇ ਵਿੱਚ ਜਿਹੜੀ ਉਹਨਾਂ ਨੇ ਸ਼ੇਰ ਛੋਟੇ ਛੋਟੇ ਲਿਖੇ, ਜਿਹਨੂੰ ਕਪਲੈਟਸ ਕਹਿੰਦੇ ਆ, ਤੇ ਉਹ ਸਿਰਫ ਇੱਕ ਹੈਗਾ ਐਸਾ ਪਾਰਟ ਆਉਂਦਾ ਉਹਨਾਂ ਦੇ ਤਾਸੀਫੋ ਸਨਾ ਗ੍ਰੰਥ ਦੇ ਵਿੱਚ, ਰਚਨਾ ਦੇ ਵਿੱਚ ਆਗੂ ਕਿਸੇ, ਸੋ ਜਿਸ ਦੇ ਵਿੱਚ ਗੁਰੂ ਇਹਨਾਂ ਨੇ ਭਾਈ ਨੰਦ ਲਾਲ ਜੀ ਨੇ ਨਾ 5 ਬੰਦ ਜਾਂ 5 ਸ਼ੇਰ ਜਿਹੜੇ ਆ ਉਹ ਗੁਰੂ ਹਰ ਰਾਏ ਜੀ ਦੇ ਸੰਬੰਧ ਦੇ ਵਿੱਚ ਉਚਾਰਨ ਕੀਤੇ ਆ। ਉਸ ਤੋਂ ਅਗਾਂਹ ਫਿਰ ਗੁਰੂ ਹਰਕ੍ਰਿਸ਼ਨ ਜੀ ਦੇ ਸ਼ੁਰੂ ਹੋ ਜਾਂਦੇ ਆ। ਸੋ ਉਹ ਜਿਹੜੇ ਮੈਂ ਪੜ੍ਹਦਾ ਆਪ ਜੀ ਦੇ ਨਾਲ ਤੇ ਇਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰਦਾ, ਉਹ ਹਨ ਜੀ ਦੇਖੋ ਕਿ ਹੱਕ ਸੱਚ ਹੱਕ ਕੇਸ਼ ਗੁਰੂ ਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ। ਸੋ ਇਹ
ਤੌਸੀਫੋ ਸਨਾ ਰਚਨਾ ਜਿਹੜੀ ਹੈ ਉਸ ਦੇ ਵਿੱਚ 87ਵਾਂ 87th ਕਪਲਟ ਹੈਗਾ, ਸ਼ੇਰ ਹੈਗਾ। ਸੋ ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ। ਸੋ ਹੱਕ ਅਸੀਂ ਸਮਝਦੇ ਹਾਂ ਇਸ ਦਾ ਮਤਲਬ ਹੁੰਦਾ ਸੱਚ, ਪਰਵਰ ਪਾਲਣੇ ਵਾਲੇ ਨੂੰ ਕਹਿੰਦੇ ਆ। ਹੱਕ ਕੇਸ਼, ਕੇਸ਼ ਦਾ ਮਤਲਬ ਹੁੰਦਾ ਮਜ਼ਹਬ। ਤੋ ਇਹ ਜਿਹੜੇ ਇਸ ਦਾ ਮਤਲਬ ਹੋ ਜਾਂਦਾ ਕਿ ਧੰਨ ਗੁਰੂ ਕਰਤਾ ਹਰ ਰਾਏ ਜੀ। ਸੋ ਉਹ ਸੱਚ ਦੇ ਪਾਲਣ ਹਾਰੇ ਤੇ ਸੱਚ ਦੇ ਮਜ਼ਹਬ ਨੂੰ ਪ੍ਰਮੋਟ ਕਰਨੇ ਵਾਲੇ, ਸੱਚ ਦੇ ਮਜ਼ਹਬ ਵਾਲੇ ਹਨ। ਸੋ ਮਤਲਬ ਉਹਨਾਂ ਦਾ ਜਿਹੜਾ ਪੂਰੇ ਦਾ ਪੂਰਾ ਜਿਹੜਾ ਜ਼ਿੰਦਗੀ ਦਾ ਵਾਸਤਾ ਹੈ ਉਹ ਸੱਚ ਦੇ ਨਾਲ ਹੈ, ਰਿਐਲਿਟੀ ਦੇ ਨਾਲ ਹੈ, ਟਰੂਥ ਦੇ ਨਾਲ ਹੈ। ਤੇ ਉਹਨਾਂ ਨੇ ਕਿਹਾ ਕਿ ਸੱਚ ਦੇ ਪਾਲਣ ਵਾਲੇ, ਮਤਲਬ ਕਿ ਸੱਚ ਦੇ ਉੱਪਰ ਪਹਿਰਾ ਦੇਣੇ ਵਾਲੇ ਗੁਰੂ ਕਰਤਾ ਹਰ ਰਾਏ ਜੀ ਹਨ। ਤੇ ਉਸ ਤੋਂ ਬਾਅਦ ਇਹ ਲਿਖਦੇ ਆ ਕਿ ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ। ਸੁਲਤਾਨ ਅਤੇ ਦਰਵੇਸ਼, ਸੋ ਸੁਲਤਾਨ ਵੀ ਹਨ, ਇੱਕ ਰਾਜੇ ਮਹਾਰਾਜਿਆਂ ਵਰਗੇ ਠਾਠ ਵੀ ਹਨ ਇਹਨਾਂ ਦੇ। ਮਤਲਬ ਇਹਨਾਂ ਦੇ ਦਿਲ ਦੇ ਵਿੱਚ ਉਹ ਅਮੀਰੀ ਹੈ ਜਿਹੜੀ ਕਿ ਰਾਜੇ ਮਹਾਰਾਜਿਆਂ ਦੇ ਦਿਲ ਦੇ ਵਿੱਚ ਵੀ ਨਹੀਂ ਹੁੰਦੀ। ਤੇ ਦਰਵੇਸ਼ ਫਕੀਰੀ ਹੈ, ਤੇ ਫਕੀਰੀ ਵੀ ਇਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੈ। ਤੋ ਜਾਣੀ ਕਿ ਜਿਹੜਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇ ਨਿਸ਼ਾਰੀ। ਸੋ ਉਸ ਤਰ੍ਹਾਂ ਦੀ ਗਰੀਬੀ, ਜਿਹੜੀ ਹਿਰਦੇ ਦੀ ਗਰੀਬੀ ਹੈ, ਉਹ ਵੀ ਗੁਰੂ ਕਰਤਾ ਹਰ ਰਾਏ ਦੇ ਵਿੱਚ ਭਰੀ ਪਈ ਹੈ। ਉਸ ਤੋਂ ਅੱਗੇ ਅਗਲਾ ਜਿਹੜਾ ਸ਼ਲੋਕ ਚੱਲਦਾ, ਕਪਲਟ ਚੱਲਦਾ 88 ਨੰਬਰ। ਸੋ ਉਹਦੇ ਵਿੱਚ ਕਹਿੰਦੇ ਕਿ ਫਯਾਜ਼ੂ ਦਾਰੈਨ ਗੁਰੂ ਕਰਤਾ ਹਰ ਰਾਏ, ਸਰਵਰੇ ਕੌਨੇਨ ਗੁਰੂ ਕਰਤਾ ਹਰ ਰਾਏ। ਸੋ ਇਹਦਾ ਮਤਲਬ ਹੈ ਕਿ ਦੋਨਾਂ ਜਹਾਨਾਂ ਦੇ ਵਿੱਚ, ਲੋਕ ਤੇ ਪਰਲੋਕ ਦੇ ਵਿੱਚ, ਦੋਨਾਂ ਦੇ ਵਿੱਚ ਮਦਦਗਾਰ ਹਨ, ਦੋਨਾਂ ਨੂੰ ਸੁਖੀ ਕਰਨੇ ਵਾਲੇ ਹਨ। ਕੌਣ? ਗੁਰੂ ਕਰਤਾ ਹਰ ਰਾਏ ਜੀ। ਅਗਾਂਹ ਕਹਿੰਦੇ ਜੀ ਕਿ ਸਰਵਰੇ ਕੌਨੇਨ, ਸਰਵਰੇ ਕੌਨੇਨ, ਸਰਵਰੇ ਕੌਨੇਨ ਮਤਲਬ ਦੋਨਾਂ ਜਹਾਨਾਂ ਦੇ ਸਰਦਾਰ ਜਾਂ ਮਾਲਕ। ਸੋ ਦੋਨਾਂ ਜਹਾਨਾਂ ਦੇ ਵਿੱਚ ਜਿਨ੍ਹਾਂ ਦੀ ਮਲਕੀਅਤ ਚੱਲਦੀ ਹੈ, ਜਿਨ੍ਹਾਂ ਦਾ ਹੁਕਮ ਚੱਲਦਾ, ਦੋਨਾਂ ਜਹਾਨਾਂ ਦੇ ਵਿੱਚ ਹੁਕਮ ਚਲਾਉਣੇ ਵਾਲੇ ਹਨ ਗੁਰੂ ਕਰਤਾ ਹਰ ਰਾਏ ਜੀ। ਉਸ ਤੋਂ ਅਗਲਾ ਜਿਹੜਾ ਬਚਨ ਹੈ ਉਸਦੇ ਵਿੱਚ ਕਹਿੰਦੇ ਹਨ ਹਮ ਵਾਸਿਫ ਅਕਰਾਮ ਗੁਰੂ ਕਰਤਾ ਹਰ ਰਾਏ, ਖਾਸਾ ਹਮਾ ਬਰਕਾਮ ਗੁਰੂ ਕਰਤਾ ਹਰ ਰਾਏ। ਸੋ ਹਮ ਵਾਸਿਫ ਅਕਰਾਮ ਮਤਲਬ ਰੱਬ ਆਪ, ਪਰਮਾਤਮਾ ਆਪ ਗੁਰੂ ਹਰ ਰਾਏ ਜੀ ਦੀ ਸਿਫਤ ਕਰਨੇ ਵਾਲਾ ਹੈ। ਸੋ ਮਤਲਬ ਕਿ ਗੁਰੂ ਕਰਤਾ ਜੀ ਇੰਨੀਆਂ ਸਿਫਤਾਂ ਦੇ ਮਾਲਕ ਹਨ ਕਿ ਪਰਮਾਤਮਾ ਕਰਤਾ ਵੀ ਉਹਨਾਂ ਦੀ ਸਿਫਤ ਕਰਦਾ ਹੈ। ਹਮ ਵਾਸਿਫ ਅਕਰਾਮ ਗੁਰੂ ਕਰਤਾ ਹਰ ਰਾਏ, ਖਾਸਾ ਹਮਾ ਬਰਕਾਮ। ਫਿਰ ਕਹਿੰਦੇ ਕਿ ਖਾਸ ਖਾਸ ਜਿਹੜੇ ਰੱਬ ਦੇ ਪਿਆਰੇ ਹਨ। ਸੋ ਮਤਲਬ ਜਿਹੜੇ ਧਰਤੀ ਦੇ ਉੱਪਰ ਮਹਾਨ ਪੁਰਖ, ਮਹਾਨ ਆਤਮਾਵਾਂ ਹਨ, ਉਹ ਵੀ ਇਹਨਾਂ ਦੇ ਅਨੁਸਾਰੀ ਹਨ ਤੇ ਉਹ ਵੀ ਇਹਨਾਂ ਨੂੰ ਗੁਰੂ ਕਰਤਾ ਹਰ ਰਾਏ ਜੀ ਨੂੰ ਮਹਾਨ, ਆਪਣੇ ਤੋਂ ਵੱਡਾ, ਆਪਣੇ ਤੋਂ ਮਹਾਨ ਮੰਨਦੀਆਂ ਹਨ। ਸੋ ਖਾਸਾ ਹਮਾ ਬਰਕਾਮ ਗੁਰੂ ਹਰ ਰਾਏ। ਅਗਲਾ ਜਿਹੜਾ ਸ਼ਲੋਕ ਉਹਦੇ ਵਿੱਚ ਕਹਿੰਦੇ ਸ਼ਾਹਨ ਸ਼ਾਹੇ ਹੱਕ ਨਸਕ ਗੁਰੂ ਕਰਤਾ ਹਰ ਰਾਏ। ਇੱਥੇ ਇਹਦਾ ਮਤਲਬ ਹੈ ਕਿ ਪ੍ਰਮਾਤਮਾ ਦੀ, ਵਾਹਿਗੁਰੂ ਦੀ ਸੋਝੀ ਦੇਣੇ ਵਾਲੇ। ਸੋ ਜਿੱਥੋਂ ਪ੍ਰਮਾਤਮਾ ਦਾ ਗਿਆਨ ਮਿਲਦਾ ਹੈ ਉਹ ਗੁਰੂ ਹੈ, ਉਹ ਚਸ਼ਮਾ ਹੈ, ਉਹ ਲਾਈਟ ਹੈ, ਕਰਤਾ ਹਰ ਰਾਏ ਜੀ। ਫਰਮਾ ਦੇਹ ਨੋਹ ਤਬਕ ਗੁਰੂ ਕਰਤਾ ਹਰ ਰਾਏ। ਸੋ ਇੱਥੇ ਇਹਦਾ ਮਤਲਬ ਨੋਹ ਤਬਕ, 9 ਤਬਕਾਂ ਦਾ, 9 ਆਕਾਸ਼ਾਂ ਦਾ, ਮਤਲਬ ਸਾਰੀ ਸ੍ਰਿਸ਼ਟੀ ਦਾ। ਸੋ ਇਹ ਜਿਹੜਾ ਖਿਆਲ ਪੁਰਾਤਨ ਸਮਿਆਂ ਤੋਂ ਚੱਲਦਾ ਆਇਆ, ਕਦੇ 7 ਧਰਤੀਆਂ, 7 ਆਕਾਸ਼, ਕਦੇ 9 ਤੇ 9 ਜਿਹੜੇ ਆਈਲੈਂਡਸ, ਉਹਨਾਂ ਨੂੰ ਲੋਕ ਸਾਰੀ ਸ੍ਰਿਸ਼ਟੀ ਕਹਿੰਦੇ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ। ਤਬਕ ਮਤਲਬ 9 ਹੀ ਆਕਾਸ਼ਾਂ ਦਾ ਮਾਲਕ, ਜਾਣੀ ਕਿ ਸਰਵ ਸ੍ਰਿਸ਼ਟੀ ਦੇ ਮਾਲਕ ਹਨ ਤੇ ਉਹਨਾਂ ਨੂੰ ਹੁਕਮ ਦੇਣੇ ਵਾਲੇ ਹਨ। ਜਿੱਥੇ ਉਹਨਾਂ ਦਾ ਹੁਕਮ ਚੱਲਦਾ ਹੈ ਉਹ ਹਨ ਗੁਰੂ ਕਰਤਾ ਹਰ ਰਾਏ ਜੀ। ਤੇ ਅਗਲਾ ਜਿਹੜਾ ਆਖਰੀ ਬੰਦ ਇਸ ਸੰਬੰਧ ਦੇ ਵਿੱਚ ਹੈ ਉਹ ਹੈ ਗਰਦਨ ਜ਼ਨ ਸਰਕਸ਼ਾਂ ਗੁਰੂ ਕਰਤਾ ਹਰ ਰਾਏ। ਸੋ ਇਹ ਹੈ ਗਰਦਨ ਜ਼ਨ ਸਰਕਸ਼ਾਂ, ਸਰਕਸ਼ਾਂ ਕਰ ਦੇਣਾ, ਸਰ ਕੱਟ ਦੇਣਾ, ਨਾਸ਼ ਕਰ ਦੇਣਾ। ਗਰਦਨ ਜ਼ਨ ਜਿਹੜੇ ਨਿੰਦਕ ਹਨ, ਕਹਿੰਦੇ ਤੇ ਜਿਹੜੇ ਨਿੰਦਕ ਹਨ ਉਹਨਾਂ ਦਾ ਨਾਸ਼ ਕਰਨੇ ਵਾਲੇ, ਸਿਰ ਕੱਟਣੇ ਵਾਲੇ, ਮਤਲਬ ਕਿ ਨਿੰਦਕਾਂ ਦਾ ਨਾਸ਼ ਕਰਨੇ ਵਾਲੇ। ਹੁਣ ਨਾਸ਼ ਕਰਨੇ ਵਾਲੇ ਦਾ ਮਤਲਬ ਜ਼ਰੂਰੀ ਨਹੀਂ ਹੁੰਦਾ ਕਿ ਉਹਨੂੰ ਮਾਰ ਦੇਣਾ, ਫਿਜ਼ੀਕਲੀ ਉਹਨੂੰ ਡੈਮੇਜ ਕਰਨਾ ਹੀ ਮਾਰਨਾ ਹੁੰਦਾ। ਇਸਦਾ ਮਤਲਬ ਇਹ ਹੈ ਕਿ ਗੁਰੂ ਕਰਤਾ ਹਰ ਰਾਏ ਜੀ ਆਪਣੇ ਆਤਮਿਕ ਗਿਆਨ ਦੇ ਨਾਲ ਉਹਨਾਂ ਦੇ ਜਿਹੜਾ ਨਿੰਦਾ ਚੁਗਲੀ ਵਾਲਾ ਸੁਭਾਅ ਹੈ ਉਸ ਸੁਭਾਅ ਦਾ ਨਾਸ਼ ਕਰਨੇ ਵਾਲੇ ਹਨ। ਤੇ ਆਖਰੀ ਤੁਕ ਜਿਹੜੀ ਹੈ ਉਹਦੇ ਵਿੱਚ ਕਹਿੰਦੇ ਆ ਯਾਰੇ ਮੁਤਜ਼ਰ ਆ ਗੁਰੂ ਕਰਤਾ ਹਰ ਰਾਏ। ਸੋ ਇੱਥੇ ਇਹਦਾ ਮਤਲਬ ਜਿਹੜੇ ਮੁਤਜ਼ਰ ਨਿਰਮਾਣ ਸੇਵਕ ਹਨ, ਯਾਰ ਸੇਵਕ,
ਸੋ ਜਿਹੜੇ ਨਿਰਮਾਣ ਸੇਵਕ ਹਨ, ਠੀਕ ਹੈ ਜੀ, ਪ੍ਰਮਾਤਮਾ ਦੇ ਭਾਉ ਅਦਬ ਵਾਲੇ ਸੇਵਕ ਹਨ, ਸਿੱਖ ਹਨ, ਸ਼ਰਧਾਲੂ ਹਨ, ਉਹਨਾਂ ਦੇ ਸਹਾਇਕ ਹਨ, ਉਹਨਾਂ ਦੇ ਮਦਦਗਾਰ ਹਨ, ਉਹਨਾਂ ਦੀ ਬਾਂਹ ਫੜਨੇ ਵਾਲੇ ਹਨ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਜੀ। ਸੋ ਇਹ ਜਿਹੜਾ ਇੱਕ ਬੰਦ ਜਿਹੜਾ ਭਾਈ ਨੰਦ ਲਾਲ ਜੀ ਦੀ ਰਚਨਾ ਦੇ ਵਿੱਚੋਂ ਜਿਹੜਾ ਲੱਭਦਾ ਹੈ ਕਿ ਜਿਹਦੇ ਵਿੱਚ ਗੁਰੂ ਹਰਿਰਾਏ ਜੀ। ਥੈਂਕ ਯੂ ਗਿਆਨੀ ਜੀ, ਬਹੁਤ ਮਿਹਰਬਾਨੀ ਇੰਟਰੋਡਿਊਸ ਕਰਨ ਦਾ ਸਬਜੈਕਟ। ਦੇਖੋ ਜਿਹੜਾ ਕੁਦਰਤ ਦਾ ਜਿਹੜਾ ਕੁਦਰਤ ਹੈ ਜਿਹੜੀ ਉਹਦੀ ਬਾਬਤ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ ਕਿ ਬਲਿਹਾਰੀ ਕੁਦਰਤ ਵਸਿਆ ਤੇ ਅੰਤ ਨਾ ਜਾਈ ਲੱਗਿਆ। ਤੇ ਉਹ ਕੁਦਰਤ ਦੇ ਉਹਨਾਂ ਨੇ ਇਹ ਵੀ ਕਿਹਾ, ਜਦੋਂ ਅਸੀਂ ਕਹਿੰਦੇ ਹਾਂ ਪਤਾਲਾ ਖਗਾਸ ਥਾਂ ਥਾਂ ਤੇ ਉਹਨਾਂ ਨੇ ਕਿਹਾ ਕਿ ਉਹਦੀ ਬੇਅੰਤ ਕੁਦਰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਹ ਜਿਹੜੇ ਕੁਦਰਤ ਦਾ ਬਾਕੀ ਗੁਰੂ ਸਾਹਿਬਾਨ ਨੇ ਵੀ ਇਸੇ ਤਰ੍ਹਾਂ ਉਸਤਤ ਕੀਤੀ ਹੈਗੀ ਹੈ ਅਕਾਲ ਪੁਰਖ ਦੀ, ਕਿ ਅੰਦਰ ਵੀ ਦੇਖੋ ਤੇ ਬਾਹਰ ਵੀ ਕੁਦਰਤ ਦੇ ਉਹਨੂੰ ਕਰੋ। ਤੇ ਇਸੇ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਦੇ ਮੌਕੇ ਖਾਸ ਤੌਰ ਤੇ ਜਿਹੜੇ ਨੈਚੁਰਲ ਰਿਸੋਰਸਿਸ ਸੀ, ਜਿਨ੍ਹਾਂ ਵੱਲ ਗੁਰੂ ਨਾਨਕ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਉਹਨਾਂ ਵੱਲ ਖਾਸ ਧਿਆਨ ਦਿੱਤਾ ਗਿਆ। ਤੇ ਖਾਸ ਜਿਹੜੇ ਵਾਤਾਵਰਨ ਸੀ ਉਹਨਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਜ਼ਿੰਦਗੀ ਵੀ ਸਾਡੀ ਤਾਂ ਹੀ ਚੱਲ ਸਕਦੀ ਹੈ ਜੇ ਸਾਡਾ ਆਲੇ ਦੁਆਲੇ ਦਾ ਜਿਹੜਾ ਵਾਤਾਵਰਨ ਹੈ ਉਹ ਉਸੇ ਤਰ੍ਹਾਂ ਕੁਦਰਤੀ ਰਵੇ ਜਿਵੇਂ ਪ੍ਰਮਾਤਮਾ ਨੇ ਪੈਦਾ ਕੀਤਾ ਹੋਇਆ। ਸੋ ਇਸ ਬਾਬਤ ਮੈਂ ਆਪਣੇ ਡਾਕਟਰ ਵਾਸੂ ਨੂੰ ਅਰਜ਼ ਕਰਾਂਗਾ ਕਿ ਵੀ ਥੋੜੇ ਬਹੁਤੇ ਆਪਣੇ ਵਿਚਾਰ ਦੱਸਣ ਕਿ ਵੀ ਕੁਦਰਤ ਬਾਬਤ ਕੀ ਗੁਰੂ ਹਰਿਰਾਏ ਜੀ ਦੇ ਵਿਚਾਰ ਨੇ। ਡਾਕਟਰ ਵਾਸੂ। ਗੁਰੂ ਹਰਿਰਾਏ ਸਾਹਿਬ ਜੀ ਬਹੁਤ ਹੀ ਕੁਦਰਤ ਦੇ ਪ੍ਰੇਮੀ ਸਨ, ਔਰ ਸਾਨੂੰ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਨੇ ਕੁਦਰਤ ਦੇ ਦੋਸਤ ਦੇ ਰੂਪ ਵਿੱਚ ਬਣਾਇਆ ਹੈ ਵੀ ਸਾਡੇ ਸੀ ਉਹਨਾਂ ਨਾਲ ਹਮੇਸ਼ਾ ਕੁਦਰਤ ਦੇ ਅੰਗ ਸੰਗ ਹੀ ਵਰਤੀਏ। ਤੋ ਗੁਰੂ ਹਰਿਰਾਏ ਸਾਹਿਬ ਜੀ ਤਾਂ ਉਹਨਾਂ ਨੇ ਦਰਅਸਲ ਰਿਹਾਇਸ਼ ਜਿਹੜੀ ਆਪਣੀ ਕੀਰਤਪੁਰ ਨੇੜੇ ਪਹਾੜੀ ਦ੍ਰਿਸ਼ਾਂ ਦੇ ਵਿਚਕਾਰ ਉਹਨਾਂ ਨੇ ਆਪਣੀ ਰਿਹਾਇਸ਼ ਬਣਾਈ ਹੋਈ ਸੀ। ਇਤਨਾ ਉਹਨਾਂ ਨੂੰ ਪਿਆਰ ਸੀ ਕਿ ਉਹ ਸਵੇਰੇ ਵੀ ਮਤਲਬ ਕੁਦਰਤ ਦੇ ਦਰਸ਼ਨ ਹੋਣ, ਦੁਪਹਿਰੀ ਵੀ ਹੋਣ, ਰਾਤ ਨੂੰ ਵੀ ਹੋਣ। ਸੋ ਇਸ ਤਰ੍ਹਾਂ ਉਹ ਸ਼ਿਕਾਰ ਵੀ ਜਿਹੜੇ ਖੇਡਦੇ ਸਨ ਉਹ ਵੀ ਕੁਦਰਤ ਦੇ ਵਾਤਾਵਰਨ ਵਿੱਚ ਜਾ ਕੇ, ਔਰ ਮਨ ਜਿਹੜਾ ਉਹਨਾਂ ਦਾ ਦਇਆ ਨਾਲ ਭਰਪੂਰ ਸੀ, ਔਰ ਪੰਛੀਆਂ ਨੂੰ ਉਹ ਮਾਰਦੇ ਨਹੀਂ ਸਨ, ਪਕੜ ਕੇ ਤੇ ਉਹਨਾਂ ਨੇ ਇੱਕ ਚਿੜੀਆ ਘਰ ਬਣਾਇਆ ਹੋਇਆ ਸੀ। ਉਸ ਚਿੜੀਆ ਘਰ ਦੇ ਵਿੱਚ ਮਨੋਰੰਜਨ ਦੇ ਸਾਧਨ ਦੇ ਰੂਪ ਵਿੱਚ ਉਹਨਾਂ ਨੇ ਇੱਕ ਬਣਾਇਆ ਸੀਗਾ, ਔਰ ਆਪ ਬਾਗਬਾਨੀ ਕਰਿਆ ਕਰਦੇ ਸਨ, ਔਰ ਕੁਦਰਤ ਦੀ ਹਰਿਆਵਲ ਨੂੰ ਹਮੇਸ਼ਾ ਲਈ ਸਿਰ ਰੱਖਣ ਲਈ ਉਹ ਮਤਲਬ ਇਸ ਤਰ੍ਹਾਂ ਕਿ ਉਹਨਾਂ ਦੇ ਯਤਨ ਸਨ। ਔਰ ਇਸੇ ਤਰ੍ਹਾਂ ਇੱਕ ਜਿਹੜੀ ਸਟੋਰੀ ਚੱਲਦੀ ਹੈ, ਉਹਨਾਂ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਉਹ ਇੱਕ ਵਾਰੀ ਆਏ ਤੇ ਗੁਰੂ ਹਰਿਰਾਏ ਜੀ ਬਹੁਤ ਹੀ ਥਾਟਫੁਲ ਮੂਡ ਵਿੱਚ ਬੈਠੇ ਸਨ, ਤੇ ਉਹ ਗੁਰੂ ਹਰਗੋਬਿੰਦ ਜੀ ਨੇ ਪੁੱਛਿਆ ਕੀ ਹੋਇਆ ਹੈ, ਤੇ ਉਹ ਕਹਿਣ ਲੱਗੇ ਮੇਰੇ ਚੋਲੇ ਨਾਲ ਅੜ ਕੇ ਇਹ ਫੁੱਲ ਡਿੱਗ ਪਿਆ ਹੈ। ਤੋ ਗੁਰੂ ਹਰਗੋਬਿੰਦ ਜੀ ਨੇ ਕਿਹਾ ਭਈ ਜੇ ਚੋਲਾ ਆਪਾਂ ਪਾਈਏ ਤਾਂ ਉਹਨੂੰ ਸੰਭਾਲ ਕੇ ਵੀ ਫਿਰ ਰੱਖਣਾ ਚਾਹੀਦਾ। ਸੋ ਇਸ ਤਰ੍ਹਾਂ ਗੁਰੂ ਹਰਗੋਬਿੰਦ ਜੀ ਦਾ ਪ੍ਰਭਾਵ ਸੀ ਕਿ ਸਮਾਜ ਵਿੱਚ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ। ਇਸ ਤਰ੍ਹਾਂ ਗੁਰੂ ਹਰਿਰਾਏ ਜੀ ਨੇ ਕੁਦਰਤ ਦੇ ਵਿੱਚੋਂ ਹੀ ਜੜੀਆਂ ਬੂਟੀਆਂ ਲੈ ਕੇ ਤੇ ਇੱਕ ਹਸਪੀਟਲ, ਆਯੁਰਵੈਦਿਕ ਹਸਪੀਟਲ ਤੁਸੀਂ ਕਹਿ ਸਕਦੇ ਹੋ, ਬਣਾਇਆ ਸੀ, ਜਿੱਥੋਂ ਇੱਕ ਵਾਰੀ ਦਾਰਾ ਬਿਮਾਰ ਹੋ ਗਿਆ ਸੀ ਤੇ ਦਾਰੇ ਨੂੰ ਇੱਥੋਂ ਹੀ ਇੱਕ ਹਰੜ ਤੇ ਕੋਈ ਬਹੇੜਾਂ ਭੇਜੀਆਂ ਗਈਆਂ ਸਨ ਤੇ ਉਹਨਾਂ ਨਾਲ ਠੀਕ ਹੋ ਸਕਿਆ ਸੀ। ਸੋ ਕੁਦਰਤ ਜੋ ਹੈ ਉਹ ਹੁਣ ਅੱਜ ਕੱਲ੍ਹ ਦੇ ਯੁੱਗ ਵਿੱਚ ਸਾਨੂੰ ਫੇਰ ਨਵੇਂ ਸਿਰੇ ਤੋਂ ਕੁਦਰਤ ਵੱਲ ਮੁੜਨਾ ਪੈ ਰਿਹਾ ਹੈ, ਕਿਉਂਕਿ ਮਨੁੱਖ ਜਿਹੜਾ ਉਹ ਅੰਨੇ ਵਿਕਾਸ ਦੇ ਅੰਦਰ, ਇੱਕ ਵਿਕਾਸ ਦੀ ਧੁੰਦ ਦੇ ਅੰਦਰ ਕੁਦਰਤ ਨੂੰ ਨਾਸ਼ ਕਰਦਾ ਰਿਹਾ ਹੈ, ਤੇ ਇਸੇ ਕਰਕੇ ਕਈ ਕਿਸਮ ਦੀਆਂ ਜਿਹੜੀਆਂ ਜ਼ਮੀਨ ਨੂੰ ਖੋਰਾ ਲੱਗ ਜਾਂਦਾ ਹੈ ਜਾਂ ਹੜ੍ਹ ਆਉਣੇ ਸ਼ੁਰੂ ਹੋ ਜਾਂਦੇ ਨੇ। ਇਸ ਤਰ੍ਹਾਂ ਦੀਆਂ ਕਈ ਕਿਸਮ ਦੀਆਂ ਹਾਲਾਤਾਂ ਜਿਹੜੀਆਂ ਨੇ ਸ਼ੁਰੂ ਹੋ ਰਹੀਆਂ ਨੇ। ਤੋ ਅਜੋਕੇ ਯੁੱਗ ਵਿੱਚ ਮੈਂ ਸਮਝਣਾ ਕਿ ਗੁਰੂ ਹਰਿਰਾਏ ਜੀ ਦਾ ਪ੍ਰਕਿਰਤੀ ਦਾ ਪਿਆਰ ਜਿਹੜਾ ਹੈ, ਔਰ ਪ੍ਰਕਿਰਤੀ ਬੜੀ ਵਿਸ਼ਾਲ ਹੈ, ਉਹ ਇਨਸਾਨ ਦੇ ਸੁਭਾਅ ਨੂੰ ਵੀ ਵਿਸ਼ਾਲ ਕਰਦੀ ਹੈ। ਜਿਹੜਾ ਇਨਸਾਨ ਪ੍ਰਕਿਰਤੀ ਵਿੱਚ ਲੰਘਦਾ ਉਹ ਪ੍ਰਕਿਰਤੀ ਦਾ ਰੂਪ ਬਣ ਜਾਂਦਾ ਹੈ। ਔਰ ਸਾਨੂੰ ਗੁਰੂ ਸਾਹਿਬ ਨੇ ਕਿਹਾ ਵੀ ਹੈ ਵੀ ਜਿਹੜੀ ਸਾਡੀ ਸ਼ਖਸੀਅਤ ਹੈ ਉਹ ਵਿਸ਼ਾਲ ਹੋਣੀ ਚਾਹੀਦੀ ਹੈ, ਦਰਿਆਵਾਂ ਵਰਗੀ ਵਿਸ਼ਾਲ ਹੋਣੀ ਚਾਹੀਦੀ ਹੈ,
ਜਿੱਦਾਂ ਬਾਬਾ ਫਰੀਦ ਸਾਹਿਬ ਨੇ ਆਖਿਆ ਕਿ ਸਬਰ ਏ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ। ਸਬਰ ਇੱਕ ਐਸਾ ਮਨੋਰਥ ਹੈ, ਜੇ ਬੰਦਾ ਦ੍ਰਿੜ ਕਰ ਲਵੇ, ਸਬਰ ਏ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ। ਵੱਧ ਥੀਵੇਂ ਦਰਿਆਓ ਟੁੱਟ ਨਾ ਥੀਵੇਂ ਵਾੜਾ। ਐ ਇਨਸਾਨ ਤੇਰੀ ਸ਼ਖਸੀਅਤ ਜਿਹੜੀ ਹੈ ਦਰਿਆਵਾਂ ਤੇ ਸਮੁੰਦਰਾਂ ਜਿੰਨੀ ਵਿਸ਼ਾਲ ਹੋ ਜਾਏਗੀ, ਫਿਰ ਤੂੰ ਛੋਟਿਆ ਜਿਹਾ ਨਾਲਾ ਨਹੀਂ ਬਣੇਗਾ। ਜਿਹੜੇ ਛੋਟੇ ਛੋਟੇ ਨਾਲੇ ਨੇ ਇਹ ਸੁੱਕ ਜਾਂਦੇ ਨੇ ਗਰਮੀਆਂ 'ਚ। ਇਸੇ ਤਰ੍ਹਾਂ ਮਨੁੱਖ ਜਿਹੜਾ ਜਿਹਦੀ ਸ਼ਖਸੀਅਤ ਵਿਸ਼ਾਲ ਨਹੀਂ ਹੈ ਉਹ ਸੁੱਕ ਜਾਂਦਾ ਹੈ। ਸੋ ਗੁਰੂ ਨੇ ਸਾਨੂੰ ਹਮੇਸ਼ਾ ਹੀ ਇੱਕ ਵਿਸ਼ਾਲ ਤੌਰ ਤੇ ਔਰ ਵਿਸ਼ਾਲਤਾ ਦਾ ਸੰਦੇਸ਼ ਜਿਹੜਾ ਹੈ, ਜਿਸ ਤਰ੍ਹਾਂ ਸ਼ੇਕਸਪੀਅਰ ਨੇ ਵੀ ਕਿਹਾ ਕਿ ਬਰੁਕਸ ਆਰ ਮਾਈ ਬੁਕਸ। ਇਹ ਜਿਹੜੀਆਂ ਬਰੁਕਸ ਮੈਨੇ ਜਿਹੜੀਆਂ ਨਦੀਆਂ ਨੇ, ਇਹ ਨਦੀਆਂ ਮੇਰੀਆਂ ਕਿਤਾਬਾਂ ਹਨ। ਬਰੁਕਸ ਆਰ ਮਾਈ ਬੁਕਸ। ਤੇ ਪ੍ਰੋਫੈਸਰ ਪੂਰਨਸ ਨੇ ਆਖਿਆ ਕਿ ਪੈਲੀਆਂ ਮੇਰੀਆਂ ਕਿਤਾਬਾਂ ਹੋਈਆਂ, ਜੱਟ ਬੂਟ ਮੇਰੇ ਯਾਰ ਵੋ। ਆ ਜਿਹੜੇ ਆਮ ਕਿਸਾਨ ਨੇ ਜੱਟ ਹਨ ਉਹ ਮੇਰੇ ਯਾਰ ਹਨ। ਔਰ ਪੈਲੀਆਂ ਜਿਹੜੀਆਂ ਖੁੱਲੀਆਂ ਡੁੱਲੀਆਂ ਪੈਲੀਆਂ, ਹਰਿਆਵਲ ਭਰੀਆਂ ਪੈਲੀਆਂ, ਉਹ ਮੇਰੀਆਂ ਕਿਤਾਬਾਂ ਹਨ। ਸੋ ਇਸ ਤਰ੍ਹਾਂ ਸਾਨੂੰ ਥੈਂਕ ਯੂ ਡਾਕਟਰ ਵਾਸੂ। ਹਾਂਜੀ, ਬੜੀ ਮਿਹਰਬਾਨੀ। ਥੈਂਕ ਯੂ। ਵੀ ਵਿਲ ਕਮ ਬੈਕ ਟੂ ਯੂ। ਗਿਆਨੀ ਵਿਰਸਾ ਸਿੰਘ ਜੀ ਦੇ ਪਹਿਲਾਂ ਵਿਚਾਰ ਲੈ ਲਓ ਜੀ। ਮੇਰੇ ਖਿਆਲ ਨਾਲ ਹਾਂਜੀ, ਗਿਆਨੀ ਵਿਰਸਾ ਸਿੰਘ ਜੀ ਦੇ ਪਹਿਲਾਂ ਵਿਚਾਰ ਲੈ ਲਓ, ਅਸੀਂ ਉਹਨਾਂ ਨੂੰ ਸੁਣਨਾ ਚਾਹੁੰਦੇ ਹਾਂ। ਗਿਆਨੀ ਵਿਰਸਾ ਸਿੰਘ ਜੀ, ਥੈਂਕ ਯੂ ਫॉर ਜੁਆਇਨਿੰਗ ਅਸ। ਤੇ ਤੁਸੀਂ ਆਪਣੇ ਵੱਲੋਂ ਕੋਈ ਗੁਰੂ ਹਰਿਰਾਏ ਸਾਹਿਬ ਨਾਲ ਗੱਲ ਕਰਨੀ ਹੋਵੇ ਤੇ ਕਰੋ। ਗਿਆਨੀ ਵਿਰਸਾ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਸੁਣ ਰਹੀ। ਗਿਆਨੀ ਵਿਰਸਾ ਸਿੰਘ, ਤੁਹਾਡੀ ਆਵਾਜ਼ ਨਹੀਂ ਸੁਣ ਰਹੀ। ਹੈਲੋ, ਆਵਾਜ਼ ਆ ਨਹੀਂ ਰਹੀ ਤੁਹਾਡੀ। ਹਾਂਜੀ ਹਾਂਜੀ ਹਾਂਜੀ, ਹੁਣ ਆਏਗੀ। ਫਿਰ ਕਰੋ ਆਪਣੇ ਆਪ ਨੂੰ ਅਨਮਿਊਟ। ਨਹੀਂ, ਆਵਾਜ਼ ਆ ਨਹੀਂ ਰਹੀ। ਹਾਂ, ਈਅਰਫੋਨ ਆਪਣੇ ਕੱਢ ਦੋ, ਨਹੀਂ ਤਾਂ ਸਿੱਧੀ ਗੱਲ ਕਰਕੇ ਦੇਖ। ਹੁਣ ਕੋਈ ਈਅਰਫੋਨ ਕੱਢ ਕੇ ਸਿੱਧੀ ਗੱਲ ਕਰਕੇ ਦੇਖ। ਹਾਂਜੀ, ਕਰੋ ਗੱਲ। ਚਲੋ, we will come back to you। ਆਪਣੇ ਸਰਦਾਰ ਜਸਵੀਰ ਸਿੰਘ ਜੀ, ਡਾਕਟਰ ਸਰਨਾ, ਤੁਸੀਂ ਪ੍ਰਚਾਰ ਦੇ ਮਸਲੇ ਦੇ ਵਿੱਚ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੇ ਯਾਤਰਾਵਾਂ ਨੇ ਜਾਂ ਜਿਹੜੇ ਉਹਨਾਂ ਦੇ ਵਿਜ਼ਿਟਸ ਨੇ ਜੰਮੂ ਕਸ਼ਮੀਰ ਦੇ ਇਲਾਕੇ ਵੱਲ, ਉਹਨਾਂ ਬਾਰੇ ਕੁਝ ਆਪਣੇ ਵਿਚਾਰ ਦੱਸੋ। ਜੀ, ਗੁਰੂ ਹਰਿਰਾਏ ਸਾਹਿਬ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਹੈ ਜੀ, ਕਸ਼ਮੀਰ ਦਾ ਵਿਜ਼ਿਟ ਉਹਨਾਂ ਦਾ ਸਾਰੇ ਜਾਣਦੇ ਨੇ ਉਸ ਬਾਰੇ। ਤੇ ਗੁਰੂ ਗੋਬਿੰਦ ਸਿੰਘ ਜੀ ਜੰਮੂ ਤੱਕ ਆਏ ਸਨ ਹੈ ਜੀ, ਉਹਨਾਂ ਦਾ ਵਿਜ਼ਿਟ ਵੀ ਡਾਕੂਮੈਂਟ ਹੋ ਗਿਆ ਦਾ। ਤੇ ਜਿਹੜਾ ਗੁਰੂ ਹਰਿਰਾਏ ਸਾਹਿਬ ਦਾ ਵਿਜ਼ਿਟ ਹੈ ਕਸ਼ਮੀਰ ਦਾ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਇਸ ਬਾਰੇ ਹੈ ਜੀ। ਤੇ ਇਸ ਤੇ ਮੈਂ ਕੋਸ਼ਿਸ਼ ਕਰਾਂਗਾ ਅੱਜ ਥੋੜਾ ਚਾਨਣਾ ਪਾਉਣ ਦੀ ਹੈ ਜੀ। ਗੁਰੂ ਹਰਿਰਾਏ ਸਾਹਿਬ ਨੇ ਲਹਿੰਦੇ ਪੰਜਾਬ ਵੱਲ ਧਰਮ ਪ੍ਰਚਾਰ ਦੇ ਸਫ਼ਰ 1659 ਤੋਂ 1660 ਤੱਕ ਕੀਤੇ। ਗੁਰੂ ਸਾਹਿਬ ਜਲਾਲਪੁਰ ਜੱਟਾਂ ਪਿੰਡ ਵਿੱਚ ਜੁਲਾਈ ਤੋਂ ਅਕਤੂਬਰ 1659 ਤੱਕ ਰਹੇ। ਗੁਰੂ ਸਾਹਿਬ ਇੱਥੇ ਨਿਤ ਦੀਵਾਨ ਸਜਾਉਂਦੇ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਪਰਪੱਕ ਕਰਦੇ ਰਹੇ। ਗੁਰੂ ਸਾਹਿਬ ਜਲਾਲਪੁਰ ਜੱਟਾਂ ਵਿੱਚ ਭਾਈ ਸਬਲਾ ਮਸੰਦ ਕੋਲ ਰਹੇ। ਗੁਰੂ ਸਾਹਿਬ ਅਤੇ ਸਿੱਖਾਂ ਦੀ ਸੇਵਾ ਭਾਈ ਸਬਲਾ ਮਸੰਦ, ਉਸ ਦੀ ਧਰਮ ਪਤਨੀ ਬੀਬੀ ਸੋਮਾ ਅਤੇ ਬੇਟੇ ਬਖਤ ਮੱਲ ਨੇ ਤਨ ਮਨ ਨਾਲ ਕੀਤੀ। ਬਰਸਾਤਾਂ ਦੇ ਮੌਸਮ ਵਿੱਚ ਗੁਰੂ ਸਾਹਿਬ ਇਸੇ ਪਿੰਡ ਵਿੱਚ ਠਹਿਰੇ। ਜਲਾਲਪੁਰ ਜੱਟਾਂ ਪਿੰਡ ਤੋਂ ਹੀ ਭਾਈ ਪਦਮਾ ਚੌਹਾਨ ਆਪਣੇ ਪਿੰਡ ਦੁਬੁਰਜੀ ਜ਼ਿਲ੍ਹਾ ਸਿਆਲਕੋਟ ਲੈ ਗਿਆ। ਕੁਝ ਦਿਨ ਗੁਰੂ ਸਾਹਿਬ ਇਸ ਪਿੰਡ ਵਿੱਚ ਧਰਮ ਪ੍ਰਚਾਰ ਕਰਦੇ ਰਹੇ। ਇੱਥੇ ਹੀ ਭਾਈ ਕੀਰਤੀਆ ਗੁਰੂ ਸਾਹਿਬ ਨੂੰ ਆਪਣੇ ਘਰ ਗਲੋਟੀਆਂ ਖੁਰਦ, ਜੋ ਅੱਜ ਕੱਲ੍ਹ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਵਿੱਚ ਆਉਂਦਾ ਹੈ, ਲੈ ਗਿਆ। ਇੱਥੇ ਗੁਰੂ ਸਾਹਿਬ ਦਸੰਬਰ ਤੋਂ ਫਰਵਰੀ 1660 ਤੱਕ, ਭਾਵ ਸਰਦੀਆਂ ਦਾ ਮੌਸਮ, ਸਿਆਲ ਭਾਈ ਕੀਰਤੀਆ ਕੋਲ ਹੀ ਰਹੇ। ਗਲੋਟੀਆਂ ਖੁਰਦ ਵਿੱਚ ਰਹਿ ਕੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਰਹੇ ਅਤੇ ਕਈਆਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਕੀਤਾ। 28 ਮਾਰਚ ਤੋਂ ਲੈ ਕੇ ਅੱਧ ਅਪ੍ਰੈਲ 1660 ਵਿੱਚ ਗੁਰੂ ਸਾਹਿਬ ਸਿਆਲਕੋਟ ਸ਼ਹਿਰ ਵਿੱਚ ਹੀ ਰਹੇ। ਇੱਥੇ ਗੁਰੂ ਸਾਹਿਬ ਦੀ ਭਾਈ ਨੰਦ ਲਾਲ ਪੁਰੀ, ਜੋ
ਇਹ ਹਕੀਕਤ ਰਾਏ ਸ਼ਹੀਦ ਹੋਏ ਨੇ। ਦਾਦਾ ਸੀ ਉਹਨਾਂ ਦਾ, ਹੈ ਜੀ। ਅਤੇ ਉਸ ਦੀ ਧਰਮ ਪਤਨੀ, 2 ਬੱਚਿਆਂ ਭਾਈ ਬਾਗਮਲ ਤੇ ਭਾਈ ਭਾਗਮਲ ਨੇ ਤਹਿ ਦਿਲੋਂ ਸੇਵਾ ਕੀਤੀ। ਗੁਰੂ ਸਾਹਿਬ ਨੇ ਨੰਦ ਲਾਲ ਪੁਰੀ ਨੂੰ ਸਿੱਖੀ ਦੀ ਦਾਤ ਬਖਸ਼ਣ ਸਮੇਂ ਕਿਹਾ ਸੀ ਕਿ ਕੇਸ ਨਹੀਂ ਕਤਲ ਕਰਨੇ, ਟੋਪੀ ਨਹੀਂ ਪਹਿਨਣੀ ਅਤੇ ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਅੱਧ ਅਪ੍ਰੈਲ 1660 ਵਿੱਚ ਭਾਈ ਮੱਖਣ ਸ਼ਾਹ ਵਣਜਾਰਾ ਵੀ ਆਪਣੇ ਟਾਂਡੇ ਸਮੇਤ ਸਿਆਲਕੋਟ ਸ਼ਹਿਰ ਵਿੱਚ ਆਇਆ। ਉਸਨੇ ਗੁਰੂ ਸਾਹਿਬ ਨੂੰ ਸ੍ਰੀਨਗਰ ਕਸ਼ਮੀਰ ਦੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਉਸ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਉਸਦੇ ਟਾਂਡੇ ਨਾਲ ਸ੍ਰੀਨਗਰ ਵੱਲ ਤੁਰ ਪਏ। ਗੁਰੂ ਹਰਿਰਾਏ ਸਾਹਿਬ ਦੀ ਕਸ਼ਮੀਰ ਯਾਤਰਾ ਦਾ ਜ਼ਿਕਰ ਭਟਵਾਈ, ਤਲਵੰਡਾ, ਫਰਗਾਣਾ, ਜੀਂਦ ਵਿੱਚ ਵੀ ਆਇਆ ਹੈ। ਗੁਰੂ ਹਰਿਰਾਏ जी महल 7वां, बेटा बाबा गुरदित्ता जी का संमत 17 से 17 कृष्णा पक्के जेठ मास की पंचमी के दिन श्रीनगर आए। कश्मीर देश में गैल मक्खन शाह आया बेटा दासे का। थोड़ा जिहा पैसा सरदार जसवीर सिंह जी थोड़ा जिहा कंसाइज करो इसनूं, क्योंकि साडा को टाइम लिमिटेड है। हाँ जी, अच्छा जी 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 जी, हाँ जी। अच्छा, गैर मक्खन शाह आया बेटा दासे का, पोता बिन्ने का, नाते बहुड़ू के बंस सावन की पोलिया गोत्र बंजारा। गैर मक्खू चंद आया चेला अलमस्त जी का, पोता गुरदित्ता जी का, पड़पोता चेला बाबा श्री चंद जी का, नाती बंस गुरु नानक जी की और सिख पीर आए। हाँ जी भाई साहब, शाह के टांडे में 4 मास कश्मीर देश रहे जी। हाँ जी सरदार जसवीर सिंह सरना जी, क्योंकि साडी जिहड़ी हैगी आ फोकस हैगा इत्थे भी जिहड़ा प्रचार महाराज ने जिहड़ा कीता ओदी क्वालिटी की सी, ਉਹ प्रचार ਨੂੰ देख के किस तरह मतलब सिੱਖੀ ਜਿਹੜੀ ਵਧੀ ਫੁੱਲੀ ਆ, ਉਹਦੇ ਥੋੜੇ ਜਿਹੇ ਡਿਟੇਲ ਸਾਨੂੰ ਸਾਂਝੇ ਕਰੋ ਸਾਡੇ ਨਾਲ। ਇਹ ਜਿਹੜੇ ਬੰਸਾਵਲੀ ਵਾਨੇ ਨੇ ਇਹਨਾਂ ਨੂੰ ਜਰਾ omit ਕਰੋ ਇਹਦੇ ਵਿੱਚ। ਠੀਕ ਹੈ ਜੀ ਜੀ। श्रीनगर पुज के गुरु हरिराय साहब ने सिख संगतां ते खासकर भाई दासा, पिता मक्खण शाह, भाई अड़ूराम, पिता भाई किरपाराम, माधू शाह सोढी, भाई सेवादास, भाई रामगढ़िया दे तह दिलों जी आया आख्या। गुरु हरिराय साहब श्रीनगर के आस-पास के इलाकों में गए ਅਤੇ फिर मटन साहिब गए, जिथे गुरु नानक साहब ने पहला अपने मुबारक कदम पाए सन। गुरु साहब कश्मीर में पूरे 4 महीने रहे। याद रहे कि गुरु साहब कश्मीर 20 अप्रैल 1660 ਨੂੰ ਪੁੱਜੇ ਸਨ। कश्मीर में गुरु साहब ने काफी धर्म प्रचार किया। श्रीनगर ਵਿੱਚ काफी ਸਮਾਂ गुरु साहब हरी पर्वत ਦੇ ਕੋਲ ਇੱਕ ਨੀਵੀਂ ਜਾਤ ਦੇ ਬ੍ਰਾਹਮਣ ਦੇ ਘਰ ਠਹਿਰੇ। ਇੱਥੇ ਪਾਸ ਹੀ ਭਾਈ ਸੇਵਾਦਾਸ, ਭਾਈ ਮਾਧੋ ਸੋਢੀ, ਭਾਈ ਰਾਮਗੜੀਆ ਗੁਰਸਿੱਖ ਨਿਵਾਸ ਰੱਖਦੇ ਸਨ। ਦੇਖੋ ਹਰੀ पर्वत ਦੇ ਕੋਲ ਹੀ Excuse me, please mute yourself when you're talking to, if someone is talking in your house or anywhere. We don't want our program to be disturbed. हरी पर्वत ਦੇ ਕੋਲ ਹੀ ਜਿੱਥੇ ਗੁਰੂ ਸਾਹਿਬ ਠਹਿਰੇ ਸਨ, ਉੱਥੇ ਬਾਅਦ ਵਿੱਚ ਚਾਹੇ ਗੁਰੂ ਹਰਿਰਾਏ ਗੁਰਦੁਆਰਾ ਉਸਾਰਿਆ ਗਿਆ ਸੀ। ਇਸ ਥਾਂ ਨੂੰ ਪਹਿਲਾਂ ਸਤਿਗੁਰੂ ਦੇਵੀ ਅੰਗਣ ਹੱਕ ਬਾਜ਼ਾਰ ਆਖਿਆ ਜਾਂਦਾ ਸੀ। ਇਸ ਗੁਰਦੁਆਰੇ ਨੂੰ ਹੋਰ ਤਫਸੀਰ ਫਾਰਸੀ ਦੀ ਹੱਥ ਲਿਖਤ ਦਸਤੂਰ ਅਲ ਅਮਲਾ, ਜਿਸ ਨੂੰ ਭੁਲੇਖੇ ਨਾਲ ਬਹੁਤਿਆਂ ਨੇ ਤਾਵਰੀ ਕਲਾਂ ਕਸ਼ਮੀਰ ਲਿਖਿਆ ਹੈ, ਵਿੱਚ ਅੱਛਾ ਭਾਈ ਸਾਹਿਬ ਜ਼ਿਕਰ ਮਿਲਦਾ ਜੀ। ਡਾਕਟਰ ਸਰਨਾ, ਇਹ ਗੁਰੂ ਸਾਹਿਬ ਦੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਇੰਨਾ ਉਹਨਾਂ ਨੇ ਪ੍ਰਚਾਰ ਕੀਤਾ, ਇਹ ਕੀ ਕਾਰਨ ਹੈ ਕਿ ਸਿੱਖਾਂ ਦੀ ਗਿਣਤੀ ਇੰਨੀ ਕਿਉਂ ਘੱਟ ਹੈ ਕਸ਼ਮੀਰ ਦੇ ਵਿੱਚ? ਇਹ ਤੇ ਦੇਖੋ ਜੀ, ਉਹ ਸਮੇਂ-ਸਮੇਂ ਤੇ ਸਿੱਖ ਬਣਦੇ ਰਹੇ ਨੇ, ਹੈ ਜੀ। ਗੁਰੂ ਸਾਹਿਬ ਦੇ ਸਮੇਂ ਵੀ ਜੋ ਆਏ ਨੇ ਇਸ ਦਾਇਰੇ ਵਿੱਚ ਆਉਂਦੇ ਰਹੇ, ਕੁਟੁੰਬ ਵਿੱਚ ਸ਼ਾਮਲ ਹੁੰਦੇ ਰਹੇ, ਤੇ ਉਸ ਬਾਰੇ ਬਹੁਤਾ ਵਿਸਥਾਰ ਨਾਲ ਜ਼ਿਕਰ ਹਿਸਟਰੀ ਵਿੱਚ ਨਹੀਂ ਆਉਂਦਾ ਕਿ ਗੁਰੂ ਸਾਹਿਬ ਨੇ ਯਾਨੀ ਜਿੰਨਾ ਵੀ ਪ੍ਰਚਾਰ ਕੀਤਾ ਹੈ ਜੀ, ਉਹ ਤੇ ਬਣੇ ਨੇ ਉਸ ਵਿੱਚ, ਹੈ ਜੀ। ਸਿੱਖੀ ਧਾਰਨ ਕੀਤੀ ਉਹਨਾਂ ਨੇ, ਹੈ ਜੀ। ਇਸ ਜਿਹੜਾ ਮੇਰਾ ਫੋਕਸ ਹੈ ਉਹ ਤੇ ਗੁਰਦੁਆਰੇ ਹਰਿਰਾਏ ਸਾਹਿਬ ਬਾਰੇ ਹੈ ਜੀ। ਗੁਰੂ ਹਰਿਰਾਏ ਸਾਹਿਬ ਜਦੋਂ ਇੱਥੇ, ਉਹ ਸਿੱਖ ਰਾਜ ਦੇ ਸਮੇਂ ਇਸ ਗੁਰਦੁਆਰੇ ਦਾ ਗ੍ਰੰਥੀ ਦੀਵਾਨ ਸਿੰਘ ਹੁੰਦਾ ਸੀ, ਹੈ ਜੀ। ਸਿੱਖ ਰਾਜ ਸਮੇਂ ਇਸ ਇਤਿਹਾਸਕ ਸਥਾਨ ਨਾਲ 248 ਕਨਾਲ ਜ਼ਮੀਨ ਦੀ ਜਾਗੀਰ ਹੁੰਦੀ ਸੀ। ਇੱਕ ਮਿੰਟ ਗਿਆਨੀ ਜੀ, ਡਾਕਟਰ ਸਾਹਿਬ,
ਸਾਨੂੰ ਵਿਲ ਹੈਵ ਟੂ ਸਕਿਪ ਦੈਟ ਪਾਰਟ, ਕਿਉਂਕਿ ਸਾਡਾ ਜਿਹੜਾ ਫੋਕਸ ਹੈ ਉਹ ਉਹਨਾਂ ਦੇ ਪ੍ਰਚਾਰ ਤੇ ਉਹਨਾਂ ਦੇ ਮਿਸ਼ਨ ਬਾਬਤ ਹੈ। ਹਿਸਟਰੀ ਜਿਹੜੀ ਹੈ ਗੁਰਦੁਆਰਿਆਂ ਦੀ ਜਿਹੜੀ ਹੈ ਉਹਦੇ ਵਿੱਚ ਸਾਡੇ ਕੋਲ ਇਸ ਵੇਲੇ ਟਾਈਮ ਨਹੀਂ ਹੈ। ਸੋ ਆਲ ਕਮ ਬੈਕ ਟੂ ਯੂ, ਉਸ ਲਈ ਤੁਸੀਂ ਆਪਣੇ ਵਿਚਾਰ ਦੱਸਣੇ। ਭਾਈ ਵਿਰਸਾ ਸਿੰਘ ਜੀ ਤੁਸੀਂ ਦੱਸੋ ਜਰਾ, ਆਪਣਾ ਕੁਝ ਚੀਜ਼ ਸ਼ੇਅਰ ਕਰਨੀ ਹੋਵੇ। ਹੈਲੋ ਭਾਈ ਵਿਰਸਾ ਸਿੰਘ, ਤੁਹਾਡੀ ਆਵਾਜ਼ ਨਹੀਂ ਆ ਰਹੀ। ਅੱਛਾ ਚਲੋ ਕੋਈ ਗੱਲ ਨਹੀਂ। ਭਾਈ ਮਨਦੀਪ ਸਿੰਘ, ਆਰ ਯੂ ਦੇਅਰ? ਭਾਈ ਮਨਦੀਪ ਵਾਹਿਗੁਰੂ ਸਿੰਘ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਗੁਰੂ ਹਰਿ ਮਹਾਰਾਜ ਦੇ ਬਾਬਤ ਜੋ ਹੈਗਾ ਇਹ ਵਿਚਾਰ ਜਿਹੜੀ ਹੈਗੀ ਆ ਭਾਈ ਜਸਪੀਰ ਸਿੰਘ ਜੀ ਨੇ ਜੋ ਦੱਸੀ ਹੈਗੀ ਆ, ਉਹਨਾਂ ਨੇ ਉੱਥੋਂ ਦੇ ਇਲਾਕੇ ਦਾ ਇਤਿਹਾਸ ਜਦੋਂ ਮਹਾਰਾਜ ਉੱਥੇ ਰਹੇ ਆ ਉਹਦੇ ਬਾਰੇ ਚਾਨਣਾ ਪਾਇਆ। ਮਹਾਰਾਜ ਦੇ ਨਾਲ ਕਿਉਂਕਿ ਇਤਿਹਾਸ ਦੇ ਵਿੱਚ ਹਮੇਸ਼ਾ ਇਹ ਚੀਜ਼ਾਂ ਹੁੰਦੀਆਂ ਹੈਗੀ, ਜਿੱਥੇ ਵਾਤਾਵਰਨ ਪ੍ਰੇਮੀ ਸੀਗੇ ਮਹਾਰਾਜ, ਉੱਥੇ ਜਿਹੜਾ ਜੰਗਾਂ ਦੇ ਯੁੱਧਾਂ ਦਾ ਜਿਹੜਾ ਅਭਿਆਸ ਹੈ ਵੀ ਨਾਲ ਨਾਲ ਕਰਦੇ ਹੈ, ਤੇ ਨਾਲ ਮਹਾਰਾਜ ਦੇ 2200 ਘੋੜ ਸਵਾਰ ਜਿਹੜੇ ਹਮੇਸ਼ਾ ਰਹਿੰਦੇ ਆ ਉਹਦਾ ਜ਼ਿਕਰ ਵੀ ਆਉਂਦਾ। ਇਹ ਤੋਂ ਇਲਾਵਾ ਮਹਾਰਾਜ ਦਾ ਜਿਹੜਾ ਪ੍ਰਚਾਰ ਖੇਤਰ ਸੀਗਾ ਉਹਦੇ ਵਿੱਚ ਇਹ ਸੁਣਨ ਨੂੰ ਮਿਲਦਾ ਹੈ ਕਿ ਮਹਾਰਾਜ ਨੇ 4 ਜਿਹੜੇ ਹੈਗੇ ਆ 3 ਸੰਗਤਾਂ ਤੇ 4 ਧੂਣੇ ਜਿਹੜੇ ਹੈਗੇ ਆ ਉਹ ਸਥਾਪਿਤ ਕੀਤੇ। ਇੱਕ ਪ੍ਰਚਾਰ ਕਰਨ ਦਾ ਇੱਕ ਢੰਗ ਸੀ ਕਹਿੰਦੇ। ਤੇ ਜਿਹੜਾ ਜੰਮੂ JNK ਵਾਲੀ ਜਾਂ ਕਸ਼ਮੀਰ ਵਾਲੀ ਸਾਈਡ ਦੇ ਉੱਤੇ ਵੀ ਇੱਕ ਜਿਹੜਾ ਹੈਗਾ ਗਰੁੱਪ, ਜਿਹੜਾ ਜਿਹਨੂੰ ਧੂਣੇ ਦਾ ਗਰੁੱਪ ਇਸ ਤਰ੍ਹਾਂ ਇੱਕ ਤਰੀਕੇ ਦੇ ਨਾਲ ਇਹ ਲਿਖਿਆ ਹੁੰਦਾ। ਇਹ ਸ਼ਾਇਦ ਇਹਦੇ ਨਾਲ ਬਹੁਤੇ ਇਤਿਹਾਸਕਾਰ ਸਹਿਮਤ ਹੋਣ ਜਾਂ ਨਾ ਹੋਣ, ਇਹ ਉਹਨਾਂ ਦੇ ਉੱਤੇ ਗੱਲ ਛੱਡ ਦਿੱਤੀ ਜਾਂਦੀ ਹੈ। ਮਗਰ 3 ਤਰ੍ਹਾਂ ਦੀਆਂ ਸੰਗਤਾਂ ਤੇ 4 ਤਰ੍ਹਾਂ ਦਾ ਇਹ ਪ੍ਰਚਾਰ ਜਿਹੜਾ ਹੈਗਾ ਆ ਇੱਕ ਇਹਦੇ ਵਿੱਚ ਜਿਹੜਾ ਹੈਗਾ ਸ਼ਾਮਿਲ ਹੁੰਦਾ, ਜਿਹਦੇ ਨਾਲ ਪ੍ਰਚਾਰ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜਾ ਹੈਗਾ ਸਿੱਖਾਂ ਦੇ ਵਿੱਚ ਜਿਹੜੀ ਸਿੱਖੀ ਦੇ ਵਿੱਚ ਵਾਧਾ ਵੀ ਹੁੰਦਾ ਆ। ਤੇ ਜਿਹੜਾ ਸ਼੍ਰੀ ਚੰਦਰ ਦੇ ਜਿਹੜੇ ਅੱਗੇ ਸੀਗੇ ਉਹ ਜਿਹੜੇ ਹੈਗੇ ਆ ਉਹ ਵੀ ਇਹਦੇ ਵਿੱਚ ਮਰਜ ਹੋ ਜਾਂਦੇ ਆ। ਜਿਹੜਾ ਸ਼੍ਰੀ ਚੰਦਰ ਅਰਦਾਸੀ ਪਰੰਪਰਾ ਜਿਹੜੀ ਹੈ ਨਾ ਗੁਰੂ ਹਰਿ ਮਹਾਰਾਜ ਦੇ ਸਮੇਂ ਜਿਹੜੀ ਹੈਗੀ ਇਹਦੇ ਵਿੱਚ ਮਰਜ ਹੋ ਜਾਂਦੀ ਹੈ। ਉਸ ਤੋਂ ਬਾਅਦ ਵਿੱਚ ਉਹਨਾਂ ਦੇ ਜਿਹੜੇ ਚੇਲੇ ਚਾੜ ਕੇ ਉਹਨਾਂ ਨੇ ਇਹਨਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ, ਮਗਰ ਗੁਰੂ ਹਰਿ ਮਹਾਰਾਜ ਦੇ ਸਮੇਂ ਜਿਹੜੀ ਹੈਗੀ ਆ ਉਹਨਾਂ ਨੇ ਜਿਹੜੀ ਉਦਾਸੀ ਸੰਪਰਦਾ ਸੀ ਉਹ ਗੁਰੂ ਸਿੱਖੀ ਪਰੰਪਰਾ ਦੇ ਨਾਲ ਰਲ ਕੇ ਉਹਨਾਂ ਨੇ ਇਕੱਠਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਡੇ ਇਲਾਕੇ ਦੇ ਵਿੱਚ ਜਲੰਧਰ ਵਾਲੀ ਸਾਈਡ ਦੇ ਉੱਤੇ ਇੱਕ ਪਿੰਡ ਹੈ, ਉਹਦਾ ਨਾਂ ਰਾਏਪੁਰ ਹੈ, ਜਿਹੜਾ 7ਵੇਂ ਪਾਤਸ਼ਾਹੀ ਦੇ ਨਾਮ ਦੇ ਉੱਤੇ ਹੈ। ਇੱਕ ਜ਼ਿਮੀਂਦਾਰ ਦੇ ਕੋਲ ਉਹ ਉੱਥੇ ਪਹੁੰਚੇ ਸਨ, ਉੱਥੇ ਭਲਾ ਕੀਤਾ ਗਿਆ। ਇਹ ਕਿਸ਼ਨਗੜ੍ਹ ਜਲੰਧਰ ਤੋਂ ਜਦੋਂ ਅਸੀਂ 10-15 ਕਿਲੋਮੀਟਰ ਜਿੱਦਾਂ ਨਾਰਥ ਵੱਲ ਨੂੰ ਸਾਡੇ ਵਾਲੀ ਸਾਈਡ ਨੂੰ ਜਦੋਂ ਆਉਂਦੇ ਹਾਂ ਤੇ ਉਦੋਂ ਗੁਰੂ ਹਰਿ ਮਹਾਰਾਜ ਦੇ ਨਾਂ ਦੇ ਉੱਤੇ ਉੱਥੇ ਗੁਰੂ ਕਾ ਤਾਲ ਜਿਹੜਾ ਗੁਰਦੁਆਰਾ ਸਾਹਿਬ ਵੀ ਸ਼ੋਭਿਤ ਹੈ। ਤੇ ਉੱਥੇ ਜ਼ਿਮੀਂਦਾਰ ਦੇ ਮਹਾਰਾਜ ਉੱਥੇ ਘਰ ਇੱਕ ਦੇ ਵਿੱਚ ਪਹੁੰਚੇ ਸਨ, ਉੱਥੇ ਸੰਗਤਾਂ ਨੂੰ ਦਰਸ਼ਨ ਦਿੱਤੇ ਸਨ। ਇਹ ਵੀ ਇੱਕ ਤਰ੍ਹਾਂ ਦਾ ਇਤਿਹਾਸ ਹੁੰਦਾ ਹੈ। ਤੇ ਇਹ ਤੋਂ ਬਾਅਦ ਦੇ ਵਿੱਚ ਜੋ ਇਤਿਹਾਸ ਵਾਪਰਦਾ ਹੈ ਤੇ ਉਹਦੇ ਵਿੱਚ ਦਾਰਾ ਸ਼ਕੂਰ ਦੀ ਜਿਹੜੀ ਮਦਦ ਕਰਨੀ, ਇਹ ਤੋਂ ਬਾਅਦ ਉਹਦੀ ਸਪੋਰਟ ਕਰਨੀ, ਤੇ ਇਹਦੇ ਦੌਰਾਨ ਹੀ ਜਿਹੜਾ ਹੈਗਾ ਫਿਰ ਔਰੰਗਜ਼ੇਬ ਜਿਹੜਾ ਹੈਗਾ ਬੈਠਦਾ, ਫਿਰ ਉਹ ਕੁਐਸਚਨ ਕਰਨ ਦੇ ਵਾਸਤੇ ਆਪਣੇ ਪ੍ਰਤੀਨਿਧੀ ਜਿਹੜੇ ਹੈਗੇ ਦਿੱਲੀ ਮੰਗਾਉਣ ਨੂੰ ਜਿਹੜੀ ਗੱਲ ਕਰਦਾ ਹੈਗਾ। ਤੇ ਆਉਣ ਵਾਲੇ ਸਮੇਂ ਵਿੱਚ ਘਟਨਾਵਾਂ ਵਾਪਰਦੀਆਂ। ਤੇ ਇਹ ਤੋਂ ਬਾਅਦ ਜਦੋਂ ਅਸੀਂ ਮਹਾਰਾਜ ਦੇ ਨਿਰਮਲ ਸੁਭਾਅ ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਨਾਲ ਜਿੱਦਾਂ ਰਾਮ ਰਾਏ ਜਾ ਕੇ ਉੱਥੇ ਸਰਕਾਰ ਦੇ ਨਾਲ ਰਲ ਜਾਂਦਾ ਤੇ ਫਿਰ ਮਹਾਰਾਜ ਉਹਨੂੰ ਕਹਿੰਦੇ ਆ ਕਿ ਤੂੰ ਆਪਣਾ ਵੱਡਾ ਪੁੱਤਰ ਜਿਹੜਾ ਬੜਾ ਪਿਆਰਾ ਪੁੱਤਰ ਹਰੇਕ ਦਾ ਹੁੰਦਾ ਹੈ, ਤੇ ਜਦੋਂ ਬਾਣੀ ਦੀਆਂ ਤੁਕਾਂ ਬਦਲਣ ਦੀ ਗੱਲ ਕਰਦਾ ਹੈ ਗੌਰਮੈਂਟ ਦੇ ਪ੍ਰਭਾਵ ਦੇ ਹੇਠਾਂ ਕਰਕੇ, ਸਰਕਾਰ ਦੇ ਪ੍ਰਭਾਵ ਦੇ ਹੇਠਾਂ ਕਰਕੇ, ਤੇ ਫਿਰ ਮਹਾਰਾਜ ਕਹਿੰਦੇ ਕਿ ਮੈਂ ਸਾਰੀ ਉਮਰ ਤੇਰਾ ਮੂੰਹ ਨਹੀਂ ਦੇਖਣਾ, ਤੇ ਤੇਰਾ ਜਿੱਧਰ ਨੂੰ ਮੂੰਹ ਹੈ ਤੂੰ ਉਧਰ ਨੂੰ ਚਲਿਆ ਜਾ। ਇਹਦੇ ਨਾਲ ਮਹਾਰਾਜ ਜਿਹੜੇ ਗੁਰਮਤ ਦੀ ਤੋਹੀਨ ਕਰਨ ਵਾਲੇ, ਚਾਹੇ ਉਹ ਉਹਨਾਂ ਦਾ ਸਕਾ ਪੁੱਤਰ ਵੀ ਸੀ, ਜੇ ਉਹਨੇ ਵੀ ਇਹ ਗੱਲ ਕੀਤੀ ਤੇ ਮਹਾਰਾਜ ਨੇ ਸਾਰੀ ਉਮਰ ਉਹਨੂੰ ਆਪਣੇ ਮੂੰਹ ਨਾਲ ਨਹੀਂ ਲਗਾਇਆ। ਜਿੱਥੇ ਮਹਾਰਾਜ ਇਨਸਾਫ ਪਸੰਦ ਕੋਮਲ ਸੁਭਾਅ ਦੇ ਸੀ, ਜਦੋਂ ਗੁਰਬਾਣੀ ਦੇ ਸਤਿਕਾਰ ਦੀ ਗੱਲ ਆਈ ਤੇ ਮਹਾਰਾਜ ਨੇ ਆਪਣਾ ਜਿਹੜਾ ਜਿਗਰੇ ਲਖਤੇ ਜਿਗਰ ਜਿਹੜਾ ਸੀਗਾ ਉਹਨੂੰ ਵੀ ਜਿਹੜਾ ਹੈਗਾ ਮੂੰਹ ਨਹੀਂ ਲਗਾਇਆ। ਇਹ ਮਹਾਰਾਜ ਦੀ ਜਿਹੜਾ ਇਤਿਹਾਸ ਹੈ ਜਾਂ ਉਹਨਾਂ ਦੇ ਵਿਚਾਰ ਹੈ, ਪ੍ਰਚਾਰ ਦਾ ਤਰੀਕਾ ਜਿਹੜਾ ਹੈਗਾ, ਇਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਸ਼ਾਮਿਲ ਹੁੰਦੀਆਂ। ਇਸ ਗਿਆਨ ਦੇ ਵਿੱਚ ਮੇਰੇ ਨਾਲ ਦੇ ਜਿਹੜੇ ਪ੍ਰਚਾਰਕ ਹੈ ਉਹ ਵਾਧਾ ਕਰਨਗੇ। ਮੈਂ ਆਪਣੇ ਵੱਲੋਂ ਸੰਖੇਪ ਜਾਣਕਾਰੀ ਪ੍ਰਵਾਨ ਕਰ। ਥੈਂਕ ਯੂ ਜੀ, ਥੈਂਕ ਯੂ। ਵਾਹਿਗੁਰੂ ਜੀ ਕੀ ਫਤਿਹ। ਆਲ ਗੋ ਟੂ ਪਾਟਿਆ ਸਾਹਿਬ। ਪਾਟਿਆ ਸਾਹਿਬ ਆਰ ਯੂ ਦੇਅਰ? ਪਾਟਿਆ ਸਾਹਿਬ, ਅੱਛਾ ਡਾਕਟਰ ਇੰਦਰਜੀਤ ਸਿੰਘ, ਤੁਸੀਂ ਸਾਨੂੰ ਇਹ ਦੱਸੋ ਕਿ ਬਈ ਇਹ ਜਿਹੜਾ ਹੈਗਾ ਉਦਾਸੀ ਜਿਹੜੇ ਨੇ ਸਾਡੇ ਤੋਂ ਅਲੱਗ ਕਿਵੇਂ ਹੋ ਗਏ? ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਵੱਡਾ ਪੁੱਤਰ ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਬਾਬਾ ਸ੍ਰੀ ਚੰਦ ਨੂੰ, ਬਾਅਦ ਦੇ ਵਿੱਚ ਇਹਨਾਂ ਦਾ ਮੇਲ ਜੋਲ ਗੁਰੂ ਹਰਰਾਏ ਸਾਹਿਬ ਦੇ ਮੌਕੇ ਹੋ ਗਿਆ, ਤੇ ਇਹ ਫਿਰ ਅਲੱਗ-ਅਲੱਗ ਕਿਉਂ ਹੋ ਗਿਆ? ਉਦਾਸੀ ਜਿਹੜੇ ਨੇ ਅੱਜ ਕੱਲ ਸਾਡਾ ਹਿੱਸਾ ਨਹੀਂ ਰਹੇ, ਇਹ ਕੀ ਗੱਲ ਹੋ ਗਈ ਹੈ?
ਦਰਅਸਲ ਜੀ ਉਦਾਸੀਆਂ ਦੀ ਜੋ ਜੀਵਨ ਦਾ ਢੰਗ ਹੈ ਜੀਣ ਦਾ, ਉਹ ਗੁਰਮਤਿ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਕਿਉਂਕਿ ਉਦਾਸੀ ਜਿਹੜੇ ਨੇ ਉਹ ਗ੍ਰਸਤ ਮਾਰਗ ਨੂੰ ਜਿਹੜੇ ਨਿੰਦੇ ਨੇ ਔਰ ਗ੍ਰਸਤ ਵਿੱਚ ਆਉਣ ਨੂੰ ਉਹ ਰੋਕ ਸਮਝਦੇ ਨੇ ਕਿ ਇਹ ਇਸ ਕਰਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਚੰਦ ਜੀ ਨੂੰ ਗੱਦੀ ਵੀ ਇਸ ਲਈ ਸੀ ਦਿੱਤੀ ਕਿਉਂਕਿ ਉਹਨਾਂ ਦਾ ਮਾਰਗ ਜਿਹੜਾ ਹੈ ਉਹ ਹੋਰ ਸੀਗਾ। ਉਹਦਾ ਕਰਮੰਡਲ ਚੁੱਕ ਕੇ ਤੇ ਆਪਣਾ ਘਰੇਲੂ ਜੀਵਨ ਜਿਹੜਾ ਸਮਾਜਿਕ ਜੀਵਨ ਹੈ, ਜਿਹੜਾ ਕਿ ਸਿੱਖੀ ਦੀ ਨੀਂਹ ਹੈ, ਅਸੀਂ ਸੰਸਾਰ ਦੇ ਰਾਹੀਂ ਨਿਰੰਕਾਰ ਤੱਕ ਪਹੁੰਚਦੇ ਹਾਂ ਤੇ ਇਹ ਸੰਸਾਰ ਨੂੰ ਨਗੇਟ ਕਰ ਦਿੰਦੇ ਨੇ, ਪਹਿਲੇ ਹੀ ਸੋਸ਼ਲ ਲਾਈਫ ਤੋਂ ਪਾਰ ਚਲੇ ਜਾਂਦੇ ਨੇ। ਇਸ ਕਰਕੇ ਗੁਰੂ ਨਾਨਕ ਤੋਂ ਸਾਹਿਬ ਤੋਂ ਬਾਅਦ ਵੀ ਮਹਾਰਾਜ ਸ੍ਰੀ ਚੰਦ ਜਿਹੜੇ ਨੇ ਉਹ ਬੜੇ ਵੱਡੇ ਵੈਸੇ ਪ੍ਰਚਾਰਕ ਸਨ। ਉਹਨਾਂ ਕਸ਼ਮੀਰ 'ਚ ਜਾ ਕੇ ਆਪਣਾ ਕਾਬਲ 'ਚ ਜਾ ਕੇ ਪ੍ਰਚਾਰ ਵੀ ਕੀਤਾ ਸੀ, ਪਰ ਉਹਨਾਂ ਦੀ ਕਿਉਂਕਿ ਉਹ ਗ੍ਰਸਤ ਮਾਰਗ ਤੋਂ ਦੂਰ ਸਨ, ਸਮਾਜਿਕ ਜੀਵਨ ਤੋਂ ਦੂਰ ਸਨ, ਤੇ ਇਸ ਕਰਕੇ ਗੁਰੂ ਅੰਗਦ ਸਾਹਿਬ ਵੇਲੇ ਤੇ ਗੁਰੂ ਅਮਰਦਾਸ ਸਾਹਿਬ ਵੇਲੇ ਬਕਾਇਦਾ ਗੁਰੂਆਂ ਨੇ ਇੱਕ ਲਹਿਰ ਚਲਾਈ ਸੀ ਕਿ ਕਿਉਂਕਿ ਉਹ ਜਿਹੜਾ ਉਦਾਸੀ ਪਰੰਪਰਾ ਹੈ ਉਹਦਾ ਬਹੁਤ ਵਿਕਾਸ ਹੋ ਰਿਹਾ ਸੀ, ਤੇ ਜੇ ਉਹ ਵਿਕਾਸ ਹੋ ਜਾਂਦਾ ਤੇ ਸਿੱਖ ਵੀ ਜਿਹੜੇ ਨੇ ਕਰਮੰਡਲ ਚੁੱਕ ਕੇ ਤੇ ਹਰਿਦੁਆਰ ਵਰਗੇ ਜਿਵੇਂ ਉੱਥੇ ਸਾਧੂ ਤੁਰੇ ਫਿਰਦੇ ਨੇ ਇਸੇ ਤਰ੍ਹਾਂ ਤੁਰੇ ਫਿਰਨਾ ਸੀ। ਇਸ ਕਰਕੇ ਇਹਦਾ ਵੇ ਆਫ ਲਾਈਫ ਜੋ ਹੈ, ਜੀਵਨ ਜਾਚ ਜੋ ਹੈ, ਉਹ ਸਾਡੀ ਕਿਉਂਕਿ ਸੰਸਾਰ ਮੁਖ ਹਾਂ ਅਸੀਂ ਲੋਕ, ਸਿੱਖ ਲੋਕ ਜਿਹੜੇ ਨੇ ਉਹ ਸੰਸਾਰ ਮੁਖ ਪਹਿਲੇ ਨੇ। ਇਹ ਲੋਕ ਸੁਖੀ ਤੇ ਪਰਲੋਕ ਸੁਹੇਲੇ ਦਾ ਮਾਰਗ ਹੈ। ਅਸੀਂ ਲੋਕ ਜੀਵਨ ਨੂੰ ਇਸ ਕਰਕੇ ਸਾਡਾ ਤੇ ਬਾਬਾ ਗੁਰਦਿੱਤਾ ਜੀ ਸਨ ਉਹ ਮੰਗ ਲਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ, ਉਹ ਮੰਗ ਲਿਆ ਸੀ ਸ੍ਰੀ ਚੰਦ ਜੀ ਨੇ ਕਿ ਸਾਨੂੰ ਇਹ ਬਾਬਾ ਗੁਰਦਿੱਤਾ ਸੀ ਆਪਣੇ ਦੇ ਦਿਓ, ਕਿਉਂਕਿ ਉਹ ਆਪਣਾ ਗੁਰਗੱਦੀ ਦਾ ਅਗਲਾ ਗੱਦੀ ਨਸ਼ੀਨ ਲੱਭਣਾ ਚਾਹੁੰਦੇ ਸਨ। ਤੇ ਗੁਰਦਿੱਤਾ ਸੀ ਜੀ ਪਰਸਨੈਲਿਟੀ, ਉਹਨਾਂ ਦਾ ਰੰਗ ਰੂਪ ਜਿਹੜਾ ਹੈ ਉਹ ਬਹੁਤ ਹੀ ਇੱਕ ਲੁਭਾਉਣਾ ਸੀ, ਤੇ ਇਸ ਕਰਕੇ ਗੁਰੂ ਹਰਗੋਬਿੰਦ ਜੀ ਨੇ ਆਪਣੇ ਪੁੱਤਰ ਨੂੰ ਗੁਰਦਿੱਤਾ ਜੀ ਨੂੰ ਸੌਂਪਤਾ ਤੇ ਉਹਨਾਂ ਨੇ ਅੱਗੋਂ ਆਪਣੀ ਗੱਦੀ ਚਲਾ ਲਈ ਸੀ। ਸੋ ਇਸ ਤਰ੍ਹਾਂ ਕਰਕੇ ਬਾਬਾ ਗੁਰਦਿੱਤਾ ਠੀਕ ਹੈ ਨਹੀਂ ਪਰ ਡਾਕਟਰ ਵਾਸੂ, ਬਾਬਾ ਗੁਰਦਿੱਤਾ ਜੀ ਤਾਂ ਆਲਰੇਡੀ ਮੈਰਿਡ ਸੀਗੇ, ਉਹਨਾਂ ਦੇ ਤਾਂ ਅਗਾਂਹ ਬੱਚੇ ਸੀਗੇ, ਹਾਂਜੀ। ਬਾਬਾ ਸ੍ਰੀ ਚੰਦ ਵਿਆਹ ਕਰਾਉਣ ਦੇ ਹੱਕ ਦੇ ਵਿੱਚ ਨਹੀਂ ਸੀ। ਇਹ ਗੱਲ ਫਿਰ ਕਿਵੇਂ ਚੱਲੀਗਾ? ਇਸੇ ਤਰ੍ਹਾਂ ਜੀ ਵੀ ਗੱਲ ਇਹ ਹੈ ਵੀ ਹਰ ਕੋਈ ਜਿਹੜਾ ਇਨਸਾਨ ਹੈ ਉਹ ਆਪਣੇ ਮੌਕੇ ਮੁਤਾਬਕ ਆਪਣੀ ਗੱਲ ਨੂੰ ਢਾਲਦਾ ਵੀ ਉਹਨਾਂ ਦਾ ਕੋਈ ਗੁਰੂ ਦੇ ਅੰਸ਼ ਦੇ ਨਾਲ ਸੰਬੰਧਿਤ ਕੋਈ ਬੰਦਾ ਚਾਹੀਦਾ ਸੀ। ਉਹਨਾਂ ਨੇ ਇਹ ਟੋਲਿਆ ਕਿ ਗੁਰੂ ਸਾਹਿਬ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਨੂੰ ਨਾਲ ਰਲਾ ਲਿਆ, ਤੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਜਿਹੜਾ ਅਸੂਲ ਹੈ ਉਹ ਗ੍ਰਸਤ ਮਾਰਗ ਵਾਲਾ ਉਹਨੂੰ ਇਗਨੋਰ ਕੀਤਾ ਹੈ। ਥੈਂਕ ਯੂ। ਡਾਕਟਰ ਸਰਨਾ, ਤੁਹਾਡਾ ਕੀ ਵਿਚਾਰ ਇਸ ਬਾਬਤ? ਜੀ ਹਾਂਜੀ, ਜੋ ਇਹਨਾਂ ਨੇ ਵਿਚਾਰ ਕੀਤੇ ਨੇ ਹੈ ਜੀ, ਦਿੱਤੇ ਨੇ ਆਪਣੇ ਵਾਸੂ ਸਾਹਿਬ ਨੇ, ਬਿਲਕੁਲ ਸਹੀ ਨੇ। ਯਾਨੀ ਉਹ ਚਾਹੁੰਦੇ ਸੀ ਕਿ ਯਾਨੀ ਜਿਹੜੇ ਗੁਰੂ ਸਾਹਿਬ ਦੀ ਵੰਸ਼ ਵਿੱਚੋਂ ਉਹਨਾਂ ਦੀ ਨੇੜਤਾ ਰਵੇ ਹੈ ਜੀ, ਤੇ ਉਧਰ ਇਸ ਕਾਰਨ ਉਹਨਾਂ ਦੇ ਜਿਹੜਾ ਮਾਰਗ ਸੀ ਉਹ ਉਹਨਾਂ ਨੇ ਫਿਰ ਉਹ ਟੱਚ ਨਹੀਂ ਕੀਤਾ। ਯਾਨੀ ਜਿਹੜਾ ਉਹ ਉਦਾਸੀ ਮਤ ਸੀ, ਤੇ ਉਦਾਸੀ ਮਤ ਦੀਆਂ 3 ਯਾਨੀ ਸ਼ਾਖਾਵਾਂ ਸਨ। ਸੁਥਰੇ ਸ਼ਾਹੀ ਸੀ, ਸੰਗਤ ਸਾਹਿਬੀਏ ਸਨ, ਭਗਤ ਭਗਵਾਨੀਏ ਸੇ, ਗੁਰੂ ਹਰਿ ਸਾਹਿਬ ਦੀਆਂ ਬਖਸ਼ਿਸ਼ਾਂ ਸਨ। ਤੇ ਜਿਹੜੀ ਸੁਥਰੇ ਸ਼ਾਹੀ ਸ਼ੁਰੂ ਹੋਈ ਹੈ ਉਹ ਯਾਨੀ ਸ੍ਰੀਨਗਰ ਤੋਂ ਸੀ ਹੈ ਜੀ। ਅੱਜ ਵੀ ਉੱਥੇ ਸੁਥਰਾ ਸ਼ਾਹ ਮਹੱਲਾ ਮੌਜੂਦ ਹੈ, ਤੇ ਇਹਨਾਂ ਦਾ ਕੰਮ ਸੀ ਸਿੱਖੀ ਪ੍ਰਚਾਰ ਕਰਨਾ ਹੈ ਜੀ। ਜਿਸ ਤਰ੍ਹਾਂ ਦੀ ਆਪਣੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤਿਆਰ ਕਰਨੀਆਂ ਹੈ ਜੀ। ਇਹ ਜਿਹੜੇ ਪੁਰਾਣੇ ਪੰਡਤ ਸਨ ਉੱਥੇ ਦੇ ਕਸ਼ਮੀਰੀ ਪੰਡਤ ਹੈ ਜੀ, ਉਹਨਾਂ ਨੂੰ ਇਹਨਾਂ ਨੇ ਉਹ ਕਿਉਂਕਿ ਇਹ ਆਪਣੇ ਦੂਜੀ ਭਾਸ਼ਾ ਵੀ ਜਾਣਦੇ ਸੀ, ਇਹਨਾਂ ਤੋਂ ਕੰਮ ਲੈਂਦੇ ਸੀ, ਤੇ ਫਿਰ ਕੋਈ ਸਿੰਘ ਵੀ ਬਾਅਦ ਵਿੱਚ ਰਲੇ। ਉੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਬੀੜਾਂ ਜਿਹੜੀਆਂ ਨੇ ਪੰਡਤਾਂ ਦੇ ਹੱਥਾਂ ਦੀਆਂ ਲਿਖੀਆਂ ਹੋਈਆਂ ਉਹ ਵੀ ਅੱਜ ਤੱਕ ਮੌਜੂਦ ਨੇ ਜੀ। ਪਰ ਫਿਰ ਇਹ ਜਾਣੀ ਬਾਵਜੂਦ ਇਹ ਸਾਂਝ ਹੋਣ ਦੇ ਬਾਵਜੂਦ ਇਹ ਉਦਾਸੀਆਂ ਦੇ ਜਿਹੜੇ ਨੇ ਬਾਬਾ ਗੁਰਦਿੱਤਾ ਜੀ ਨੇ, ਜਿਹੜੇ ਗੁਰੂ ਹਰਿਰਾਏ ਸਾਹਿਬ ਜੀ ਦੇ ਪਿਤਾ ਜੀ ਨੇ, ਤੇ ਬਾਵਜੂਦ ਇਹ ਸਾਰੀ ਸਾਂਝ ਹੋਣ ਦੇ ਫਿਰ ਵੀ ਜਿਹੜਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਦੋਂ ਕਿ ਗੁਰੂ ਉਦਾਸੀਆਂ ਨੇ ਗੁਰੂ ਭਗਾਣੀ ਦੇ ਯੁੱਧ ਦੇ ਵਿੱਚ ਕਿਰਪਾਲ ਚੰਦ ਜਿਹੜਾ ਸੀਗਾ ਉਸਨੇ ਲੜਾਈ ਦੇ ਵਿੱਚ ਵੀ ਹਿੱਸਾ ਲਿਆ,
ਅਨੰਦਪੁਰ ਜਦੋਂ ਛੱਡ ਕੇ ਗਏ ਨੇ ਮਹਾਰਾਜ, ਉਦੋਂ ਵੀ ਉਦਾਸੀਆਂ ਨੇ ਮਗਰੋਂ ਸੇਵਾ ਕੀਤੀ। ਜਦੋਂ ਸਿੰਘ ਜੰਗਲਾਂ ਦੇ ਵਿੱਚ ਹੁੰਦੇ ਸੀ ਤਾਂ ਵੀ ਉਦਾਸੀ ਗੁਰਦੁਆਰਿਆਂ ਦੇ ਵਿੱਚ ਆ ਗਏ। ਫਿਰ ਸਾਡਾ ਫਰਕ ਕਿਉਂ ਪੈ ਗਿਆ ਉਹਨਾਂ ਦੇ ਨਾਲੋਂ ਇਸ ਤਰ੍ਹਾਂ ਕਿ ਬਈ ਅਸੀਂ ਬਿਲਕੁਲ ਕੱਟ ਆਫ ਹੋ ਗਏ ਆ ਤਕਰੀਬਨ ਉਹਨਾਂ ਨਾਲ। ਇਹਦੇ ਬਾਬਤ ਕੁਛ ਆਪਣੇ ਵਿਚਾਰ ਦੱਸਣੇ। ਗਿਆਨੀ ਸੋਚਿਆ ਜੀ ਤੁਹਾਡੇ ਕੀ ਵਿਚਾਰ ਇਹਦੇ ਬਾਬਤ? ਹੈਲੋ, ਅਨਮਿਊਟ ਕਰੋ ਜੀ ਤੁਸੀਂ। ਹਾਂਜੀ ਹੁਣ ਕਰੋ ਗੱਲ ਅਨਮਿਊਟ ਕਰਕੇ। ਹਾਂਜੀ ਹਾਂਜੀ ਸੌਰੀ ਮੈਂ ਭੁੱਲ ਗਿਆ। ਅੱਛਾ ਜੀ, ਇਸ ਤਰ੍ਹਾਂ ਹੈਗਾ ਕਿ ਅਸੀਂ ਕਰ ਰਹੇ ਹਾਂ ਜੀ ਇਸ ਵੇਲੇ ਇਤਿਹਾਸ ਦੀ ਵਿਚਾਰ ਤੇ ਇਤਿਹਾਸ ਦੇ ਸਰੋਤ ਦੇਖਣੇ ਵਾਲੀ ਗੱਲ ਹੁੰਦੀ ਹੈ ਕਿ ਜਿਹੜੇ ਪੁਰਾਤਨ ਸਰੋਤ ਹੈਗਾ ਨਾ ਜੀ, ਉਹ ਹੈਗਾ ਸਾਡੇ ਕੋਲੇ ਸਿਰਫ ਇੱਕ ਜਿਹੜਾ ਕਵੀ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਸੂਰਜ ਪ੍ਰਕਾਸ਼ ਗ੍ਰੰਥ। ਅੱਛਾ ਜੀ, ਮੈਂ ਤੁਹਾਨੂੰ ਕਾਫੀ ਸਮਾਂ ਪਹਿਲਾਂ ਐਸੇ ਪ੍ਰੋਗਰਾਮ ਦੇ ਵਿੱਚ ਗੱਲ ਆਈ ਸੀ ਕਿ ਗੁਰੂ ਨਾਨਕ ਦੇਵ ਜੀ ਜੇਕਰ ਬਾਬਰ ਦੀ ਜੇਲ੍ਹ ਦੇ ਸਭ ਤੋਂ ਪਹਿਲੇ ਜਿਹੜੇ ਜੇਲ੍ਹ ਦੇ ਕੈਦੀ ਗਿਣੇ ਜਾਂਦੇ ਹੈ, ਜਿਨ੍ਹਾਂ ਨੇ ਜਾ ਕੇ ਫਰੰਟ ਤੇ ਜਾ ਕੇ ਬਾਬਰ ਨੂੰ ਜਿਹੜਾ ਲਲਕਾਰਿਆ ਸੀ, ਉਹਨਾਂ ਨੂੰ ਅਰੈਸਟ ਕੀਤਾ ਗਿਆ, ਉਹਨਾਂ ਦੇ ਬਾਬਤ ਲਿਖਿਆ ਜਾਂਦਾ ਕਿ ਬਈ ਉਹਨਾਂ ਨੂੰ ਚੱਕੀ ਵੀ ਪੀਸਣੀ ਪਈ ਜੇਲ੍ਹ ਦੇ ਵਿੱਚ। ਹੁਣ ਉਹ ਜਿਹੜਾ ਵਾਕਿਆ ਤੁਸੀਂ ਦੇਖੋ, ਉਹ ਉਸ ਵੇਲੇ ਦੇ ਕਿਸੇ ਵੀ ਕਵੀ ਦਾ ਜਾਂ ਕਿਸੇ ਵੀ ਲੇਖਕ ਦਾ, ਇਤਿਹਾਸਕਾਰ ਦਾ ਲਿਖਿਆ ਹੋਇਆ ਕਿਧਰੇ ਤੁਹਾਨੂੰ ਨਹੀਂ ਮਿਲਦਾ। ਬਹੁਤ ਸਾਰੇ ਇੰਪੋਰਟੈਂਟ ਜਿਹੜੇ ਓਕੇਜ਼ਨਸ ਹੈਗੇ ਆ ਸਾਡੇ ਇਤਿਹਾਸ ਦੇ ਵਿੱਚ। ਇੱਕ ਹੋਰ ਦੇਖੋ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੈ। ਸੋ ਉਹਦੇ ਬਾਰੇ ਚ ਅਸੀਂ ਕਿੰਨਾ ਕੁਛ ਪੜ੍ਹ ਕੇ ਇਧਰੋਂ ਉਧਰੋਂ ਕਿਆਸ ਰਾਈਆਂ ਲਾਉਣੇ ਕਿ ਇਹ ਵੀ ਕਾਰਨ ਬਣਿਆ, ਉਹ ਵੀ ਕਾਰਨ ਬਣਿਆ। ਭਾਈ ਗੁਰਦਾਸ ਜੀ ਉਹਦੇ ਬਾਰੇ ਕੋਈ ਸ਼ਬਦ ਨਹੀਂ ਲਿਖਦੇ, ਯੂ ਨੋ। ਸੋ ਇਹ ਕੁਛ ਜਿਹੜੀਆਂ ਗੱਲਾਂ ਤੁਹਾਨੂੰ ਇਸ ਤਰ੍ਹਾਂ ਮਜਬੂਰ ਕਰਦੀਆਂ ਕਿ ਕੀ ਸਾਡਾ ਇਤਿਹਾਸ ਵਾਕਿਆ ਠੀਕ ਵੀ ਹੈ ਕਿ ਨਹੀਂ। ਇਹ ਜਿਹੜਾ ਲਿਖਿਆ ਹੋਇਆ ਉਹਨਾਂ ਦੇ ਸਮਕਾਲੀ, ਮੈਂ ਨਹੀਂ ਮੰਨਦਾ ਕਿ ਜਿਹੜਾ ਗੁਰੂ ਸਾਹਿਬ ਦੇ ਟਾਈਮ ਦੇ ਉੱਤੇ ਵੀ ਕੋਈ ਸਿੱਖ ਨਹੀਂ ਹੋਏਗਾ ਲਿਖਾਰੀ, ਇਹ ਤਾਂ ਕਦੀ ਹੋ ਨਹੀਂ ਸਕਦਾ। ਜੇਕਰ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਵਰਗੇ ਮਹਾਨ ਰਚੇਤਾ ਜਿਹੜੇ ਅਰਬੀ ਫਾਰਸੀ ਦੇ ਵਿਦਵਾਨ ਨੇ, ਇਹੋ ਜਿਹੀ ਰਚਨਾਵਾਂ ਲਿਖਣੇ ਵਾਲੇ, ਤਾਂ ਕੀ ਉਸ ਵੇਲੇ ਹੋਰ ਏਦਾਂ ਦੇ ਸਿੱਖ ਨਹੀਂ ਹੋਣਗੇ ਜਿਹੜੇ ਇਤਿਹਾਸ ਲਿਖਦੇ ਹੋਣਗੇ? ਸੋ ਇਹਦਾ ਮਤਲਬ ਇਹ ਹੈ ਕਿ ਜਿਹੜਾ ਅਸਲੀਅਤ ਵਾਲਾ ਇਤਿਹਾਸ ਹੈ ਉਹਨੂੰ ਖੁਰਦ-ਬੁਰਦ ਕੀਤਾ ਗਿਆ। ਜਿਹੜਾ ਸਾਨੂੰ ਪੜ੍ਹਾਉਣਾ ਚਾਹੁੰਦੇ ਸੀ ਸਦੀਆਂ ਤੱਕ, ਉਹ ਸਾਡੇ ਅੱਗੇ ਲਿਆਂਦਾ ਗਿਆ। ਠੀਕ ਹੈ ਜੀ। ਸੋ ਈਵਨ ਤੋਂ ਮੈਂ ਇਤਿਹਾਸ ਦੀ ਕਿਤਾਬ ਦੇਖ ਰਿਹਾ ਸੀ, ਉਹਦੇ ਵਿੱਚ ਜਿਹੜਾ ਹੈ ਗੁਰੂ ਹਰਿ ਰਾਏ ਜੀ ਦਾ ਪ੍ਰਚਾਰ ਦਾ, ਦੇਖੋ ਪ੍ਰਚਾਰ ਜਿਸ ਵੇਲੇ ਕਰਦੇ ਆ ਤੇ ਕੰਮ ਨੂੰ ਉਹਨੇ ਦੇਖਿਆ ਕਿ ਪ੍ਰਚਾਰ ਦਾ ਕੰਮ ਢਿੱਲਾ ਨਹੀਂ ਹੋਣ ਦੇਣਾ। ਠੀਕ ਹੈ ਜੀ। ਉਹ ਤੁਰਦੇ ਆ ਤੇ ਜਿਸ ਵੇਲੇ ਜਿਹੜਾ ਪ੍ਰਚਾਰ ਦੇ ਦੌਰੇ ਸ਼ੁਰੂ ਕਰਦੇ ਆ, ਉਹ ਮਾਝੇ ਤੇ ਦੁਆਬੇ ਦੇ ਵਿੱਚ ਤੁਸੀਂ ਦੇਖੋ, ਇਸ ਇਲਾਕੇ ਦੇ ਵਿੱਚ ਪਹਿਲਾਂ ਗੁਰੂ ਸਾਹਿਬ ਪਹਿਲਾਂ ਆਉਂਦੇ ਰਹੇ, ਸਾਰੇ ਗੁਰੂ ਸਾਹਿਬ, ਲੇਕਿਨ ਮਾਲਵੇ ਤੱਕ ਨਹੀਂ ਸੀ ਪਹੁੰਚ ਹੋਈ ਪਹਿਲਾਂ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਜਿਹੜਾ ਪਹਿਲੇ ਗੁਰੂ ਇਹ ਹੈ ਜਿਨ੍ਹਾਂ ਨੇ ਮਾਲਵੇ ਦੇ ਇਲਾਕੇ ਦੇ ਵਿੱਚ ਪਹੁੰਚ ਕੀਤੀ ਹੈ ਤੇ ਉੱਧਰ ਜਾ ਕੇ ਬਹੁਤ ਸਾਰਾ ਜਿਹੜਾ ਪ੍ਰਚਾਰ ਕੀਤਾ। ਔਰ ਇਹ ਇਤਿਹਾਸ ਹੀ ਫੇਰ ਲਿਖਣ ਡਿਆ, ਇਹ ਕਹਿਣ ਡਿਆ ਕਿ ਗੁਰੂ ਹਰਿ ਰਾਏ ਜੀ ਨੇ ਉੱਥੇ ਜਿਹੜੇ ਪਟਿਆਲਾ, ਨਾਭਾ, ਜੀਂਦ, ਉਹਨਾਂ ਦੇ ਵੱਡੇ ਵਡੇਰੇ ਬਾਬਾ ਰਾਮਾ ਤੇ ਤੁਰਲੋਕਾ ਜੀ ਹੋਏ, ਉਹਨਾਂ ਨੂੰ ਇਹਨਾਂ ਨੇ ਵਰ ਬਖਸ਼ੇ ਸੀ ਕਿ ਤੁਹਾਡੇ ਅਗਾਂਹ ਆਉਣੇ ਵਾਲੀਆਂ ਪੀੜ੍ਹੀਆਂ ਰਾਜ ਕਮਾਉਣਗੇ। ਇਹ ਵਰ ਬਖਸ਼ੇ ਸੀ। ਹੁਣ ਵਰ ਤੇ ਸਰਾਪ ਦੇ ਵਿੱਚ ਸਿੱਖ ਧਰਮ ਯਕੀਨ ਵੈਸੇ ਨਹੀਂ ਕਰਦਾ। ਠੀਕ ਹੈ ਜੀ। ਕਿਹਾ ਜਾਂਦਾ ਹੈ ਕਿ ਉਹਨਾਂ ਦੀ ਕੁੱਲ ਦੇ ਵਿੱਚੋਂ ਹੀ ਅਗਾਂਹ ਜਾ ਕੇ ਜੀਂਦ ਦੇ, ਕੈਥਲ ਦੇ ਰਾਜੇ ਜਿਹੜੇ ਆ, ਉਹ ਤਲੋਕਾ ਇਹਨਾਂ ਦੀ ਕੁੱਲ ਦੇ ਵਿੱਚੋਂ ਬਣੇ। ਤੇ ਜਿਹੜੇ ਜਿਹੜਾ ਆਪਣੇ ਜੀਂਦ ਦਾ, ਨਾਭੇ ਦਾ, ਜੀਂਦ ਦਾ, ਠੀਕ ਹੈ ਜੀ, ਉੱਥੇ ਦਾ ਜਿਹੜਾ ਰਾਜਾ ਸੀ, ਉਹਦੇ ਕੋਲ ਬੈਠ ਕੇ ਕਵੀ ਸੰਤੋਖ ਸਿੰਘ ਨੇ ਜਿਹੜਾ 1.25 ਸਾਲ 1.5 ਸਾਲ ਰਿਹਾ, ਉਹਦੇ ਵਿੱਚ ਇਹ ਗ੍ਰੰਥ ਲਿਖਿਆ ਸੀ। ਔਰ ਇਹ ਕਿਹਾ ਜਾਂਦਾ ਕਿ ਪਹਿਲਾਂ ਇਹ ਪਟਿਆਲੇ ਵਾਲੇ ਮਹਾਰਾਜੇ ਦੇ ਕੋਲ ਵੀ ਉਸ ਵੇਲੇ ਗਿਆ ਸੀ, ਲੇਕਿਨ ਉਹਨੇ ਇਹਦੀ ਗੱਲ ਕੋਈ ਨਹੀਂ ਸੁਣੀ ਤੇ ਇਹ ਫਿਰ ਕੈਥਲ ਚਲਾ ਗਿਆ। ਇਹ ਜੀਂਦ ਕੈਥਲ ਦੇ ਕੋਲ, ਕੈਥਲ ਉੱਥੇ ਦੇ ਰਾਜੇ ਦੇ ਕੋਲ, ਤੇ ਉਹ ਜਿਹੜਾ ਰਾਜਾ ਸੀਗਾ, ਉਹ ਕਿਹਾ ਜਾਂਦਾ ਕਿ ਇਹ ਪਿੱਛੋਂ ਜਿਹੜੀ ਸੰਤਾਨ ਚੱਲਦੀ ਆਉਂਦੀ ਸੀ ਤ੍ਰਿਲੋਕਾ ਤੇ ਰਾਮਾ ਜੀ ਦੀ, ਉਹ ਸੀਗੇ ਇਸ ਪਾਸੇ ਦੇ ਜਿਹੜੇ ਜਿਹਨਾਂ ਤੁਸੀਂ ਹੁਣ ਕਹਿ ਰਹੇ ਹੋ ਕਿ ਵੀ ਉਹ ਸਿੱਖ ਪੰਥ ਦੇ ਨਾਲੋਂ ਅੱਡ ਕਿਵੇਂ ਹੋ ਗਏ। ਸੋ ਐਕਚੁਅਲੀ ਜਿਹੜੀ ਗੱਲ ਇਹ ਆ, ਜਿਹੜੀ ਕਹਾਣੀ ਜਿਹੜੀ ਸਮਝ ਆਉਂਦੀ ਹੈ, ਉਹ ਇਹ ਹੈ ਕਿ ਕਿਸੇ ਨਾ ਕਿਸੇ ਤਰੀਕਿਆਂ ਦੇ ਨਾਲ ਸਾਨੂੰ ਸਿਰਫ ਹੀ ਜਾ ਰਿਹਾ, ਉਹਦੇ ਨਾਲ ਅਸਲੀਅਤ ਇਹਦੇ ਵਿੱਚ ਕਿੰਨੀ ਹੈ ਸਾਨੂੰ ਕੋਈ ਪਤਾ ਨਹੀਂਗਾ ਕਿ ਹੈ ਵੀ ਸੀਗੇ ਕਦੀ ਸਿੱਖੀ ਦੇ ਦਾਇਰੇ ਦੇ ਵਿੱਚ ਕਿ ਨਹੀਂ ਸੀਗੇ। ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਚ ਅਸੀਂ ਸਾਰੇ ਹੀ ਸੁਣਦੇ ਹਾਂ ਕਿ ਗੁਰੂ ਮਹਾਰਾਜ ਦੇ ਸੀਗੇ ਵਿਦਵਾਨ, ਲੇਕਿਨ ਕਿਹਾ ਜਾਂਦਾ ਕਿ 52 ਕਵੀ ਉਹਨਾਂ ਦੇ ਦਰਬਾਰ ਦੇ ਵਿੱਚ ਹੁੰਦੇ ਸੀਗੇ। ਭਾਈ ਨੰਦ ਲਾਲ ਜੀ ਵਰਗੇ ਉਹਨਾਂ ਦੇ ਦਰਬਾਰ ਦੇ ਵਿੱਚ ਬੈਠੇ ਸੀ। ਠੀਕ ਹੈ ਜੀ। ਭਾਈ ਗੁਰਦਾਸ ਜੀ ਦੂਜਾ ਜਿਹਨਾਂ ਨੂੰ ਅਸੀਂ ਕਹਿ ਦਈਦਾ, ਉਹ ਵੀ ਬੈਠੇ ਸੀਗੇ ਉਹਨਾਂ ਦਰਬਾਰ ਦੇ ਵਿੱਚ, ਲੇਕਿਨ ਵਿਦਵਤਾ ਹਾਸਲ ਕਰਨ ਦੇ ਵਾਸਤੇ ਉਹਨਾਂ ਨੂੰ ਕਿੱਥੇ ਕਾਂਚੀ ਜਾਣਾ ਪੈਂਦਾ, 5 ਬੰਦਿਆਂ ਨੂੰ ਕਾਂਚੀ ਭੇਜਦੇ ਆ,
ਹਾਊ ਡਜ਼ ਇਟ ਮੇਕ ਸੈਂਸ, ਇਸ ਤਰ੍ਹਾਂ ਇਹ ਜਿਹੜੀ ਨਾ ਥੋੜੀ ਜਿਹੀ ਪਾਰਖੂ ਅੱਖ ਦੇ ਨਾਲ ਸੋਚਣੀਆਂ ਪੈਣੀਆਂ ਇਹ ਗੱਲਾਂ ਕਿ ਇੰਨੇ ਆਪ ਵਿਦਵਾਨ ਹੋਏ ਲੇਕਿਨ 5 ਬੰਦਿਆਂ ਨੂੰ ਪੜ੍ਹਨ ਵਾਸਤੇ ਕਾਂਚੀ ਭੇਜਦੇ ਆ ਤੇ ਕਾਂਚੀ ਤੋਂ ਵਾਪਸ ਆਉਂਦੇ ਪੜ੍ਹ ਕੇ ਜੀ, ਤੇ ਗੁਰੂ ਮਹਾਰਾਜ ਉਹਨਾਂ ਨੂੰ ਨਿਰਮਲਿਆਂ ਦਾ ਖਿਤਾਬ ਦੇ ਦਿੰਦੇ ਆ। ਉੱਥੋਂ ਜੀ ਨਿਰਮਲੇ ਪਰੰਪਰਾ ਚੱਲ ਪਈ ਸਿੱਖਾਂ ਦੇ ਵਿੱਚ। ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਰਲ ਗੋਪਾ ਕਰਨ ਦੇ ਵਾਸਤੇ ਆ ਜੀ। ਤਾਂ ਅਗੇਨ ਮੋਸਟਲੀ ਸਾਡਾ ਜਿਹੜਾ ਫੋਕਸ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਦੇਖਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕਸਵੱਟੀ ਲਾ ਕੇ ਜਾਂ ਉਹਦੀਆਂ ਐਨਕਾਂ ਲਾ ਕੇ ਫਿਰ ਸਾਰੇ ਇਤਿਹਾਸ ਨੂੰ ਪੜਾਂਗੇ ਨਾ ਜੀ, ਫਿਰ That's a good point. ਹਾਂਜੀ ਅਸਲ ਵਿੱਚ ਜੀ ਇੱਕ ਮੈਂ ਐਡ ਕਰਨਾ ਚਾਹਾਂਗਾ ਥੋੜਾ ਜਿਹਾ ਇਹ ਪੁਆਇੰਟ ਨੂੰ ਕਿ ਗੁਰੂ ਹਰਿਰਾਏ ਸਾਹਿਬ ਜੀ ਨੇ ਇਸ ਤਰ੍ਹਾਂ ਰਾਜਨੀਤਿਕ ਉન્નਤੀ ਦਾ ਮੁੱਢ ਬਣਿਆ। ਉਹਨਾਂ ਨੇ ਜਿੰਨੇ ਘਰਾਣੇ ਸਨ, ਜਿਵੇਂ ਮਹਾਰਾਜ ਦੇ ਫੂਲ ਘਰਾਣਾ ਸੀ, ਫੂਲ ਤੇ ਸੰਦਲੀ ਨੂੰ ਉਹਨਾਂ ਨੇ ਵਰ ਦਿੱਤੇ। ਔਰ ਇਸੇ ਤਰ੍ਹਾਂ ਕੈਥਲ ਘਰਾਣਾ ਦਾ ਭਾਈ ਸਾਹਿਬ ਜੀ ਹੁਣੇ ਹੀ ਸੁੱਚਾ ਸਿੰਘ ਜ਼ਿਕਰ ਕਰ ਰਹੇ ਸਨ। ਕੈਥਲ ਘਰਾਣੇ ਦਾ ਭਾਈ ਭਗਤੂ ਸੀ ਪਹਿਲੇ, ਭਾਈ ਭਗਤੂ ਨੂੰ ਇਹਨਾਂ ਨੇ ਆਸ਼ੀਰਵਾਦ ਦਿੱਤੀ ਸੀ। ਇਸੇ ਤਰ੍ਹਾਂ ਬਾਗੜੀਆ ਘਰਾਣਾ ਜਿਹੜਾ, ਬਾਗੜੀਆ ਘਰਾਣੇ ਦੇ ਉਸ ਸਮੇਂ ਭਾਈ ਰੂਪਾ ਜੀ ਨੂੰ ਇਹਨਾਂ ਨੇ ਉਸ ਸਮੇਂ ਭਾਈ ਬੁੱਢਾ ਜੀ ਸਨ। ਇਹਨਾਂ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਆਸ਼ੀਰਵਾਦਾਂ ਦਿੱਤੀਆਂ। ਉਹਨਾਂ ਨੇ ਕਿਹਾ ਵੀ ਕਿਸੇ ਨੂੰ ਕਿਹਾ ਤੁਹਾਡੇ ਘੋੜੇ ਜਿਹੜੇ ਨੇ ਉਹ ਪਾਣੀ ਪੀਆ ਕਰਨਗੇ। ਔਰ ਕਿਸੇ ਨੇ ਕਿਹਾ ਜਿਸ ਤਰ੍ਹਾਂ ਇੱਕ ਨੂੰ ਇਹਨਾਂ ਨੇ ਕਿਹਾ ਸੀ ਕਿ 22 ਪਿੰਡਾਂ ਦੇ ਮਾਲਕ ਹੋਵੋਗੇ ਤੁਸੀਂ, ਉਹਨਾਂ ਨੂੰ 22 ਸੱਦੇ ਸਨ। ਇਸ ਤਰ੍ਹਾਂ ਇਹ ਜਿੰਨੇ ਘਰਾਣਿਆਂ ਨੂੰ ਨਾਲ ਜੋੜ ਕੇ ਸਿੱਖਾਂ ਦੀ ਰਾਜਨੀਤਿਕ ਉન્નਤੀ ਦਾ ਜਿਹੜਾ ਮੁੱਢ ਹੈ ਉਹ ਵੀ ਗੁਰੂ ਹਰਿਰਾਏ ਸਾਹਿਬ ਜੀ ਨੇ ਇਸ ਤਰ੍ਹਾਂ ਬਣਿਆ ਹੈ। ਕਿਉਂਕਿ ਵੱਡੇ ਵੱਡੇ ਘਰਾਣਿਆਂ ਦੇ ਨਾਲ ਜਦੋਂ ਜੋੜਿਆ ਜਾਂਦਾ ਹੈ ਉਸ ਤਰ੍ਹਾਂ ਫਿਰ ਤਰੱਕੀ ਜਿਹੜੀ ਹੈ ਸੰਸਾਰ ਦੇ ਵਿੱਚ, ਸ਼ਕਤੀ ਜਿਹੜੀ ਹੈ ਉਹ ਤਾਂ ਹੀ ਵੱਧਦੀ ਹੈ। ਥੈਂਕ ਯੂ। ਆਪਣੇ ਪਾੜਿਆ ਸਾਹਿਬ ਤੁਸੀਂ ਇਹਨਾਂ ਬਾਰੇ ਕੋਈ ਵਿਚਾਰ ਦੱਸਣਾ ਹੋਵੇ ਆਪਣਾ? ਵਾਹਿ ਖਾਲਸਾ ਵਾਹਿ ਫਤਿਹ ਜੀ ਸਾਰਿਆਂ ਨੂੰ। ਹਾਂਜੀ ਮੈਂ ਸੁਣ ਰਿਹਾ ਸੀ, ਕਾਰ ਵਿੱਚ ਸੀਗਾ, ਹਨੇਰਾ ਸੀ, ਤਾਂ ਮੈਨੂੰ ਫਿਰ ਆਈ ਕੁਡ ਨਾਟ ਬੀ ਸੀਨ। ਬਾਕੀ ਬੜੇ ਵਿਦਵਾਨ ਵੀਰਾਂ ਨੇ ਬਹੁਤ ਸੋਹਣੀ ਗੱਲਾਂ ਦੱਸੀਆਂ ਨੇ। ਮੇਰੇ ਕੋਲ ਕੁਝ ਜ਼ਿਆਦਾ ਕੁਝ ਕਹਿਣ ਦਾ ਤਾਂ ਨਹੀਂ ਹੈ, ਲੇਕਿਨ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਤੁਸੀਂ ਕਿ ਸਿੱਖੀ ਦਾ ਪ੍ਰਚਾਰ ਤੇ ਬਹੁਤ ਹੋਇਆ, ਲੇਕਿਨ ਸਾਡੀ ਗਿਣਤੀ ਘੱਟ ਕਿਉਂ ਹੈ? ਉਹਦੇ 'ਚ ਮੈਂ ਇਹੀ ਕਹਾਂਗਾ ਕਿ ਜੋ ਮੇਰੇ ਹੰਬਲ ਵਿਚਾਰ ਦੇ ਨਾਲ ਮੈਂ ਆਪਣਾ ਸਿਰਫ ਵਿਚਾਰ ਹੀ ਦੇ ਸਕਦਾ, ਉਹ ਹੈ ਕਿ ਜਿਸ ਰੂਪ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਗਿਆ ਉਹ ਅੱਜ ਕੱਲ੍ਹ ਦੀ ਜੋ ਗੁਰੂ ਗੋਬਿੰਦ ਸਿੰਘ ਦੇ ਬਾਅਦ ਦੀ ਜੋ ਸਿੱਖੀ ਦਾ ਜੋ ਜਿਸ ਤਰ੍ਹਾਂ ਪ੍ਰਚਾਰ ਹੋਇਆ ਹੈ ਉਸ ਤੋਂ ਹਟ ਗਏ ਸਨ। ਹੁਣ ਜਿਸ ਤਰ੍ਹਾਂ ਅੱਜ ਕੇ ਨਾਨਕ ਪੰਥੀ ਨੇ, ਨਾਨਕ ਪੰਥੀਆਂ ਦੀ ਗਿਣਤੀ ਮਿਲੀਅਨਸ ਵਿੱਚ ਹੈਗੀ, ਔਰ ਉਹ ਲੋਕ ਵੀ ਤਾਂ ਆਫਟਰ ਆਲ ਗੁਰੂ ਸਾਹਿਬਾਂ ਦੇ ਪ੍ਰਚਾਰ ਦੀ ਖਾਤਰ ਨਾਮ ਬਣੇ ਸਨ, ਜਿਨ੍ਹਾਂ ਨੂੰ ਅਸੀਂ ਨਾਨਕ ਪੰਥੀ ਕਹਿੰਦੇ ਹਾਂ। ਲੇਕਿਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ ਜੋ ਸਿੱਖਿਆ ਜਿਸ ਤਰ੍ਹਾਂ ਦਾ ਪ੍ਰਚਾਰ ਹੋਇਆ ਉਹ ਇੱਕ ਆਪਣੀ ਯੂਨੀਕ ਡਾਇਰੈਕਸ਼ਨ ਲੈ ਗਿਆ। ਬਹੁਤ ਸਾਰੇ ਲੋਕ ਉਸ ਤੋਂ ਇੱਕ ਸੈਪਰੇਟ ਜੋ ਹੋ ਗਏ ਸੀ। ਦੂਸਰੀ ਚੀਜ਼ ਆਪ ਜੀ ਨੇ ਕਹੀ ਹੈ ਕਿ ਜੋ ਸਾਡੇ ਬਾਬਾ ਸ਼੍ਰੀ ਚੰਦ ਦੀ ਜੋ ਸੀ ਉਹ ਵੀ ਇਸ ਤਰ੍ਹਾਂ, ਹਾਲਾਂਕਿ ਉਹ ਕਾਫੀ ਦੇਰ ਤੱਕ ਉਹ ਸਭ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸਨ, ਉਹਨਾਂ ਦਾ ਪ੍ਰਕਾਸ਼ ਵੀ ਕਰਦੇ ਸਨ, ਪਰ ਲੇਟਲੀ ਸਾਡੇ ਜੋ SGPC ਜਾਂ ਅਕਾਲੀ ਦਲ ਦੇ ਲੋਕ ਸਨ ਜਿਨ੍ਹਾਂ ਨੇ, ਉਹਨਾਂ ਨੇ ਕਿਹਾ ਜੀ ਤੁਸੀਂ ਇਹ ਨਹੀਂ ਰੱਖ ਸਕਦੇ ਕਿਉਂਕਿ ਤੁਹਾਡੇ ਕੋਲ ਤੁਸੀਂ ਉਸ ਮਰਿਆਦਾ 'ਚ ਨਹੀਂ ਹੈਗੇ, ਹਾਂਜੀ, ਇਸ ਵਾਸਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਕਰ ਸਕਦੇ। ਸੋ ਅਸੀਂ ਉਹਨਾਂ ਨੂੰ ਆਡ ਕਰ ਦਿੱਤਾ ਹੈ ਬਹੁਤ ਸਾਰਾ। ਬਾਕੀ ਜਿਸ ਤਰ੍ਹਾਂ ਡਾਕਟਰ ਵਾਸੂ ਨੇ ਵੀ ਕਿਹਾ ਕਿ ਉਹਨਾਂ ਦਾ ਲਾਈਫ ਸਟਾਈਲ ਹੈ, ਬੜਾ ਫਰਕ ਹੈ। ਤੋ ਇਹ ਜੋ ਗੱਲਾਂ ਸਨ ਇਹਨਾਂ ਕਰਕੇ ਉਹ ਫਿਰ ਡਾਇਰੈਕਸ਼ਨ ਜਿਹੜੀ ਹੈ ਚੇਂਜ ਹੋ ਗਈ ਹੈ। ਬਾਕੀ ਗੁਰੂ ਹਰਿਰਾਏ ਸਾਹਿਬ ਬਾਰੇ ਇੰਨੇ ਗਿਆਨ ਹੈ ਜੀ ਕਿ ਉਹ ਵਾਤਾਵਰਨ এনवायरमेंट ਦੇ ਬਹੁਤ ਜ਼ਿਆਦਾ ਪ੍ਰਸ਼ੰਸਕ ਸਨ, ਔਰ ਉਹਨਾਂ ਨੇ ਆਪਣੇ ਜੀਵਨ ਵਿੱਚ ਕੋਈ ਜ਼ਿਆਦਾ ਮੁਗਲ ਫੌਜਾਂ ਦੇ ਨਾਲ ਜਾਂ ਮੁਗਲਾਂ ਨਾਲ ਕੋਈ ਬਹੁਤਾ ਝਗੜਾ ਨਹੀਂ ਕੀਤਾ, ਕੋਈ ਅਨਨੈਸੈਸਰੀ ਰਿਫਟ ਪੈਦਾ ਨਹੀਂ ਕੀਤਾ, ਔਰ ਕਾਫੀ ਉਹਨਾਂ ਦਾ ਜੋ ਜੀਵਨ ਸੀ ਪੀਸਫੁਲ ਹੀ ਰਿਹਾ। ਸੋ ਇੰਨੀ ਕੁ ਬੇਨਤੀ ਹੈ ਜੀ। ਹਾਂਜੀ, ਥੈਂਕ ਯੂ ਜੀ। ECHO 6 ਜਿਹੜੀ ਹੈ ਆਰਗੇਨਾਈਜੇਸ਼ਨ, ਉਹ ਕਾਫੀ ਗੁਰੂ ਹਰਗੋਬਿੰਦ ਸਾਹਿਬ ਦੇ ਖਿਆਲਾਤ ਲੈ ਕੇ ਉਹਨਾਂ ਨੂੰ ਗਾਂਧੀ ਗਾਂ ਪ੍ਰਚਾਰ ਕਰਦੇ ਨੇ। ਸ਼ੁਰੂ ਦਾ ਵੈਸੇ ਜਿਹੜਾ
ਕੁਦਰਤ ਦਾ ਹੈ ਉਹ ਗੁਰੂ ਨਾਨਕ ਸਾਹਿਬ ਤੋਂ ਹੀ ਹੋ ਜਾਂਦਾ ਹੈ, ਜਦੋਂ ਕਹਿੰਦੇ ਆ ਬਲਿਹਾਰੀ ਕੁਦਰਤ ਵਸਿਆ ਜੀ ਲਿਖਿਆ ਜੀ ਜੀ ਜਾਂ ਉਹ ਤਾਂ ਆਸਾ ਦੀ ਵਾਰ ਦੇ ਕੁਦਰਤ ਦੀਆਂ ਪੌੜੀਆਂ ਆਉਂਦੀਆਂ ਨੇ, ਹੋਰ ਅਨੇਕਾਂ ਥਾਵਾਂ ਤੇ ਇਸ ਤਰ੍ਹਾਂ ਦੇ ਆਉਂਦੇ ਨੇ ਕਿ ਵੀ ਸਾਨੂੰ ਕੁਦਰਤ ਦੇ ਨਾਲ ਰਹਿਣਾ ਚਾਹੀਦਾ ਮਿਲ ਜੁਲ ਕੇ। ਜੀ ਡਾਕਟਰ ਸਰਨਾ, ਤੁਸੀਂ ਆਪਣੇ ਕੋਈ ਵਿਚਾਰ ਇਸ ਬਾਬਤ ਦੱਸੋ, ਕੁਦਰਤ ਤੇ ਗੁਰੂ ਹਰਿਰਾਏ ਸਾਹਿਬ। जी हाँ जी, गुरु साहब बारे यानी ये कह सकते हैं वो बड़े बड़े प्रेमी सन कुदरत के। हाँ जी, उन्होंने बाग बूटे वगैरह सब कुछ लगाए सन, उस जड़ियां मेडिसिनल दवाइयां सन है जी, वो भी उगाइयां सन। जिस तरह की दारा शिकवा नूं एक बार जरूरत पई है जी, वो इन्हां दी हर नाल ही ठीक होए सन है जी। फिर उस तो बाद उन्हां दा प्रेम भी वध गया सी। इस तरह गुरबाणी विच या जड़ियां नवीं सोसाइटियां बनी तो सिक्स वगैरह वो इस ते बड़ा काम कर रहे हैं है जी। गुरु ग्रंथ साहब विच भी बनस्पति ते पशु पंछियां बारे है जी बहुत जिक्र आंदा विस्तार नाल। सानू यानी उस तो सेध लेनी चाहिए जी जी। ਉਹ ਜਦੋਂ ਗੁਰੂ ਹਰਿਰਾਏ ਸਾਹਿਬ ਕਸ਼ਮੀਰ ਤੇ ਜੰਮੂ ਕਸ਼ਮੀਰ ਦੇ ਇਲਾਕੇ ਵੱਲ ਗਏ ਉਧਰਲੇ ਪਾਸੇ, ਉਹਨਾਂ ਦੇ ਕੋਈ ਮਿਲਦੇ ਵਿਚਾਰ ਇਹਨਾਂ ਬਾਬਤ ਕਿ ਉਹਨਾਂ ਨੇ ਕੁਦਰਤ ਬਾਬਤ ਕੋਈ ਗੱਲਬਾਤ ਕੀਤੀ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਵਿਚਾਰ? ਜੀ ਜੀ, ਉਹ ਵਿਚਾਰ ਡਾਕੂਮੈਂਟ ਕੋਈ ਨਹੀਂ, ਯਾਨੀ ਕਿਸੇ ਵਿੱਚ ਜ਼ਿਕਰ ਨਹੀਂ ਆਉਂਦਾ ਉਸ ਤਰ੍ਹਾਂ ਹੈ ਜੀ। ਤੇ ਗੱਲਬਾਤ ਜ਼ਰੂਰ ਹੋਈ ਜੀ ਕੁਦਰਤ ਬਾਰੇ ਹੈ ਜੀ, ਪਰ ਸਾਨੂੰ ਜਿਹੜੇ ਸੋਰਸ ਨੇ ਪੁਰਾਣੇ ਹੈ ਜੀ ਉਸ ਵਿੱਚੋਂ ਕਿਤੇ ਜ਼ਿਕਰ ਨਹੀਂ ਆਉਂਦਾ ਜੀ। ਠੀਕ ਜੀ। ਆਪਣੇ ਭਾਈ ਵਿਜੇਂਦਰ ਸਿੰਘ ਜੀ, ਆਰ ਯੂ देयर? जी हाँ, मैं हाजिर हूँ सर, मैं सुन रहा हूँ, बहुत मजे बहुत एंजॉय कर रहा हूँ मैं इतनी गहरी बातों को। इतनी मेरी समझ तो नहीं है लेकिन मुझे बहुत अच्छा लग रहा है। ਥੈਂਕ ਯੂ ਫॉर ਜੁਆਇਨਿੰਗ। ਕਿਉਂਕਿ ਕਬੀਰ ਜੀ ਵੀ ਜਿਹੜੇ ਸੀਗੇ ਉਹ ਬਹੁਤ ਕੁਦਰਤ ਦੇ ਵਿੱਚ ਖਾਲਕ ਖਲਕ ਮੈਂ ਖਾਲਕ ਹੈ ਜੀ, ਜਿਸ ਤਰ੍ਹਾਂ ਹੈ ਕਬੀਰ ਜੀ ਦੇ ਵੀ ਸ਼ਬਦ ਜਿਹੜੇ ਆਉਂਦੇ ਕੁਦਰਤ ਦੇ ਨਾਲ। ਜਿਵੇਂ ਹੁਣ ਆਪਣਾ ਸ਼ਬਦ ਆਉਂਦਾ ਹੈਗਾ ਕੀ ਹੈ ਕਬੀਰ ਜੀ ਦਾ, ਮਾਲੀ ਤੋੜ ਪਾਤੀ ਪਾਤੀ ਤੋਰੇ ਮਾਲ ਪਾਤੀ ਪਾਤੀ ਮਾਲਣੀ। मैं एक पॉइंट पे, आप बड़े लर्निड लोग इसमें बैठे हुए हैं, मेरी हिम्मत नहीं पड़ रही है। नहीं कहिए। अगर आप इजाजत दें तो मैं एक सवाल, एक पॉइंट पे आपका ध्यान आकर्षित करना चाहता हूँ। जरूर जी, करिए। देखिए, आजकल जो बीमारी चल रही है हमारे मुल्क में हिंदुत्व की, उसकी जो फिलॉसफी है वो वेदांत कही जाती है। वेदांत कही जाती है और वेदांत में दारा सिकोह का बड़ा भारी इंटरेस्ट था। 50 उपनिषद उसने ट्रांसलेट किए थे, कराए थे। तो ये वेदांत है क्या? उसको मैं ये चाहूंगा कि आप लोग जरा उस पर जरा विचार करें, क्योंकि ये प्रस्थान त्रयी कहते हैं ये लोग। ये इन्होंने एक ब्रह्म सूत्र बनाया है, वादरायण ने लिखा है, वो कृष्ण द्वैपायन व्यास ने। उस ब्रह्म सूत्र को ही इनका कहना है कि प्रस्थान त्रयी, यानी कोई भी सवाल होगा तो पहले वेद से, श्रुति से तय किया जाएगा, यानी वेद से नहीं होगा तो स्मृति से तय किया जाएगा, जिसमें गीता आती है, मनु स्मृति आती है, पाराशर स्मृति आती है। अगर उससे भी तय नहीं होगा तो फिर ब्रह्म सूत्र से यानी वेदांत से तय किया जाएगा। इसलिए शंकराचार्य ने कलम तोड़ दी है इसके ऊपर। तो क्योंकि आप लोगों की दारा सिकोह से बड़ी हमदर्दी है, हमदर्दी वो जो सूफी से विचार रखता था, तो मेरी भी पूरी हमदर्दी है। लेकिन मैं एक चीज बताना चाहता हूँ कि ये जो जिसे हिंदुत्व कहते हैं या वेदांत कहते हैं, शंकराचार्य का वो कहता है कि शूद्रों के लिए वेदों का श्रवण यानी सुनना, मनन, अर्थ ज्ञान, अनुष्ठान सबका निषेध किया गया है। और शंकराचार्य ने कलम तोड़ दी है इस बात को लिखने में कि शूद्र निस्संदेह चलता फिरता कब्रिस्तान है, शमशान है, इसलिए शूद्र के पास वेदों का अध्ययन नहीं करना चाहिए। तो ये किसान जो हैं, ये बैकवर्ड क्लास हैं, सब शूद्रों में ही आते हैं। तो शूद्र के पास वेदों का अध्ययन नहीं करना चाहिए। अब ब्राह्मण शूद्र को वेद का ज्ञान न दे, वेदों के अक्षरों के विचार करते ही शूद्र पतित हो जाता है।
ब्राह्मण क्षत्रिय वैश्य के लिए अध्ययन यज्ञ दान का विधान है। शूद्र बहुत पशु धन संपन्न हो तो यज्ञ फिर भी यज्ञ करने का अधिकारी नहीं है। यानी कोई जाट जी यादव जी अगर बहुत पैसा इकट्ठा कर लिया तब भी उनको इसका अधिकार नहीं है। ये शूद्रों के लिए, अनटचेबल के लिए नहीं है। अनटचेबल तो वर्ण व्यवस्था के बाहर हैं। हाँ, और ईसाई और मुसलमान हैं, ये मिलेच्छों में आते हैं, ये भी अनटचेबल में ही आते हैं। तो मैं आपको ये जो हिंदू शास्त्र हैं जिनके प्रति थोड़ा सा आपको, क्योंकि आप लोग दारा सिखों के प्रति बड़ा विशेष ध्यान रखते हैं, मेरा एक निवेदन है, आप बहुत लर्निड लोग हैं, इस हिंदुत्व या वेदांत के बारे में जो कुछ मैंने कहा है मैं पूरा रेफरेंस के साथ शास्त्रों का दे सकता हूं। आप इस पर विचार करिएगा, क्योंकि देखिए किसान कौम है, बहुत पढ़ने के लिए टाइम नहीं होता उनके पास, और षड्यंत्र जानते नहीं है करना वो, और मेहनत की कमाई करते हैं, हाका हलाल की कमाई करते हैं, बांट के खाते हैं। ये कोई मतलब ये परंपरा है उनकी, हेरा फेरी से उनका काम नहीं चलता है। इसलिए ये जो वेदांत है इनका, क्योंकि 90% लोग मारे हुए हैं और आज भी ये मुसीबत बना हुआ है। जितनी भी सांप्रदायिकता जातिवाद है सब इसी तथाकथित हिंदुत्व और वेदांत की देन है। तो मेरा ये निवेदन है कि इस पर जरा थोड़ा सा गहराई से, लर्निड लोग हैं आप लोग, सामान्य लोग नहीं है, इस पर विचार करने की कृपा करेंगे। Thank you जी, thank you for bringing it in our attention. We'll do a special session for that. ਇੱਕ ਗੱਲ ਹੈ ਕਿ ਵੀ शिवाजी ਜਿਹੜੇ ਸੀ ਉਹ ਵੀ ਸ਼ੂਦਰ ਜਾਤੀ ਦੇ ਵਿੱਚੋਂ ਸੀ। ਇਸੇ हाँ, शिवाजी भी शूद्र था। ਹਾਂਜੀ, ਉਹਨਾਂ ਨੂੰ ਰਾਜ ਤਿਲਕ ਨਹੀਂ ਲਗਾਉਂਦੇ ਸੀ। ਉਹ ਸਮਰੱਥ ਰਾਮਦਾਸ ਜਿਹਨਾਂ ਦੇ ਉਹ ਚੇਲੇ ਸੀ, ਉਹਨਾਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ, ਰਾਜ ਤਿਲਕ ਨਹੀਂ ਲਾ ਸਕਦੇ। ਫਿਰ ਸਪੈਸ਼ਲ ਬ੍ਰਾਹਮਣ ਉਹਨਾਂ ਨੇ ਮੰਗਵਾਏ ਉਤੋਂ ਬਨਾਰਸ ਵਗੈਰਾ ਤੋਂ, ਉਹਨਾਂ ਨੂੰ ਦੇਖ ਕੇ ਕੀ ਕਹਿੰਦੇ ਬਰਾ ਕਰਕੇ ਕਿ ਵੀ ਤੁਸੀਂ ਆ ਕੇ ਰਾਜ ਤਿਲਕ ਲਾਓ। ਪਹਿਲੀ ਤਾਂ ਗੱਲ ਹੈ, why do we need anywhere Brahman to do the tilk? मेरा साहब ਉਹਨਾਂ ਨੇ ਕਹਿੰਦੇ ਪੈਰਾਂ ਦੇ ਗੂਠੇ ਦੇ ਨਾਲ ਉਹਨੂੰ ਤਿਲਕ ਲਾਇਆ ਸੀ। एक निवेदन मैं कर दूं इस पर, एक निवेदन मैं कर दूं। ये शिवाजी ने मीमांसक ब्राह्मण गंगा भट्ट को बुलाया था। अच्छा। तो ये मीमांसक और वेदांती होते हैं। तो मीमांसक वो होते हैं जो यज्ञ वगैरह कराते हैं, क्योंकि शिवाजी ने यज्ञ कराया था तो उससे शर्तें रखवाई थी कि 3 बातें अगर मानते हैं तो हम आपको छत्री बना देंगे और आपको घोषित कर देंगे। तो वो 3 बातें बड़े मार्के की हैं और वो प्रमाणिक हैं, मैं ऐसे हवा में बात नहीं कर रहा। पहली बात कि मैं गौ और ब्राह्मण की रक्षा करूंगा। पहली बात, मैं गौ और ब्राह्मण की रक्षा करूंगा। दूसरी बात, मैं वर्ण व्यवस्था की रक्षा करूंगा, यानी इस जातिवाद की रक्षा करूंगा सीधे शब्दों में। तीसरी बात कि मेरा प्रधानमंत्री, 1 मिनट में सुन लीजिए, मैं 3 बातें कह रहा हूँ, ज्यादा नहीं कह रहा, चौथी अगर कहूँ तो रोक दीजिएगा। तीसरी बात उसने कहा कि मैं पहली गौर ब्राह्मण की रक्षा करूंगा। तीसरी बात जो बताई उसने कहा मेरा प्रधानमंत्री ब्राह्मण ही होगा, क्योंकि मनु स्मृति में जो 8 मंत्री हैं वो मंत्रियों में का ब्राह्मणों का विधान है। और शिवाजी के बारे में आपको ये बता देना चाहता हूँ कि उसके 8 में से 7 ब्राह्मण मंत्री थे, सिर्फ 1 मंत्री मराठा था, क्योंकि ये लड़ नहीं सकते थे। युद्ध करने के लिए कोई मराठा चाहिए था, षड्यंत्र करने के लिए 7 आदमी उसके पास थे। तो एक पीढ़ी में ही वो राज्य ब्राह्मणों के पास चला गया था। और अंबेडकर जिस परिवार में पैदा हुए हैं उनके चूतड़ पर झाड़ू और गले में मिट्टी उसी ब्राह्मण राज में बांधी गई थी। धन्यवाद साहब। आप अगर अब कुछ कहना चाहते हैं तो पूछिए, मैं बताऊंगा आपको। मेरा इतिहास में दिलचस्पी है, इसलिए मैंने सवाल उठाए। That's very interesting. हाँ जी, प्रोफेसर सुच्चा सिंह जी कुछ कहना चाह रहे कर ले लो। 1 मिनट पढ़। प्रोफेसर सुच्चा सिंह जी कहना चाहते कुछ गल। हाँ जी डॉक्टर प्रोफेसर साहब करो गल। हाँ जी, मैं ना जी सिर्फ इन्ना ही कहना चाहता सी बरजिंदर जी ਨੂੰ ਕਿ ਸ਼ਾਹਜਹਾਨ ਦੇ ਪੁੱਤਰ ਦਿਆਰਾ ਉਹਦੇ ਅਸੀਂ ਉਹਦੇ ਮੁਰੀਦ ਨਹੀਂ ਹੈ, ਅਸੀਂ ਉਹਦਾ ਸਿਰਫ ਜਿਹੜਾ ਇਤਿਹਾਸ ਦੇ ਵਿੱਚ ਇੰਨਾ ਹੀ ਜ਼ਿਕਰ ਆਉਂਦਾ ਹੈ ਕਿ ਉਹ ਬਿਮਾਰ ਹੋ ਗਿਆ ਸੀ ਤੇ ਉਹ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਕੋੜਖਾਨਾ ਵਾਸਤੇ ਸ਼ੁਰੂ ਕੀਤਾ ਸੀ, ਉਸ ਵਿਦਆਊਟ ਕਿਸੇ ਵਿਤਕਰੇ ਤੋਂ ਨਾ, ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ, ਉਹਦੇ ਵਿੱਚੋਂ ਹਰ ਇੱਕ ਨੂੰ ਦਵਾਈ ਮਿਲਦੀ ਸੀ। ਔਰ ਉਹੀ ਚੀਜ਼ ਜਿਹੜੀ ਹੈ ਗੁਰੂ ਹਰਰਾਏ ਜੀ ਨੇ ਕਾਇਮ ਰੱਖੀ ਸੀ। ਗੁਰੂ ਹਰਰਾਏ ਜੀ ਦਾ ਜਿਹੜਾ ਦਵਾਖਾਨਾ ਸੀ ਉਸ ਵਕਤ ਹਿੰਦੁਸਤਾਨ ਦੇ ਵਿੱਚ ਮਸ਼ਹੂਰ ਸੀ। ਇਹ ਐਵੇਂ ਨਹੀਂ ਸੀ ਰੈਂਡਮਲੀ ਉੱਥੇ ਆ ਗਏ ਸੀ ਦਵਾਈ ਲੈਣ, ਇਸ ਤਰ੍ਹਾਂ ਨਹੀਂ ਸੀ ਹੋਇਆ। ਤੇ ਸ਼ਾਹਜਹਾਨ ਦੇ ਪੁੱਤਰ ਨੂੰ ਦਾਰੇ ਨੂੰ ਇਲਾਜ ਨੇ ਕਿਧਰੋਂ ਨਹੀਂ ਸੀ ਹੋ ਰਿਹਾ ਉਹਦਾ, ਤੇ ਕਿਸੇ ਨੇ ਦੱਸ ਪਾਈ ਕਿ ਸਭ ਤੋਂ ਵੱਡਾ ਦਵਾਖਾਨਾ ਤੇ ਗੁਰੂ ਹਰਰਾਏ ਦਾ।
ਤੇ ਤਾਂ ਫਿਰ ਉੱਥੇ ਆਏ ਸੀਗੇ ਤੇ ਉੱਥੋਂ ਫਿਰ ਜਿਹੜਾ ਉਹਦਾ ਇਲਾਜ ਹੋਇਆ ਸੀ ਉੱਥੇ ਲਿਖਿਆ ਕਿ ਹਰੜ ਆਏ ਬੜਤੋਲ ਕੀ ਚੰਦਾ ਸਿਰਸਾਹੀ ਇੱਕ ਮਾਸੈ ਕੀ ਲੌਂਗ ਹੋਏ ਅਨੁਭਵ ਹੋ ਪਾਹੀ। ਸੋ ਇਹ ਜਿਹੜੀ ਖਾਸ ਚੀਜ਼ਾਂ ਸੀ, ਇੱਕ ਕਾਸੇ ਦੀ ਲੌਂਗ ਹੋਵੇ ਤੇ ਐ ਹੋਏ ਨਾ, ਇਹ ਸਿਰਫ ਤੇ ਸਿਰਫ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਗੁਰੂ ਹਰ ਰਾਏ ਜੀ ਦੇ ਦਵਾਖਾਨੇ ਦੇ ਵਿੱਚ ਸੀ। ਤੇ ਗੁਰੂ ਹਰ ਰਾਏ ਜੀ ਜਿਹੜੇ ਇਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ ਕਿ ਜੇਕਰ ਸ਼ਾਹਜਹਾਨ ਦਾ ਪੁੱਤਰ ਆ ਗਿਆ ਤੇ ਇਹਨੂੰ ਮੈਂ ਦਵਾਈ ਨਹੀਂ ਦੇਣੀ। ਸੋ ਇਹ ਸਿਰਫ ਇੰਨੇ ਪੁਆਇੰਟ ਹੈ ਕਿ ਉਹਨਾਂ ਨੇ ਕਿਸੇ ਵਿਤਕਰੇ ਤੋਂ ਉੱਪਰ ਉੱਠ ਕੇ ਉਹਦੀ ਸੇਵਾ ਜਾਂ ਜਿਹੜੀ ਉਹਦੀ ਹੈਲਪ ਕੀਤੀ ਸੀ। ਜਿਸ ਤਰ੍ਹਾਂ ਇੱਕ ਡਾਕਟਰ ਹੈ, ਡਾਕਟਰ ਦੇ ਸਾਹਮਣੇ ਕੋਈ ਵੀ ਆ ਜਾਵੇ ਕਰਨਾ ਬਣਦਾ ਨਾ ਜੀ। तो इसी तरह गुरु महाराज ने किया सी। अदरवाइज साडा कोई जड़ा दारे दे नाल ना कोई ऐसा नहीं। मेरा एक सब सबमिशन है, अगर इजाजत दें तो मैं कह दूं। हाँ जी हाँ। देखिए ऐसा है, ये इस्लाम में दो परंपराएं चल रही थी अकबर के टाइम में। अकबर तो आगरा के किले में बाकायदा तिलक लगाता था, रामायण का कथा कराता था, लेकिन वो राजनीति के लिए इस्तेमाल करता था धर्म को। ये दो परंपराएं चल रही थी इस्लाम में। एक सूफी में इस्लाम बड़ा उदार होता है। जो इस्लामिक स्कॉलर थे वो ये अपोज कर रहे थे कि ये सूफी लोग इस वेदांत से मिलाना चाहते हैं इस्लाम को। तो वो उनका घर का झगड़ा था। आप मैं गुरु साहिबान के बारे में से इसका कोई मतलब नहीं है, उनका झगड़ा जनरेशन से चल रहा था। उसमें एक पक्ष वो था जो कहता था कि ये वेदांत से हमारा कोई भी लेना देना नहीं है, और जो ये उपनिषद के को जो ये समझ रहे हैं कि ब्रह्म है, इनका ब्रह्म जातिवाद और नफरत फैलाता है। इस्लाम मानव जाति को एक मानता है। ये उनका आंतरिक झगड़ा था और ये फिलोसॉफिकल इश्यूज थे, मेरा ये कहना है। Thank you for sharing. I think we are really very interesting, varied views over here. अपने भाई वैसा सिंह, can you talk now? अच्छा भाई मनदीप सिंह, ਤੁਸੀਂ ਆਪਣੇ ਕੋਈ views add करने होने थे? इन्होंने बड़ा बढ़िया, विजेंद्र जी ने जो पॉइंट रखा है ना धाराष्ट्रों के बारे में, ज्ञानी सुचा सिंह जी ने बता दिया इसके बारे में। और मैं ये बात करना हुए गुरु गोबिंद सिंह महाराज के साथ भी जब मीटिंग होती है पहाड़ी राजों की, चाहे ये अलग टॉपिक है, मगर महाराज उनकी बात नहीं मानते जब लंगर की बात आती है। तो यही फर्क था सिक्खी में और दूसरी चीजों में कि गुरु महाराज ने आने वाले समय में इन लोगों के साथ जो ये वेदांत की बात करते हैं या ऐसी बात करते हैं, इनके साथ महाराज एग्री नहीं हुए इस पॉइंट पर। ये एक बहुत विचार, यही एक न्यारापन है हम में, सिखों में यही न्यारापन है कि समझौता नहीं, इन लोगों के साथ कोई समझौता नहीं। जो उदासी मत की जो बात आती है ना बाबा श्री चंद्र की, वहां पर यही बात आती है कि इनका जो इम्पैक्ट था ना हिंदू परंपराओं का, वो बाबा श्री चंद की उदासी परंपरा पर पड़ गया था। इसलिए ये अलग होने शुरू हो गए, सिक्खी से अलग होना शुरू हो गए। इनके विचार जो है वो हिंदू संस्कृति की तरफ उनका इम्पैक्ट ज्यादा बढ़ गया था। इसलिए जेड़ा ये डिफरेंसेस जेड़े पैदा हुए है ना उदासियां दे या इन्हां दे निर्मलियां दे, ये इस करके है भी ये जेड़े हैगे आ ये हिंदूइज्म दा जेड़ा वेदांत दा प्रभाव कबूलदे सी, अज भी जेड़ा हैगा आ ये कबूलदे आ। निर्मले ते उदासी ये होर कोई ज्यादा डिफरेंसेस नहीं इन्हां दे जेड़े साडे हैगे आ। उधरों गुरु ग्रंथ साहब नूं भी मन्नी जांदे आ ते उधरों पुछना भी देई जांदे आ, उधरों अपने जेड़े हैगे आ कई जेड़े हैगे ढकवांज भी करी जांदे, उधरों जोतिष भी देई जांदे आ, उधरों गुरबाणी दे पाठ भी करी जांदे, उधरों सारा कुछ करी जांदे आ। इसे करके डिफरेंसेस हैगे, और कोई ज्यादा इहदे विच बड़ी बिग इशू वाली गल नहीं, इहदे विच कोई नालैकी वाली भी गल नहीं हैगी। मैं ये गल कहना चाहुंदा। थैंक यू जी। डॉक्टर वासु, यस तुसी यू वांट टू से समथिंग? जो अपना बिरेंद्र सिंह जी ने जो पॉइंट उठाया है हिंदूत्व दा, असल विच जो सिख धर्म दा उत्पत्ति जिहड़ी है, सिख धर्म दा आरंभ जिहड़ा है वो ब्राह्मणवाद दे व्यर्थ कर्म कांड दे विरोध विच होया। बिल्कुल ब्राह्मणवाद दे विरोध विचों, बल्कि ब्राह्मणवाद दा जिहड़ा व्यर्थ कर्म कांड है, भाई तीर्थां ते जाई जाना, वेद पढ़ी जाने ने। सवाल यह है कि समाज जिहड़ा है, समाज दी जो सेहत है, समाजिक अरोगता वो किवें पैदा होनी है? गुरसिखां दे अगे जां गुरुआं दे अगे ये विशा है कि समाज अरोग तां हो सकता है जे समाज दा जिहड़ा राजा है वो ठीक तरह बिहेवियर करे, वो जालिम ना होवे।
ਔਰ ਜਿਹੜਾ ਧਰਮ ਦੇ ਜਿਹੜੇ ਲੋਕ ਨੇ, ਜਿਹੜੇ ਧਾਰਮਿਕ ਚੌਧਰੀ ਨੇ, ਉਹ ਵੀ ਜਿਹੜੇ ਨੇ ਇਹ ਨਾ ਹੋਵੇ ਕਿ ਫਤਵੇ ਜਾਰੀ ਕਰਨ ਲੱਗ ਜਾਣ। ਧਾਰਮਿਕ ਚੌਧਰੀਆਂ ਦੇ ਖਿਲਾਫ ਸਿੱਖ ਧਰਮ ਪੈਦਾ ਹੋਇਆ ਔਰ ਬ੍ਰਾਹਮਣਵਾਦ ਦੇ ਖਿਲਾਫ ਸਿੱਖ ਧਰਮ ਪੈਦਾ ਹੋਇਆ। ਇਸੇ ਕਰਕੇ ਇਹ ਬ੍ਰਾਹਮਣਵਾਦੀਆਂ ਸਾਥ ਜਿਹੜਾ ਉਹ ਸਿੱਖ ਧਰਮ ਨੂੰ ਇੱਕ ਰੁਕਾਵਟ ਸਮਝਦਾ ਆਪਣੇ ਵਿੱਚ, ਕਿਉਂਕਿ ਸਿੱਖ ਜੋ ਹੈ ਉਹ ਸਮਾਨਤਾ, ਸੁਤੰਤਰਤਾ ਤੇ ਨਿਆਂ ਤੋਂ ਬਿਨਾਂ ਸਿੱਖ ਮਤ ਰਹਿ ਹੀ ਨਹੀਂ ਸਕਦਾ। ਤੋ ਜੇ ਹਿੰਦੁਸਤਾਨ ਨੂੰ ਮੁਗਲਾਂ ਤੋਂ ਮੁਗਲਾਂ ਤੋਂ ਅਸੀਂ ਬਚਾਇਆ, ਮੁਗਲਾਂ ਨੂੰ ਬਾਹਰ ਕੱਢਿਆ, ਉਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੇ ਕੱਢਿਆ। ਇਹ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਚੱਲੇ ਨੇ, ਉਹ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ ਕਿ ਜ਼ਾਲਮ ਨੂੰ ਜ਼ਾਲਮ ਕਹੋ ਔਰ ਮਨੁੱਖੀ ਹੱਕਾਂ ਦੀ ਚੇਤਨਾ ਰੱਖੋ ਔਰ ਜ਼ਾਲਮ ਨੂੰ ਵੰਗਾਰਨ ਦੀ ਜਿਹੜੀ ਜੁਰਤ ਹੈ ਉਹ ਗੁਰੂਆਂ ਨੇ ਦਿੱਤੀ ਹੈ। ਸਿੱਖ ਧਰਮ ਦੀ ਜੋ ਵਿਲੱਖਣਤਾ ਹੈ ਉਹ ਇੱਕ ਅਰੋਗ ਔਰ ਸੁਤੰਤਰ ਸਮਾਜ ਹੈ। ਨਹੀਂ ਤਾਂ ਸਾਰੇ ਧਰਮ ਕਹਿੰਦੇ ਨੇ ਜੀ ਪਿਆਰ ਕਰੋ, ਸਾਰੇ ਧਰਮ ਕਹਿੰਦੇ ਨੇ ਮਾਨਵ ਜਾਤੀ ਸਮਾਨ ਹੈ, ਇਹ ਤਾਂ ਸਾਰੀਆਂ ਗੱਲਾਂ ਸਾਂਝੀਆਂ ਨੇ। ਪਰ ਸਿੱਖ ਧਰਮ ਦੀ ਜੋ ਵਡਿਆਈ ਹੈ, ਜੋ ਸਿੱਖ ਧਰਮ ਦੀ ਮਹਾਨਤਾ ਹੈ, ਉਸ ਵੇਲੇ ਦੀਆਂ ਸ਼ਕਤੀਆਂ ਨਾਲ ਖਹਿਣਾ ਔਰ ਲੋਹੇ ਨਾਲ ਲੋਹਾ ਖਹਿ ਕੇ ਜਿਹੜੇ ਜ਼ਾਲਮ ਸਨ ਰਾਜੇ, ਜਿਹੜੇ ਮਨੁੱਖਤਾ ਦੇ ਵਿਰੁੱਧ ਸਨ, ਉਹਨਾਂ ਨੂੰ ਗਲੇ ਤੋਂ ਕਿਹਨੇ ਲਾਇਆ, ਉਹਨਾਂ ਨੂੰ ਤਖਤਾਂ ਤੋਂ ਕਿਹਨੇ ਲਾਇਆ। ਜਦੋਂ ਇਹਦੀ ਵਿਚਾਰ ਆਏਗੀ ਉਦੋਂ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਜਿਹੜਾ ਉਹ ਸਾਨੂੰ ਪ੍ਰਗਟ ਹੋਵੇਗਾ ਕਿ ਗੁਰੂ ਦੀ ਫਿਲਾਸਫੀ ਜਿਹੜੀ ਹੈ ਉਹ ਲੋਕਾਂ ਦੇ ਸੁਤੰਤਰ ਕਰਨ ਵਿੱਚ ਹੈ। Yeah, that is very important. Even देखो कबीर साहब भी कहते हैं सूरा सो पहचानिया जो लड़ा दीन का हेत पुरजा कट मलकूत छाड़ा खेत। वो कहते हैं गरीब दी खातर लड़दा है, असली सूरबीर वो है, ना कि कोई दीन दे ते धर्म दी गल नहीं हो रही ते गरीब दी गल हो रही है, जेड़ा गरीब दे तां चक्कण दे लई। सो ये जेड़ा कबीर महाराज ते नानक मारे गरीबां नूं अतां नीचो उच करे मेरे गोबिंद काहू ते ना डरे है जी। इस पासे ਉੱਥੇ ਹੀ ਮਹਾਰਾਜ ਕਹਿੰਦੇ ਮੈਂ ਉੱਥੇ ਆ ਜਿੱਥੇ ਗਰੀਬਾਂ ਦੇ ਨਾਲ ਹੈ, ਉਹਦਾ ਅੰਗ ਸੰਗ ਭਾਈ ਲਾਲੋ ਦੇ ਘਰ ਜਾ ਕੇ ਰਹੇ ਨੇ, ਨਾ ਕਿ ਉਹ ਮਾਲਕ ਭਾਗੋ ਦੇ ਰਹੇ ਨੇ। ਹਾਂਜੀ ਸਾਹਿਬ, ਇੱਕ ਮੇਰਾ ਪੁਆਇੰਟ ਇਹ ਹੈ ਕਿ ਆਪ ਜੀ ਨੇ ਸਿੱਖ ਧਰਮ ਦੀ ਵਿਲੱਖਣਤਾ ਦੇ ਉੱਤੇ ਇੱਕ ਚੈਪਟਰ ਰੱਖੋ, ਇੱਕ ਟਾਕ ਰੱਖੋ। ਐਵੇਂ ਲੋਕੀ ਕਹੀ ਜਾਂਦੇ ਪਿਆਰ ਕਰਨਾ ਚਾਹੀਦਾ, ਸਿੱਖ ਧਰਮ ਆ ਸਿਖਾਉਂਦਾ, ਸਾਰਿਆਂ ਨੂੰ ਗਲੇ ਲਗਾਉਣਾ ਚਾਹੀਦਾ। ਉਹ ਪਿੱਠ ਗਲੇ ਲਗਾਉਣਾ ਚਾਹੀਦਾ। ਜਿਹੜੇ ਲੋਕ ਗਲੇ ਕੱਟਦੇ ਨੇ ਲੋਕਾਂ ਦੇ, ਸਿੱਖ ਧਰਮ ਉਹਨਾਂ ਦੇ ਗਲੇ ਵੀ ਕੱਟਦਾ। ਸਿੱਖ ਧਰਮ ਦੀ ਵਿਆਖਿਆ ਜੋ ਹੈ, ਜੋ ਪੂਰਨ ਵਿਆਖਿਆ ਤਾਂ ਹੋਏਗੀ ਇਹਦੀ ਵਿਲੱਖਣਤਾ ਨੂੰ। ਉਹ ਸਮੇਂ ਦੀਆਂ ਸਥਿਤੀਆਂ 1469 ਤੋਂ ਲੈ ਕੇ ਅੱਜ ਤੱਕ ਦਾ ਯੁੱਗ ਜਿਹੜਾ ਉਹ ਸਿੱਖ ਧਰਮ ਨੂੰ ਮੈਦਾਨ ਵਿੱਚ ਖੜਾ ਦੇਖਦਾ, ਲੋਕਾਂ ਦੇ ਹੱਕਾਂ ਲਈ ਜੂਝਦਾ ਦੇਖਦਾ। ਇਹ ਵਿਲੱਖਣਤਾ ਹੈ ਸਾਡੀ। ਬਾਕੀ ਅਸੀਂ ਵੀ ਕਹਿੰਦੇ ਹਾਂ ਸਾਰੇ ਪਿਆਰ ਕਰੋ, ਸਾਰੀ ਮਨੁੱਖਤਾ ਇੱਕ ਹੈ, ਸਾਰਿਆਂ 'ਚ ਰੱਬ ਵਸਦਾ। ਇਹ ਤਾਂ ਸਾਰੀਆਂ ਗੱਲਾਂ ਸਾਂਝੀਆਂ ਨੇ। ਸਵਾਲ ਇਹ ਹੈ ਕਿ ਵਕਤ ਦੇ ਉੱਤੇ ਸਮਾਜ ਦੇ ਬੰਧਨਾਂ ਨੂੰ ਕੱਟਣ ਵਾਲੇ ਕੌਣ ਲੋਕ ਨੇ। ਉੱਥੇ ਤੁਹਾਨੂੰ ਹਰੀ ਸਿੰਘ ਨਲੂਆ ਔਰ ਉੱਥੇ ਤੁਹਾਨੂੰ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜਿਨ੍ਹਾਂ ਨੇ ਯਾਨੀ 30 ਹਜ਼ਾਰ ਸਿੰਘ ਸ਼ਹੀਦ ਕਰਨ ਵਾਲੇ ਅਹਿਮਦ ਸ਼ਾਹ ਅਬਦਾਲੀ ਨੂੰ ਹਰਾਤਾ ਸੀ। ਉੱਥੋਂ ਸਿੱਖ ਧਰਮ ਦੀ ਮਹਾਨਤਾ ਜਿਹੜੀ ਹੈ ਪ੍ਰਗਟ ਹੋਣੀ। ਦੇਖੋ ਜੀ, ਜੋ ਵਿਜੇਂਦਰ ਸਿੰਘ ਨੇ ਕਿਹਾ, ਵਾਸੂ ਸਾਹਿਬ ਨੇ ਕਿਹਾ, ਸਿੱਖ ਧਰਮ ਦੀ ओरिजिन ਹੀ ਸਿਰਫ ਵਾਸ ਟੂ ਅਪੋਜ਼ ਦੀ ਬ੍ਰਾਹਮਣਵਾਦ, ਜੋ ਜਾਤ ਪਾਤ ਦੀ ਗੱਲ ਹੀ ਖਤਮ ਸ਼ੁਰੂ ਤੋਂ ਕਰ ਦਿੱਤੀ। तो इट इज टोटली इन अपोजिशन, बिल्कुल जो उसके खिलाफ है वही बात है। और देखो मैं कह रहा हूँ कि जो मोहम्मद बिन कासिम 800 साल में हिंदुस्तान में आया था, 712। हाँ जी, 712 ईस्वी ਵਿੱਚ, ਠੀਕ ਹੈ। 712 ਡਾਕਟਰ ਬਾਸੂ ਨੇ ਦੱਸਿਆ ਸੀ। ਉਹ ਸਿਰਫ 117 ਜਾਂ 200 ਲੋਕ ਘੱਟ ਲੋਕਾਂ ਨੂੰ ਨਾਲ ਲੈ ਕੇ ਆਇਆ ਸੀ और 40,000 औरतों ਨੂੰ चोरी करके ले गया ਸੀ ਇੱਥੋਂ। और 800 साल तक 700 साल तक कोई ਬੰਦਾ ਜੰਮਿਆ ਨਹੀਂ ਇਸ ਦੁਨੀਆ ਹਿੰਦੁਸਤਾਨ ਦੇ ਵਿੱਚ ਜਿਹੜਾ ਕਿ ਇਹਨਾਂ ਲੋਕਾਂ ਨੂੰ ਘਰੋਂ ਬਾਹਰ ਕੱਢ ਸਕੇ। ਗੁਰੂ ਗੋਬਿੰਦ ਸਿੰਘ ਦੇ ਬਾਅਦ 50 ਸਾਲਾਂ ਬਾਅਦ, within 50 years they kicked out all these people from Punjab। 50 years। और 1783 ਵਿੱਚ ਦਿੱਲੀ ਤੇ ਕਬਜ਼ਾ ਕੀਤਾ ਸੀ। I mean this is so unusual, so powerful मुहिम। लेकिन आजकल जो हो रहा है
ਜੋ ਵੀ ਹੋ ਰਿਹਾ ਅੱਜ ਕੱਲ, ਵੀ ਆਰ ਟਾਕਿੰਗ ਅਬਾਊਟ ਟੁਡੇ, ਬਿਕਾਜ਼ ਬਜਿੰਦਰ ਸਿੰਘ ਜੀ ਟਾਕਿੰਗ ਅਬਾਊਟ ਟੁਡੇ, ਸਿੱਖ ਖਟਕਦੇ ਨੇ ਇਹਨਾਂ ਦੀ ਅੱਖਾਂ ਵਿੱਚ। ਇਸ ਵੇਲੇ ਜੋ ਫਾਰਮਰ ਪ੍ਰੋਟੈਸਟ ਹੋ ਰਿਹਾ ਹੈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉਹਨਾਂ ਦੇ ਅਗੇਂਸਟ ਕੋਈ ਨਹੀਂ ਬੋਲਦਾ, ਸਿਰਫ ਸਿੱਖਾਂ ਦੇ ਅਗੇਂਸਟ ਬੋਲਦੇ। ਇਹ ਜੀ ਖਾਲਿਸਤਾਨੀ ਨੇ, ਇਹ ਜੀ ਫਲਾਣੇ ਨੇ, ਇਹ ਫਲਾਣੇ ਨੇ। ਵੀ ਕਿਉਂ? ਵੀ ਯੂਪੀ ਵਾਲੇ ਬੰਦਿਆਂ ਨੇ ਕਿਉਂ ਨਹੀਂ ਕੁਝ ਕਹਿੰਦੇ ਤੁਸੀਂ ਲੋਕ? हरियाणा वाले ने क्यों नहीं कुछ कहेंगे? ये सिख इन्होंने खटकते हैं इनकी आंखों। तो उनका हर यत्न जो है वो सिखों को अंडरमाइन करना है। That's all what it is. Thank you. Well, you know, this is what Guru have taught us कि भी environmental consciousness ਤੇ ਜਿਹੜਾ ਵਿਤਕਰਾ ਉਹਦੇ ਤੋਂ ਦੂਰ ਕਿਵੇਂ ਰਹੀਏ। ਤੇ ਗੁਰੂ ਹਰਾਏ ਸਾਹਿਬ ਨੇ ਬਾਵਜੂਦ ਟੈਂਡਰ ਹਾਰਟਡ ਹੋਣ ਦੇ ਵੀ 2200 ਘੋੜੇ ਜਿਹੜੇ ਘੋੜਸਵਾਰ ਰੱਖੇ ਹੋਏ ਸੀ ਨਾਲ। ਇਟਸ ਆਲ ਕਿ ਲੋੜ ਪੈਣ ਤੇ ਮੁਕਾਬਲਾ ਦੀ ਲੋੜ ਪਵੇ ਤਾਂ ਉਦੋਂ ਵੀ ਪਿੱਛੇ ਨਹੀਂ ਹਟਣਾ। ਹਾਂਜੀ, ਸੋ ਇਹ ਸਾਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ। ਈਵਨ ਸਾਡੀ ਜਿਹੜੀ ਕਿਰਪਾਨ ਹੈ 10ਵੇਂ ਪਾਤਸ਼ਾਹ ਨੇ ਬਖਸ਼ੀ ਹੈ, ਉਹ ਸੋਸ਼ਲ ਜਸਟਿਸ ਦੀ ਨਿਸ਼ਾਨੀ ਹੈ ਕਿ ਵੀ ਹਮੇਸ਼ਾ ਜਿੱਥੇ ਵੀ ਕਿਤੇ ਜ਼ੁਲਮ ਦੀ ਗੱਲ ਹੋਵੇ ਉਸ ਨੂੰ ਤੁਸੀਂ ਆਪਣੀ ਆਵਾਜ਼ ਉਠਾਓ। ਤੇ ਜਦੋਂ ਕੋਈ ਹੋਰ ਚਾਰਾ ਨਾ ਰਵੇ ਤੇ ਫਿਰ ਜਿਹੜੀ ਹੈ ਤਲਵਾਰ ਚੱਕਣੀ, ਸ਼ਸਤਰ ਪਹਿਨਣੇ, ਉਹ ਜਦੋਜਹਿਦ ਚਲਾਉਣਾ, ਉਹ ਵੀ ਸਾਡੇ ਲਈ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਹੈ। ਭਾਵ ਕਹਿਣ ਦਾ ਗੁਰੂ ਹਰਰਾਏ ਸਾਹਿਬ ਜੀ ਨੇ ਜਿਹੜੀ ਇਨਵਾਇਰਮੈਂਟਲ ਕੌਨਸ਼ੀਅਸਨੈਸ ਪੈਦਾ ਕਰਕੇ ਨਾਲ ਨਾਲ ਬਾਕੀਆਂ ਦੀਆਂ ਚੀਜ਼ਾਂ ਤੇ ਵੀ ਪਹਿਰਾ ਦਿੱਤਾ, ਕੱਲਾ ਇਨਵਾਇਰਮੈਂਟ ਕੌਨਸ਼ੀਅਸਨੈਸ ਦੇ ਵਿੱਚ ਨਹੀਂ ਰਹੇ। ਹੈਲਥ ਕੇਅਰ ਵੀ ਹੈ ਜਿਹੜੀ ਉਹ ਪ੍ਰਮੋਟ ਕੀਤੀ। ਤੇ ਸਾਰੀਆਂ ਚੀਜ਼ਾਂ ਨੇ ਇਹੀ ਚੰਗੀ ਸਿਹਤ ਪੈਦਾ ਕਰਦੀਆਂ ਨੇ, ਇਹੀ ਚੰਗੇ ਜਿਹੜੇ ਨੇ ਤੁਹਾਡੇ ਯੋਧੇ ਪੈਦਾ ਕਰਦੇ ਆ ਇਹਨਾਂ ਚੀਜ਼ਾਂ ਨੇ। ਜੇ ਉਹਨਾਂ ਦੀ ਸਿਹਤ ਹੀ ਨਹੀਂ ਹੈ, ਉਹਨਾਂ ਦੇ ਵਿੱਚ ਕਰੇਜ ਵੀ ਕਿੱਥੋਂ ਪੈਦਾ ਹੋਣਾ। ਠੀਕ ਹੈ ਨਾ ਭਾਈ ਸਾਹਿਬ, ਭਾਈ ਸੁੱਚਾ ਸਿੰਘ ਜੀ? ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਆਵਾਜ਼ ਸੁਣਦੀ ਜੀ ਮੇਰੀ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਬਿਲਕੁਲ ਦੇਖੋ, ਜਿਹੜੀ ਹੈ ਨਾ ਮੇਨ ਜਿਹੜੀ ਗੱਲ ਮੁੱਦਾ ਹੈਗੀ ਹੈ, ਸਾਨੂੰ ਨੰਬਰ 1 ਤੇ ਆਪਣੇ ਆਪ ਨੂੰ ਤੇ ਪਹਿਲਾਂ ਪਹਿਚਾਨਣਾ ਚਾਹੀਦਾ ਨਾ ਜੀ। ਜਿਸ ਤਰ੍ਹਾਂ ਡਾਕਟਰ ਬਾਸੂ ਹੋਰਾਂ ਨੇ ਵੀ ਕਿਹਾ ਕਿ ਸਾਨੂੰ ਸਿੱਖੀ ਦੀ ਜਿਹੜੀ ਸਮਝ ਹੋਣੀ ਚਾਹੀਦੀ ਹੈ ਕਿ ਸਿੱਖੀ ਕਿੱਥੋਂ ਪੈਦਾ ਹੁੰਦੀ ਹੈ ਤੇ ਕੀ ਗੁਰੂ ਮਹਾਰਾਜ ਸਾਡੇ ਕੋਲੋਂ ਚਾਹੁੰਦੇ ਸੀ। ਇੱਕ ਚੀਜ਼ ਦੇਖਣੇ ਵਾਲੀ ਜ਼ਰੂਰ ਹੈ ਕਿ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਰੀਰਕ ਜੀਵਨ ਰਹਿੰਦਾ, ਉਦੋਂ ਤੱਕ ਕਿਸੇ ਨੂੰ ਵੀ ਇਹਦੇ ਵਿੱਚ ਅਡਲਟਰੇਸ਼ਨ ਕਰਨ ਦਾ ਉਹਨਾਂ ਨੇ ਮੌਕਾ ਨਹੀਂ ਦਿੱਤਾ। ਠੀਕ ਹੈ ਜੀ। ਉਸ ਤੋਂ ਬਾਅਦ ਰਾਈਟ ਵੇ ਬੰਦਾ ਸਿੰਘ ਬਹਾਦਰ ਆ ਜਾਂਦੇ ਪੰਜਾਬ ਦੇ ਵਿੱਚ। ਉਹਨਾਂ ਨੇ 5 ਸਾਲ ਰਾਜ ਕਰ ਲਿਆ। ਉਸ ਟਾਈਮ ਤੱਕ ਵੀ ਕਿਸੇ ਨੂੰ ਕੋਈ ਮੌਕਾ ਨਹੀਂ ਮਿਲਿਆ। ਉਸ ਤੋਂ ਬਾਅਦ ਰਾਈਟ ਵੇ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੁੰਦੇ ਸਾਰੇ ਇੱਕਦਮ ਫਿਰ ਅਡਲਟਰੇਸ਼ਨ ਸ਼ੁਰੂ ਹੋ ਗਈ, ਕਿਉਂਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ। ਠੀਕ ਹੈ ਜੀ। ਹੁਣ ਉਸ ਚੀਜ਼ ਤੋਂ ਸਾਨੂੰ ਜਿਹੜਾ ਅਵੇਅਰ ਹੋਣਾ ਚਾਹੀਦਾ ਕਿ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਸਾਰੇ ਇਤਿਹਾਸ ਨੂੰ ਸਮਝ ਲਈਏ ਤੇ ਇਤਿਹਾਸ ਨੂੰ ਬੇਸ਼ੱਕ ਦੁਬਾਰਾ ਲਿਖ ਲਈਏ। ਇੱਕ ਚੀਜ਼ ਨੋਟ ਕਰੋ ਕਿ 1984 ਦੇ ਵਿੱਚ ਜਦੋਂ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਹੁੰਦਾ, ਉਸ ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹਦੇ ਵਿੱਚ ਯੂਨੀਕ ਕਿਤਾਬਾਂ ਪਈਆਂ ਸੀ, ਉਹਨੂੰ ਸਾੜਨ ਦਾ, ਅੱਗ ਲਾਉਣ ਦਾ ਕੀ ਕਾਰਨ ਸੀ? ਇਹ ਸੀ ਨਾ ਕਿ ਰੈਫਰੈਂਸ ਸਾਰੀ ਇਹਨਾਂ ਦੀ ਖਤਮ ਕਰ ਦਿਓ। ਜੋ ਕੁਛ ਇਹਨਾਂ ਦੇ ਕੋਲ ਬਾਹਰ ਸੀ ਉਦੋਂ ਇਹਨਾਂ ਨੇ ਬਦਲ ਦਿੱਤਾ ਸੀ ਆਲਰੇਡੀ। ਦੈਨ ਉਸ ਤੋਂ ਬਾਅਦ ਜਿਹੜਾ ਅੱਗ ਦੇ ਵਿੱਚੋਂ ਬਚ ਗਿਆ ਸਮਾਨ, ਉਹ ਮਿਲਟਰੀ ਦੀਆਂ ਗੱਡੀਆਂ ਦੇ ਵਿੱਚ ਲੱਦ ਕੇ ਨਾਗਪੁਰ ਪਹੁੰਚਿਆ। ਉਹ ਕਿਉਂ ਲਿਜਾਇਆ ਗਿਆ ਬਈ? ਉਹ ਤੇ ਕਿਤਾਬਾਂ ਥੋੜੀ ਅੱਤਵਾਦੀ ਸੀ। ਠੀਕ ਹੈ। ਔਰ ਉਸ ਤੋਂ ਬਾਅਦ ਹੁਣ ਕਿੰਨੇ ਸਾਲ ਹੋ ਗਏ ਤੇ ਅੱਜ ਤੱਕ ਕੋਈ ਕਿਤਾਬ ਵਾਪਸ ਨਹੀਂ ਕੀਤੀ ਗਈ ਤੇ ਬਾਦਲਾਂ ਨੂੰ ਉੱਥੇ ਬਣਾ ਕੇ ਰੱਖਿਆ ਗਿਆ 10 ਸਾਲ ਤਾਂ ਕਿ ਮੰਗੇ ਹੀ ਨਾ ਕੋਈ ਵੀ। ਕਿਸੇ ਨੇ ਮੰਗ ਵੀ ਨਹੀਂ ਕੀਤੀ। ਲੇਕਿਨ ਹੁਣ ਜੇ ਮੰਗ ਹੋਈ ਸੀ, ਕਿਸੇ ਨੇ ਉਠਾਈ ਮੰਗ, ਤੇ ਉਹ ਕਹਿੰਦੇ ਉਹ ਤਾਂ ਮੋੜ ਦਿੱਤੀਆਂ ਸੀ। ਕਿਤੇ ਕਿਹਨੇ ਮੋੜੀਆਂ ਸੀ, ਕਿਹਨੂੰ ਮੋੜੀਆਂ ਸੀ, ਸਾਈਨ ਕਿਹਦੇ ਹੋਏ ਸੀ, ਕੋਈ ਉਹਦਾ ਪਤਾ ਨਹੀਂ। ਹੁਣ ਬਾਅਦ ਦੇ ਵਿੱਚ ਇੱਕ ਸਟੋਰੀ ਹੋਰ ਮਿਲੀ ਸੀ, ਉਹ ਕਹਿੰਦੇ ਕਿ ਇਤਿਹਾਸ ਨੂੰ ਸੋਧ ਕੇ ਲਿਖ ਰਹੇ ਆ ਜੀ, ਫਿਰ ਦੇਵਾਂਗੇ ਕਿਤਾਬਾਂ ਵਾਪਸ। ਇਹ ਵੀ ਇੱਕ ਕਹਾਣੀ ਲੱਗੀ ਸੀ। ਦੈਟ ਮੀਨਸ ਕਿ ਜੋ ਕੁਛ ਤੁਹਾਡੀਆਂ ਰੈਫਰੈਂਸ ਸੀਗੀਆਂ ਉਹਨਾਂ ਨੂੰ ਵੀ ਸਾਰਾ ਕੁਝ ਬਦਲ ਕੇ ਉਹਨੂੰ ਸਾਰਾ ਖਤਮ ਕਰਨਗੇ। ਨੰਬਰ ਦੂਜੇ ਤੇ ਦੇਖੋ, ਜਿਹੜੀਆਂ ਰੈਫਰੈਂਸ ਦੀਆਂ ਪੁਰਾਣੀਆਂ ਕਿਤਾਬਾਂ ਹੁੰਦੀਆਂ ਜਾਂ ਪੁਰਾਣੇ ਗ੍ਰੰਥ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਪੁਰਾਤਨ ਜਿਹੜੇ ਹੁੰਦੇ ਆ, ਉਹਨਾਂ ਨੂੰ ਕੋਈ ਨਾ ਕੋਈ ਦੇਖ ਕੇ ਅੰਦਾਜ਼ਾ ਲਾਉਂਦਾ। ਉਹਨਾਂ ਤੋਂ ਤੁਸੀਂ ਲੈਬੋਰਟਰੀ ਟੈਸਟ ਕਰਾ ਕੇ ਪਤਾ ਕਰ ਸਕਦੇ ਹੋ ਕਿ ਕਿਹੜੇ ਸਮੇਂ ਦੀ ਇਹ ਪੇਪਰ ਹੈਗਾ ਹੈ। ਠੀਕ ਹੈ ਜੀ। ਲੇਕਿਨ ਹੋਰ ਕੀ, ਹਿੰਦੁਸਤਾਨ ਦੇ ਵਿੱਚ ਕਿੰਨੇ ਲੰਬੇ ਸਮੇਂ ਤੋਂ ਸ਼ੁਰੂ ਹੋ ਚੁੱਕਾ ਹੈ ਕਿ ਪੰਜਾਬ ਤੋਂ ਬਾਹਰ ਸਿੱਖ ਡੇਰੇ, ਜਿਹੜੇ ਸਿੱਖਾਂ ਦੀ ਦਸਤਾਰਧਾਰੀ ਸਾਧ ਹੈਗੇ ਆ, ਉਹਨਾਂ ਨੇ ਅਗਨ ਕੁੰਡ ਬਣਾਏ ਹੋਏ ਆ। ਉਹਨਾਂ ਦੇ ਵਿੱਚ ਮਣਾ ਮੁਹੀ ਘਿਓ ਸਿੱਟ ਕੇ ਪੁਰਾਤਨ ਜਿੰਨੀਆਂ ਵੀ ਬੇੜਾਂ ਹੁੰਦੀਆਂ ਉਹਦੇ ਵਿੱਚ ਲਿਆ ਕੇ ਸੰਸਕਾਰ ਦੇ ਬਹਾਨੇ ਸਾੜੀ ਜਾਂਦੇ ਆ। ਉਹ ਸਾਰੇ ਦੀ ਸਾਰੀ ਇਹ ਬਹੁਤ ਵੱਡੀ ਜੀ ਚਾਲ ਹੈਗੀ ਹੈ। ਤੇ ਭਾਟੀਆ ਸਾਹਿਬ ਨੇ ਵੀ ਕਿਹਾ ਸੀਗਾ ਮੇਰੇ ਖਿਆਲ
ਕਿ ਜੇ ਤੁਸੀਂ ਹੁਣ ਬਚਾਉਣਾ ਆਪਣਾ ਕੁਝ ਜਿਹੜੇ ਰੇਅਰ ਕਿਤਾਬਾਂ ਹੈਗੀਆਂ ਨਾ, ਉਹ ਸ਼੍ਰੋਮਣੀ ਕਮੇਟੀ ਨੇ ਪਿੱਛੇ ਜੇ ਡਿਮਾਂਡ ਕੀਤੀ ਸੀ ਕਿ ਕਿਸੇ ਕੋਲ ਵੀ ਰੇਅਰ ਕਿਤਾਬਾਂ ਹੋਣ ਉਹ ਸਾਨੂੰ ਦਿਓ ਜੀ ਸਾਂਭਣ ਵਾਸਤੇ, ਲੇਕਿਨ ਕੋਈ ਨਾ ਦਿਓ, ਭੁੱਲ ਕੇ ਵੀ ਨਾ ਦਿਓ। ਜੇ ਦੇ ਦਿੱਤੀਆਂ ਉਹੀ ਹਾਲ ਫਿਰ ਉੱਥੇ ਹੋਣਾ, ਕਿਸੇ ਨਾ ਕਿਸੇ ਵੇਲੇ ਉਹਨਾਂ ਨੇ ਕੋਈ ਬਹਾਨਾ ਲਾ ਕੇ ਉਹ ਵੀ ਚੁਕਵਾ ਦੇਣੀ ਉੱਥੋਂ। ਇਸ ਕਰਕੇ ਜਿੱਥੇ ਹੈਗੇ ਆ ਉਹਨੂੰ ਡਿਜੀਟਲ ਕਰਕੇ ਡਿਜੀਟਲ ਲਾਇਬ੍ਰੇਰੀ ਕੋਈ ਬਣਾ ਦਿਓ। ਸੋ ਇਸ ਤਰ੍ਹਾਂ ਦਾ Good point. That's very important point. We should do that. ਸ਼ੁਰੂਆਤ ਤੇ ਹੋ ਗਈ ਹੈ ਪਰ ਇਸ ਨੂੰ ਹੋਰ ਅੱਗੇ ਤੋਰਨ ਦੀ ਲੋੜ ਹੈ। ਇੱਕ ਨਾ ਪੰਜਾਬ ਡਿਜੀਟਲ ਲਾਇਬ੍ਰੇਰੀ ਕਰਕੇ ਹੈਗੀ ਆ ਜੀ, ਕਦੇ ਸਾਰੇ ਤੁਹਾਨੂੰ ਬੇਨਤੀ ਹੈ ਕਿ ਜਾਇਆ ਕਰੋ ਉਹਦੇ ਸਾਈਟ ਦੇ ਉੱਪਰ, ਪੰਜਾਬ ਡਿਜੀਟਲ ਲਾਇਬ੍ਰੇਰੀ। ਉਹਨਾਂ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਸਕੈਨ ਕਰਕੇ ਜਿਹੜੀਆਂ ਪਾ ਦਿੱਤੀਆਂ ਹੋਈਆਂ ਸੀ। They are doing very good job. ਠੀਕ ਹੈ ਜੀ, ਥੈਂਕ ਯੂ। ਪੁਰਾਣਾ ਇਹ ਜਿਹੜੀ ਰਿਪੀਟ ਹੋ ਰਹੀ ਹੈ ਚੀਜ਼, ਇਹ ਪੁਰਾਣੀ ਹਿਸਟਰੀ। ਬਗਦਾਦ ਦੇ ਵਿੱਚ ਬੜਾ ਕਿਸੇ ਮੌਕੇ ਬਹੁਤ ਵੱਡਾ ਸੈਂਟਰ ਸੀ, ਬੜੀਆਂ ਵੱਡੀਆਂ ਲਾਇਬ੍ਰੇਰੀ ਸੀ, ਉਹਨਾਂ ਨੂੰ ਵੀ ਇਸੇ ਤਰ੍ਹਾਂ ਬੰਦ ਕੀਤਾ ਗਿਆ ਸੀ। ਜਦੋਂ ਇਨਵੇਡਰ ਆਏ ਉਹਨਾਂ ਨੂੰ ਬੰਦ ਕਰਤਾ ਤਾਂ ਕਿ ਉਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਜਾਵੇ, ਉਹਨਾਂ ਦੇ ਇਤਿਹਾਸ ਦਾ। ਤਾਂ ਉਹਨਾਂ ਦੇ ਜਿਹੜਾ ਇਸੇ ਕਰਕੇ ਦਰਬਾਰ ਸਾਹਿਬ ਨੂੰ ਕਿਉਂ ਅਹਿਮਦ ਸ਼ਾਹ ਅਬਦਾਲੀ ਭੰਦਾ ਰਿਹਾ, ਤਰੋੜਦਾ ਰਿਹਾ, ਤਾਂ ਕਿ ਉਹਨਾਂ ਦਾ ਜਿਹੜਾ ਸੈਂਟਰ ਹੈ ਇੰਸਪੀਰੇਸ਼ਨ ਦਾ ਉਹਨੂੰ ਕਮਜ਼ੋਰ ਕੀਤਾ ਜਾਵੇ। ਤਾਂ ਹਮੇਸ਼ਾ ਜਿਹੜੀਆਂ ਕੌਮਾਂ ਜਿਹੜੀਆਂ ਰਾਜ ਕਰਦੀਆਂ ਨੇ, ਚਾਹੇ ਉਹ ਬ੍ਰਿਟਿਸ਼ ਨੇ, ਚਾਹੇ ਜਾਂ ਹੁਣ ਹਿੰਦੂ ਨੇ, ਜਾਂ ਜਿਹੜੇ ਮੁਸਲਮਾਨ ਨੇ, ਜਾਂ ਕੋਈ ਹੋਰ ਹੋਇਆ, ਸਭ ਇਹੀ ਕਰਦੇ ਰਹੇ ਨੇ ਕਿ ਵੀ ਕਿਵੇਂ ਖਲਣ ਪੈਦਾ ਕੀਤੀ ਜਾਵੇ ਲੋਕਾਂ ਦੇ ਇਤਿਹਾਸ ਦੇ ਵਿੱਚ, ਉਹਨਾਂ ਦੀ ਬੋਲੀਆਂ 'ਚ, ਉਹਨਾਂ ਦੇ ਕਲਚਰਲ ਤੇ ਸਪਿਰਿਚੁਅਲ ਸਿਸਟਮ ਦੇ ਵਿੱਚ, ਤਾਂ ਕਿ ਉਹਨੂੰ ਤਰੋੜ ਮਰੋੜ ਕੇ ਉਹ ਆਪਣੇ ਥੱਲੇ ਲੈ ਕੇ ਆਉਣ ਤੇ ਉਹਨਾਂ ਤੇ ਰਾਜ ਕਰ ਸਕਣ। ਉਹੀ ਜਿਹੜਾ ਹੈਗਾ ਬ੍ਰਾਹਮਣੀ ਤਰੀਕਾ ਹੀ ਹੈ, ਜਿਹੜਾ ਪਾੜੋ ਤੇ ਰਾਜ ਕਰੋ। That's what this is, the same system but in a different way. ਕੋਈ ਹੋਰ ਵਿਚਾਰ ਤੁਸੀਂ ਡਾਕਟਰ ਸਰਨਾ ਕੋਈ ਇਸ ਪਾਸੇ ਦੇਣੇ ਹੋਣ? ਹੋਰ ਕੋਈ ਸੱਜਣ ਕੋਈ ਆਪਣੇ ਵਿਚਾਰ ਇਸ ਪਹਿਲੂ ਤੇ ਗੁਰੂ ਹਰਿਰਾਏ ਸਾਹਿਬ ਦੇ ਤੇ ਜਿਹੜੇ ਸਾਡੇ ਕੁਦਰਤੀ ਸੋਮੇ ਪ੍ਰੀਜ਼ਰਵ ਰੱਖਣੇ ਤੇ ਸਾਡੇ ਇਤਿਹਾਸ ਨੂੰ ਪ੍ਰੀਜ਼ਰਵ ਰੱਖਣਾ, ਇਹ ਸਾਰੀਆਂ ਚੀਜ਼ਾਂ ਕੋਈ ਹੋਰ ਗੱਲ ਕਰਨੀ ਹੋਵੇ ਤੇ ਪਲੀਜ਼ ਵੀ ਹੈਵ 2-3 ਮਿੰਟਸ ਅਵੇਲੇਬਲ, ਨਹੀਂ ਫਿਰ ਅਸੀਂ ਪ੍ਰੋਗਰਾਮ ਜਿਹੜਾ ਕਲੋਜ਼ ਕਰ ਦੇਣਾ। ਅਨਫੋਰਚੂਨੇਟ ਸਭ ਤੋਂ ਵੱਡਾ ਜੋ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਗੱਲਾਂ ਤੇ ਬਹੁਤ ਕਰਦੇ ਹਾਂ, ਲੇਕਿਨ ਸਿੱਖਾਂ ਨੇ ਜੋ ਸਾਡਾ ਵਿਰਸਾ ਸੀ ਉਹਨੂੰ ਸੰਭਾਲ ਕੇ ਨਹੀਂ ਰੱਖਿਆ। ਸਾਡੇ ਪੁਰਾਤਨ ਜੋ ਬਿਲਡਿੰਗਸ ਨੇ, ਹੈਰੀਟੇਜ ਸਾਈਟਸ ਨੇ, ਉਹਨਾਂ ਨੂੰ ਤੋੜ ਕੇ ਨਵੀਆਂ ਬਣਾਈ ਜਾ ਰਹੇ ਨੇ। Our Sikh people are not aware the value of heritage. ਇਹ ਮੈਨੂੰ ਕਹਿਣਾ ਪੈਂਦਾ ਹੈ ਕਿ ਸਾਨੂੰ ਆਪਣੀ ਹੈਰੀਟੇਜ ਦੀ ਸਮਝ ਨਹੀਂ ਹੈ ਕਿ ਇਹਦਾ ਕੀ ਮਤਲਬ ਸੀ। That is true, that's a valid point. ਹਾਂਜੀ, ਦੇਖੋ ਜੀ, ਉਹ ਚਾਲ ਸੀ ਜੀ, ਸਮਝ ਦੀ ਗੱਲ ਨਹੀਂ, ਉਹ ਚਾਲ ਸੀ ਜਿਹੜੇ ਬਾਬੇ ਹੈਗੇ ਕਾਰ ਸੇਵਾ ਵਾਲੇ, ਉਹਨਾਂ ਨੂੰ ਆਪੋ ਨੂੰ ਕੋਈ ਆਰਕੀਟੈਕਚਰਲ ਡਿਜ਼ਾਈਨ ਜਾਂ ਡਿਜ਼ਾਈਨਰ ਨਹੀਂ ਹੈਗੇ ਜਾਂ ਕੋਈ ਇੰਜੀਨੀਅਰ ਨਹੀਂ ਹੈਗੇ। ਉਹ ਉਹਨਾਂ ਦੀ ਜਿਹੜੀ ਇੰਜੀਨੀਅਰਿੰਗ ਜਿਹੜੀ ਦੁਕਾਨ ਆਉਂਦੀ ਆ ਸਾਡੀ ਬਿਲਡਿੰਗਾਂ ਦੀ, ਗੁਰਦੁਆਰਿਆਂ ਦੀ, ਉਹ ਕਿੱਥੋਂ ਆ ਰਹੀ ਹੈ? ਉਹ ਤੇ ਕੋਈ ਹੋਰ ਦੇ ਰਿਹਾ ਨਾ ਬਣਾ ਕੇ ਉਹਨਾਂ ਨੂੰ। ਉਹ ਜਿਹੜੀ ਆ ਓਰੀਜਨਲ ਜਿਹੜੀਆਂ ਸਾਡੇ ਸਟਰਕਚਰ ਸੀਗੇ, ਉਹ ਇਟਲੀ 'ਚ ਜਾਓ ਤੇ ਕਿੰਨੇ ਹਜ਼ਾਰਾਂ ਸਾਲ ਪੁਰਾਣੀਆਂ ਬਿਲਡਿੰਗਾਂ ਉਹਨਾਂ ਨੂੰ ਉਸੇ ਤਰ੍ਹਾਂ ਪ੍ਰੀਜ਼ਰਵ ਕਰਦੇ ਆ। ਸਾਡੇ ਕਹਿੰਦੇ ਤੋੜ ਕੇ ਸੰਗਮਰਮਰ ਲਾ ਦਿਓ। ਉਹ ਇਹ ਜਿਹੜਾ ਇੱਕ ਚਾਲ ਹੀ ਸੀ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਹੈ। ਜਿਹੜੇ ਸਾਡੇ ਓਰੀਜਨਲ ਅਸਥਾਨ ਸੀ ਉਹ ਸਾਰੇ ਖਤਮ ਕੀਤੇ ਗਏ। ਉਹ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਗਿਆ ਸੀਗਾ ਇੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਫਤਿਹਗੜ੍ਹ ਸਾਹਿਬ, ਤੇ ਉਹ ਫਤਿਹਗੜ੍ਹ ਸਾਹਿਬ, ਤੇ ਉੱਥੇ ਮੈਂ ਸੇਵਾਦਾਰ ਨੂੰ ਪੁੱਛ ਬੈਠਾ, ਮੈਂ ਕਿਹਾ ਬੱਚਿਆਂ ਨੂੰ ਦਿਖਾਉਂਦੇ, ਮੈਂ ਕਿਹਾ ਵੀ ਚਲੋ ਮਹਾਰਾਜ ਵੀ ਸਾਨੂੰ ਦੱਸ ਦਿਓ ਕਿ ਵੀ ਜਿਹੜੀ ਨੀਂਹ ਹੈਗੀ ਹੈ ਉਹ ਕਿੱਥੇ ਹੈ। ਤੇ ਕਹਿੰਦੇ ਜੀ ਨੀਂਹ ਤੇ ਹੁਣ ਹੈ ਨਹੀਂ ਜੀ, ਉਹ ਤਾਂ ਪੁਰਾਣੀ ਸੀ, ਉਦੋਂ ਸੀ। ਮੈਂ ਕਿਹਾ ਜੀ ਕੋਈ ਥਾਂ ਉਹਦਾ ਕਿਸ ਥਾਂ? ਉਹ ਕੁਛ ਨਹੀਂ ਸਮਝ ਲੱਗੀ ਉਹਨੂੰ। ਕਈ ਦੇਰ ਬਾਅਦ ਸੋਚ ਕੇ ਕਹਿੰਦਾ ਜੀ ਉਹ ਜਿੱਥੇ ਮਹਾਰਾਜ ਪ੍ਰਕਾਸ਼ ਕੀਤਾ ਹੈ ਉਹ ਥੜਾ ਨਾ ਜੀ, ਉਹ ਇੱਥੇ ਸੀ, ਬਸ ਖਤਮ ਕਹਾਣੀ। ਦੈਟਸ ਆਲ। ਸੋ ਉਹ ਜਿਹੜੀ ਨੀਂਹ ਰੱਖਣੀ ਚਾਹੀਦੀ ਸੀ ਸਾਨੂੰ, ਸਾਡਾ ਤੇ ਮੈਂ ਕਹਿੰਦਾ ਜੀ ਉਹ ਤੇ ਸਮਾਂ ਸੀ। ਉਸ ਤੋਂ ਬਾਅਦ ਖੁਰਦ-ਬੁਰਦ ਕਰਨੇ ਵਾਲੇ ਸੀ। 84 ਦੇ ਵਿੱਚ ਜਿਹੜੇ ਵੱਡੇ ਬੱਟਿਆਂ ਦੇ ਨਾਲ ਜਾਂ ਕੋਈ ਟਾਇਰ ਜਲਿਆ ਹੋਇਆ, ਅਸੀਂ ਤੇ ਉਹ ਵੀ ਨਹੀਂ ਰੱਖ ਸਕੇ। ਸੋ ਅੱਜ ਜਿਊਜ਼ ਨੇ ਦੇਖ ਲਓ ਹੋਲੋਕਾਸਟ ਮਿਊਜ਼ੀਅਮ ਬਣਾ ਕੇ ਸਾਰੀ ਦੁਨੀਆ ਨੂੰ ਦੱਸਿਆ ਪਿਆ ਕੀ ਹੋਇਆ ਸਾਡੇ ਨਾਲ, ਤੇ ਸਾਤੋਂ ਤੇ ਉਹ ਵੀ ਨਹੀਂ ਦੱਸਿਆ ਗਿਆ। ਸੋ ਅਸੀਂ ਤੇ ਹਰ ਪਾਸੇ ਫੇਲ ਲੋਕ ਆ। That's right. ਸੋ ਸਾਨੂੰ ਲੋੜ ਹੈ ਕਿ ਵੀ ਜਿਹੜਾ ਵੀ ਸਾਡਾ ਥੋੜਾ ਬਹੁਤਾ ਬਚਿਆ ਉਸਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਭਾਲਿਆ ਜਾਵੇ। ਇਹਦੇ ਲਈ ਵੀ ਸਾਨੂੰ ਸਪੈਸ਼ਲ ਸੈਸ਼ਨ ਕਰਨ ਦੀ ਲੋੜ ਹੈ। ਇੱਕ ਹੋਰ ਵੀ ਗੱਲ ਕਰਾਂ ਮੈਂ ਜੀ, ਜਿਸ ਤਰ੍ਹਾਂ ਕਿ ਪਾਕਿਸਤਾਨ ਦੇ ਵਿੱਚ ਸਾਡੇ ਹੈਰੀਟੇਜ ਸਾਈਟਸ ਹੈਗੀਆਂ, ਹੁਣ ਮੈਂ ਗਿਆ ਸੀ ਪਿਛਲੇ ਸਾਲ ਦੇਖ ਕੇ ਆਇਆ, ਉਹਦੇ ਵਿੱਚ ਸਾਡੇ ਜੋ ਸੋਚ ਹੈ ਨਾ ਉਹ ਬੜੀ ਗਲਤ ਹੈ।
ਜਿਵੇਂ ਕਿ ਕੁਝ ਗੁਰਦੁਆਰੇ ਦੇ ਵਿੱਚ ਪੁਰਾਣੇ ਸਮੇਂ ਤੋਂ ਫਰੈਸਕੋਸ ਹੈਗੇ ਬਣੇ ਹੋਏ, ਜਿਹਦੇ ਵਿੱਚ ਥੋੜੇ ਬਹੁਤੇ ਕਿਸੇ ਹਿੰਦੂ ਦੇਵਤਾ ਦੀ ਫੋਟੋਆਂ ਬਣੀ ਹੋਈ ਹੈ। ਉਹ ਹੈਰੀਟੇਜ ਹੈ, ਭਾਵੇਂ ਉਹ ਵਿਚਾਰਧਾਰਾ ਵਿੱਚ ਸ਼ਾਮਿਲ ਨਹੀਂ ਹਨ। ਇਹ ਕਹਿੰਦੇ ਜੀ ਹੁਣ ਸਭ ਨੂੰ ਮਿਟਾ ਦਿਓ ਜੀ, ਬਸ ਹਰ ਚੀਜ਼ ਨੂੰ ਨਵਾਂ ਕਰ ਦਿਓ ਜੀ, ਹਰ ਚੀਜ਼ ਨੂੰ, ਜਿਵੇਂ ਭਾਈ ਸੁੱਚਾ ਸਿੰਘ ਕਹਿ ਰਹੇ ਨੇ, ਬਸ ਸੰਗਮਰਮਰ ਲਗਾ ਦਿਓ ਜੀ। ਸੋ ਇਹ ਬੜੀ ਹੀ ਗਲਤ ਸੋਚ ਹੈ। ਇਸ ਨੂੰ ਕੌਣ ਠੀਕ ਕਰੇਗਾ? ਆਈ ਐਮ ਵੈਰੀ ਸੌਰੀ ਟੂ ਸੇ दैट ਕਿ we are destroying our own heritage. Thank you, Ji. Thank you very much for participation. It's always enlightening the discussion. Bajendra Singh Ji, is there anything you like to say more? बहुत सही साहब, एकदम देखिए जो विचारों की स्पष्टता आ रही है। जो मैं कह रहा था कि जब सिद्धांत की ठीक समझ होती है तो व्यवहार बिल्कुल करेक्ट हो जाता है। सिद्धांत में समझने में बहुत काफी मदद मिल रही है। मैं बस एक बात कह करके खत्म करता हूँ। जो सिद्धांत है सिख धर्म का, वही है जो कहा है कबीर ने, एक है जनी जना संसारा, कौन ज्ञान से भया न्यारा। ऐसा ज्ञान कौन सा हो गया है तुझे, आदमी आदमी के बीच में नफरत फैला रहा है। और जो जजमेंट दिया है उन्होंने, बड़सो पापी आहे गुमानी, पाखंड रूप छले नर जानी, बामन रूप छले बल राजा, ब्राह्मण कीन कौन को काजा, ब्राह्मण ही सब कीनी चोरी, ब्राह्मण ही सब कीनी चोरी, ब्राह्मण ही को लागल खोरी। इतने स्पष्ट शब्दों में मेरे ख्याल से जब ललकारा है तो इसका मतलब फिलॉसफी की, सिद्धांत की कितनी जबरदस्त पकड़ थी गुरु साहिबान को। वरना गोस्वामी तुलसीदास का एक आध दोहा गुरु ग्रंथ में जरूर आ गया होता। तो मैं बधाई देता हूँ आपको, बधाई दे रहा हूँ आपको क्योंकि वो स्टैंडर्ड नहीं था ना, वो स्टैंडर्ड नहीं था। सिंह साहब, बहुत सारे ऐसे विद्वान आए भी थे अपने राइटिंग लेके, उनके पास में ये हमारी राइटिंग भी इसमें इंक्लूड करो। उन्होंने कहा नो, उन्होंने बिल्कुल जिस किया कि ये हमारी विचारधारा से मिलता नहीं है, इसलिए इसमें गुरु ग्रंथ साहब में कोई जगह नहीं मिल सकती। विजेंद्र जी, एक और चीज मैं ऐड कर दूं, सूरदास का सिर्फ एक अक्षर दर्ज है, सिर्फ एक लाइन दर्ज है, शाड मान हर बेमुखन को संग नहीं। मैं और उसके बाद भी कुछ भी दर्ज नहीं। ये सुनो के पीछे क्यों पड़े हुए हैं, सिख लोगों के पीछे क्यों पड़े हुए हैं, कबीरपंथियों क्यों छोड़ दिया है? वहां तो घुसपैठ बड़ी तगड़ी बना रखी है उन्होंने। यहाँ घुसने में दिक्कत हो रही है, सिख संगत वगैरह सब बनाने के बावजूद भी घुसपैठ में परेशानी हो रही है। इसलिए वो आपको निशाने पर निशाना बनना पड़ रहा है, निशाने पे आना पड़ रहा है। लेकिन ये बहादुर कौम है, वो जो कहा है ना, मरे दीन के हेत पुरजा पुरजा कट मरे कबू न छाड़े के। तो मेरी बधाई है, मैं दिल से हर तरीके मन से इस सिद्धांत के साथ हूँ। और मुझे बड़ी खुशी होती है कि ऐसे लोगों से के बीच में मैं उनकी बातें मुझे सुनने को मिल रही हैं। धन्यवाद। और एक और बात ये कहूँ, कबीर साहब की जो बाणी है, कबीर साहब की बाणी जो गुरु ग्रंथ में है, वो ओरिजिनल है, उसको उसमें कोई छेड़छाड़ नहीं कर सकता। ये बात भी याद रखिए, प्रोटेक्टेड है। वो बाणी जो है वो जब आई है वो 1604 में आई है। कबीर का जो कब्र बनी हुई है 1648 1450 की बनी हुई है। 150 साल हो चुका होगा। जिस आदमी ने ऐसे ललकारा हो इन्हें, उन ब्राह्मणों ने कौन सा ऐसा षड्यंत्र है जो 150 साल में न किया होगा तब तक भी। इसलिए विवेक और बुद्धि, विवेक और विचार, इसको सर्वोपरि माना है संतों ने। विवेक से काम लेकर के जो सिद्धांत से मेल खाता है वो स्वीकार कर लेना चाहिए, जो सिद्धांत के खिलाफ है उसको कर देना चाहिए। Thank you, Ji. Thank you for everyone for participation. I know this is mainly regarding Guru Har Rai Sahib the session, but we also brought in other ideas to support that what Guru Sahib did at that time was most important and was the foundation for what other things happened subsequently. So इसी तरह next time we will talk about Guru Harkishan Sahib life and legacy. Then we will move on then to other areas. So yaad rakhna, next time we are meeting about life and legacy of Guru Harkishan Sahib. Unless you have a reason to say, okay, we should continue another session for Guru Har Rai. Ki vichar hai ਤੁਹਾਡੇ? Okay, we will move on to Guru Harkishan Sahib. We can always have additional sessions subsequently. Changa ji, बहुत बहुत मेहरबानी ਤੁਹਾਡੀ, and also to all the audience. And please remember, these are individual views, not the views of Voice of Manavta.
And if you're not subscribing to the program, please do it, and also share with your friends, so that, and multiply these ideas wherever you live, so that in the Sangat, in the Gurdwaras and in homes, talk about these things, so that more and more awakening can be produced within our group and our families and our circles. Vaheguru Ji Ka Khalsa, Vaheguru Ji Ki Fateh. Vaheguru Ji. Thank you.